नमस्ते नमस्ते दोस्तों, क्यों जी हो तुसी सब? उम्मीद है ਪ੍ਰੀਖਿਆ ਦੀ ਤਿਆਰੀ ਚੰਗੀ ਚੱਲ ਰਹੀ ਹੋਣੀ। ਇਹ ਪ੍ਰੀਖਿਆ ਤੇ ਚਰਚਾ ਦਾ ਪਹਿਲਾ ਵਰਚੁਅਲ ਐਡੀਸ਼ਨ ਹੈ। ਤੁਸੀਂ ਜਾਣਦੇ ਹੋ ਅਸੀਂ ਪਿਛਲੇ 1 ਸਾਲ ਤੋਂ ਕਰੋਨਾ ਦੇ ਵਿਚਕਾਰ ਜੀ ਰਹੇ ਹਾਂ ਅਤੇ ਉਸ ਦੀ ਵਜ੍ਹਾ ਕਰਕੇ ਹਰ ਕਿਸੇ ਨੂੰ ਨਵਾਂ ਇਨੋਵੇਸ਼ਨ ਕਰਨਾ ਪੈ ਰਿਹਾ ਹੈ। ਮੈਨੂੰ ਵੀ ਤੁਹਾਡੇ ਲੋਕਾਂ ਨਾਲ ਮਿਲਣ ਦਾ ਮੋਹ ਇਸ ਵਾਰੀ ਛੱਡਣਾ ਪੈ ਰਿਹਾ ਹੈ ਅਤੇ ਮੈਨੂੰ ਵੀ ਇੱਕ ਨਵੇਂ ਫਾਰਮੈਟ ਵਿੱਚ ਤੁਹਾਡੇ ਵਿਚਕਾਰ ਆਉਣਾ ਪੈ ਰਿਹਾ ਹੈ ਅਤੇ ਤੁਹਾਡੇ ਨਾਲ ਰੂਬਰੂ ਨਾ ਮਿਲਣਾ, ਤੁਹਾਡੇ ਚਿਹਰੇ ਦੀ ਖੁਸ਼ੀ ਨਾ ਵੇਖਣਾ, ਤੁਹਾਡੀ ਉਮੰਗ ਅਤੇ ਉਤਸ਼ਾਹ ਨਾ ਅਨੁਭਵ ਕਰਨਾ, ਇਹ ਆਪਣੇ ਆਪ ਵਿੱਚ ਮੇਰੇ ਲਈ ਇੱਕ ਬਹੁਤ ਵੱਡਾ ਲਾਸ ਹੈ। ਲੇਕਿਨ ਫਿਰ ਵੀ ਪ੍ਰੀਖਿਆ ਤਾਂ ਹੈ ਹੀ ਹੈ। ਤੁਸੀਂ ਹੋ, ਮੈਂ ਹਾਂ, ਪ੍ਰੀਖਿਆ ਹੈ ਤਾਂ ਫਿਰ ਚੰਗਾ ਹੀ ਹੈ ਕਿ ਅਸੀਂ ਪ੍ਰੀਖਿਆ ਤੇ ਚਰਚਾ ਕੰਟੀਨਿਊ ਕਰਾਂਗੇ ਅਤੇ ਇਸ ਸਾਲ ਵੀ ਬ੍ਰੇਕ ਨਹੀਂ ਲਾਂਗੇ। ਹੁਣੇ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ। ਇੱਕ ਗੱਲ ਮੈਂ ਸ਼ੁਰੂ ਵਿੱਚ ਜ਼ਰੂਰ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਅਤੇ ਗਾਰਡੀਅਨਸ ਨੂੰ ਦੱਸਣਾ ਚਾਹੁੰਦਾ, ਟੀਚਰਸ ਨੂੰ ਦੱਸਣਾ ਚਾਹੁੰਦਾ ਵਾਂ, ਇਹ परीक्षा पे चर्चा है, लेकिन सिर्फ ਪ੍ਰੀਖਿਆ ही चर्चा नहीं है। बहुत कुछ गल्लां हो सकदियां ने। एक हल्का फुल्का माहौल बनाना है, एक नवा आत्म विश्वास पैदा करना है ਅਤੇ ਜਿਵੇਂ ਆਪਣੇ ਘਰ ਵਿੱਚ ਬਹਿ ਕੇ ਗੱਲਾਂ ਕਰਦੇ ਹੋ, ਆਪਣਿਆਂ ਦੇ ਵਿਚਕਾਰ ਗੱਲਾਂ ਕਰਦੇ ਹੋ, ਯਾਰ ਦੋਸਤਾਂ ਦੇ ਨਾਲ ਗੱਲਾਂ ਕਰਦੇ ਹੋ, ਆਓ ਅਸੀਂ ਵੀ ਇਸ ਤਰ੍ਹਾਂ ਹੀ ਗੱਲਾਂ ਕਰਾਂਗੇ ਅੱਜ। नमस्कार ऑनरेबल पीएम सर। नमस्ते। मेरा नाम एम पल्लवी है। मैं 9वीं जमात पढ़ रही हाँ। सर, ਅਸੀਂ ਅਕਸਰ ਇੰਜ ਮਹਿਸੂਸ ਕਰਦੇ ਹਾਂ ਕਿ ਪੂਰਾ ਸਾਲ ਪੜ੍ਹਾਈ ਠੀਕ ਚੱਲ ਰਹੀ ਹੁੰਦੀ ਹੈ, ਲੇਕਿਨ ਜਿਵੇਂ ਹੀ ਪ੍ਰੀਖਿਆਵਾਂ ਨੇੜੇ ਆਉਂਦੀਆਂ ਹਨ ਬਹੁਤ ਹੀ ਤਣਾਅਪੂਰਨ ਸਥਿਤੀ ਹੋ ਜਾਂਦੀ ਹੈ। ਕਿਰਪਾ ਇਸ ਲਈ ਕੋਈ ਉਪਾਅ ਦੱਸੋ ਸਰ। ਬਹੁਤ ਧੰਨਵਾਦ ਸਰ। ਧੰਨਵਾਦ ਪਲਵੀ। ਮੈਨੂੰ ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਦਾ ਹੋਰ ਵੀ ਇੱਕ ਸਵਾਲ ਹੈ। सादर अभिनंदन माननीय प्रधानमंत्री जी। मेरा नाम अर्पण पांडे है। मैं ग्लोबल इंडियन इंटरनेशनल स्कूल मलेशिया ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੈਂ ਤੁਹਾਡੇ ਤੋਂ ਆਪਣੇ ਆਉਣ ਵਾਲੇ ਭਵਿੱਖ ਦੀ ਕਾਮਯਾਬੀ ਲਈ ਇੱਕ ਸਵਾਲ ਦੀ ਜਵਾਬ ਦੀ ਭਾਲ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਮੈਨੂੰ ਸਿੱਧੇ ਰਾਹ ਪਾਓਗੇ। ਮੇਰਾ ਸਵਾਲ ਇਹ ਹੈ ਕਿ ਪ੍ਰੀਖਿਆ ਦੀ ਤਿਆਰੀ ਵੇਲੇ ਸਾਡੇ ਮਨ ਵਿੱਚ ਆਉਣ ਵਾਲੇ ਡਰ ਤੇ ਤਣਾਅ ਤੋਂ ਕਿੱਦਾਂ ਨਿਕਲੀਏ। ਕੀ ਹੋਵੇਗਾ ਜੇਕਰ ਸਾਨੂੰ ਚੰਗੇ ਨੰਬਰ ਤੇ ਚੰਗਾ ਕਾਲਜ ਮਿਲੇਗਾ ਜਾਂ ਨਹੀਂ। ਧੰਨਵਾਦ। ਪੱਲਵੀ, ਅਰਪਣ, ਵੇਖੋ ਜਦੋਂ ਤੁਸੀਂ ਇਹ ਫੀਅਰ ਦੀ, ਡਰ ਦੀ ਗੱਲ ਕਰਦੇ ਹੋ ਤਾਂ ਮੈਨੂੰ ਵੀ ਡਰ ਲੱਗ ਜਾਂਦਾ ਹੈ। ਓਏ ਇਹੋ ਜਿਹੀ ਕਿਹੜੀ ਗੱਲ ਹੈ ਜਿਸ ਦੇ ਲਈ ਡਰਨਾ ਚਾਹੀਦਾ ਹੈ? ਕਿ ਪਹਿਲੀ ਵਾਰੀ ਐਗਜ਼ਾਮ ਦੇਣ ਜਾ ਰਹੇ ਹੋ ਕਿ ਪਹਿਲੇ ਕਦੇ ਐਗਜ਼ਾਮ ਨਹੀਂ ਦਿੱਤਾ? ਕਿ ਤੁਹਾਨੂੰ ਪਤਾ ਨਹੀਂ ਸੀ ਕਿ ਮਾਰਚ ਮਹੀਨੇ, ਅਪ੍ਰੈਲ ਮਹੀਨੇ ਵਿੱਚ ਐਗਜ਼ਾਮ ਆਉਂਦੇ ਨੇ? ਸਭ ਪਤਾ ਹੈ, ਪਹਿਲੇ ਤੋਂ ਪਤਾ ਹੈ, ਸਾਲ ਭਰ ਪਹਿਲੇ ਤੋਂ ਹੀ ਪਤਾ ਹੈ। ਅਚਾਨਕ ਤਾਂ ਨਹੀਂ ਆਇਆ ਹੈ ਨਾ। ਅਤੇ ਜੋ ਅਚਾਨਕ ਨਹੀਂ ਆਇਆ ਹੈ, ਕੋਈ ਅਸਮਾਨ ਤੇ ਨਹੀਂ ਟੁੱਟ ਪਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਡਰ ਐਗਜ਼ਾਮ ਦਾ ਨਹੀਂ ਹੈ, ਤੁਹਾਨੂੰ ਡਰ ਕਿਸੇ ਹੋਰ ਦਾ ਹੈ। ਅਤੇ ਉਹ ਕੀ ਹੈ? ਤੁਹਾਡੇ ਆਲੇ ਦੁਆਲੇ ਇੱਕ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਇਹੀ ਐਗਜ਼ਾਮ ਸਭ ਕੁਝ ਹੈ, ਇਹੀ ਜ਼ਿੰਦਗੀ ਹੈ ਅਤੇ ਇਸ ਦੇ ਲਈ ਪੂਰਾ ਸਮਾਜਿਕ ਵਾਤਾਵਰਣ, ਕਦੇ-ਕਦੇ ਸਕੂਲ ਦਾ ਵਾਤਾਵਰਣ ਵੀ, ਕਦੇ-ਕਦੇ ਮਾਂ-ਬਾਪ ਵੀ, ਕਦੇ ਆਪਣੇ ਰਿਸ਼ਤੇਦਾਰ ਵੀ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੇ ਹਨ, ਐਸੀ ਚਰਚਾ ਕਰਦੇ ਹਨ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡੀ ਘਟਨਾ ਨਾਲ ਤੁਹਾਨੂੰ ਗੁਜ਼ਰਨਾ ਹੈ, ਬਹੁਤ ਵੱਡੀ ਮੁਸੀਬਤ ਤੋਂ ਗੁਜ਼ਰਨਾ ਹੈ। ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹਾਂਗਾ, ਖਾਸ ਕਰਕੇ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਵਾਂ, ਤੁਸੀਂ ਕੀ ਕਰਕੇ ਰੱਖ ਦਿੱਤਾ ਹੈ?
ਮੈਂ ਸਮਝਦਾ ਵਾਂ ਕਿ ਇਹ ਸਭ ਤੋਂ ਵੱਡੀ ਗਲਤੀ ਹੈ। ਅਸੀਂ ਜ਼ਰੂਰਤ ਤੋਂ ਜ਼ਿਆਦਾ ਓਵਰ ਕੌਨਸ਼ੀਅਸ ਹੋ ਜਾਂਦੇ ਹਾਂ। ਅਸੀਂ ਥੋੜੇ ਜ਼ਿਆਦਾ ਹੀ ਸੋਚਣ ਲੱਗ ਜਾਂਦੇ ਹਾਂ ਅਤੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਜ਼ਿੰਦਗੀ ਵਿੱਚ ਇਹ ਕੇਵਲ ਮਨੁੱਖਾਂ ਲਈ ਹੈ। ਨਮਸਤੇ ਪ੍ਰਧਾਨ ਮੰਤਰੀ ਜੀ। ਨਮਸਤੇ। ਮੇਰਾ ਨਾਮ ਤਨੇ ਹੈ ਤੇ ਮੈਂ ਵਿਦਿਆਰਥੀ ਹਾਂ ਸਾਮੀਆ ਇੰਡੀਅਨ ਮਾਡਲ ਸਕੂਲ ਕੁਵੈਤ ਦਾ। ਤੇ ਸਰ, ਮੇਰਾ ਸਵਾਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਿੰਦਗੀ ਦੀ ਇਸ ਲੜਾਈ ਲਈ ਕਿੱਦਾਂ ਤਿਆਰ ਕਰੀਏ। ਧੰਨਵਾਦ ਸਰ। ਨਮੋ ਐਪ ਉੱਤੇ ਮਸੂਰੀ ਉੱਤਰਾਖੰਡ ਸ਼੍ਰੀਮਾਨ ਅਸ਼ਰਫ ਖਾਨ ਨੇ ਲਿਖਿਆ ਹੈ, ਸਰ, ਅਸੀਂ ਜਦੋਂ ਆਪਣੇ ਵੱਡੇ ਕਜ਼ਨਸ ਜਾਂ ਦੋਸਤਾਂ ਨਾਲ ਹੋ ਜਾਏਗਾ ਅਤੇ ਬੱਚਿਆਂ ਨੂੰ ਘਰ ਵਿੱਚ ਸਹਿਜ ਤਣਾਅ ਮੁਕਤ ਜੀਣਾ ਚਾਹੀਦਾ। ਛੋਟੀ ਮੋਟੀ ਹਲਕੀ ਫੁਲਕੀ ਗੱਲਾਂ ਜਿਹੜੀਆਂ ਰੋਜ਼ ਕਰਦੇ ਆ ਕਰਨੀਆਂ ਚਾਹੀਦੀਆਂ ਨੇ। ਵੇਖੋ ਦੋਸਤੋ, ਪਹਿਲੇ ਕੀ ਹੁੰਦਾ ਸੀ? ਪਹਿਲੇ ਮਾਂ-ਬਾਪ ਬੱਚਿਆਂ ਦੇ ਨਾਲ ਜ਼ਿਆਦਾ ਇਨਵੋਲਵ ਰਹਿੰਦੇ ਸੀ ਅਤੇ ਸਹਿਜ ਵੀ ਰਹਿੰਦੇ ਸੀ ਅਤੇ ਕਈ ਵਿਸ਼ਿਆਂ ਤੇ ਇਨਵੋਲਵ ਰਹਿੰਦੇ ਸੀ। ਅੱਜ ਜੋ ਵੀ ਇਨਵੋਲਵ ਰਹਿੰਦੇ ਨੇ ਉਹ ਜ਼ਿਆਦਾਤਰ ਕਰੀਅਰ, ਐਗਜ਼ਾਮ, ਪੜ੍ਹਾਈ, ਕਿਤਾਬ, ਸਿਲੇਬਸ, ਮੈਂ ਉਸ ਨੂੰ ਸਿਰਫ ਇਨਵੋਲਵਮੈਂਟ ਨਹੀਂ ਮੰਨਦਾ ਹਾਂ ਅਤੇ ਇਸ ਨਾਲ ਇਹਨਾਂ ਨੂੰ ਆਪਣੇ ਬੱਚਿਆਂ ਦੇ ਅਸਲੀ ਸਾਮਰਥਯ ਦਾ ਪਤਾ ਨਹੀਂ ਹੁੰਦਾ ਹੈ। ਜੇਕਰ ਮਾਂ-ਬਾਪ ਜ਼ਿਆਦਾ ਇਨਵੋਲਵ ਹਨ ਤਾਂ ਬੱਚਿਆਂ ਦੀ ਰੁਚੀ, ਪ੍ਰਕਿਰਤੀ, ਪ੍ਰਵਿਰਤੀ, ਇਸ ਸਭ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜੋ ਕਮੀਆਂ ਹਨ ਉਹਨਾਂ ਕਮੀਆਂ ਨੂੰ ਸਮਝ ਕਰਕੇ ਉਸ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਸ ਦੀ ਵਜ੍ਹਾ ਕਰਕੇ ਬੱਚੇ ਦਾ ਕੌਨਫੀਡੈਂਸ ਲੈਵਲ ਵੱਧਦਾ ਹੈ। ਉਸ ਦੀ ਸਟਰੈਂਥ ਮਾਂ-ਬਾਪ ਨੂੰ ਪਤਾ ਹੈ, ਉਸ ਦੀ ਵੀਕਨੈਸਿਸ ਮਾਂ-ਬਾਪ ਨੂੰ ਪਤਾ ਹੈ ਅਤੇ ਉਸ ਦੀ ਵਜ੍ਹਾ ਨਾਲ ਮਾਂ-ਬਾਪ ਸਮਝਦੇ ਹਨ ਕਿ ਇਸੇ ਸਮੇਂ ਵੀਕਨੈਸਿਸ ਨੂੰ ਬਾਜ਼ੂ ਕਰੋ, ਸਟਰੈਂਥ ਨੂੰ ਜਿਤਨਾ ਬਲ ਦੇ ਸਕਦੇ ਹੋ ਦਿਓ। ਲੇਕਿਨ ਅੱਜ ਮਾਂ-ਬਾਪ ਇੰਨੇ ਵਿਅਸਤ ਹਨ ਕਿ ਉਹਨਾਂ ਨੂੰ ਬੱਚਿਆਂ ਦੇ ਨਾਲ ਰੀਅਲ ਸੈਂਸ ਵਿੱਚ ਇਨਵੋਲਵ ਹੋਣ ਦਾ ਵਕਤ ਹੀ ਨਹੀਂ ਮਿਲਦਾ। ਇਸ ਦਾ ਨਤੀਜਾ ਕੀ ਹੁੰਦਾ ਹੈ? ਅੱਜ ਬੱਚੇ ਦੇ ਸਾਮਰਥ ਦਾ ਪਤਾ ਲਗਾਉਣ ਦੇ ਲਈ ਪੇਰੈਂਟਸ ਨੂੰ ਐਗਜ਼ਾਮ ਦੇ ਰਿਜ਼ਲਟਸ ਦਾ ਸ਼ੀਟ ਵੇਖਣਾ ਪੈਂਦਾ ਹੈ ਅਤੇ ਇਸ ਲਈ ਬੱਚਿਆਂ ਦਾ ਆਕਲਨ ਵੀ ਬੱਚਿਆਂ ਦੇ ਰਿਜ਼ਲਟਸ ਤੱਕ ਹੀ ਸੀਮਿਤ ਹੋ ਗਿਆ ਹੈ। ਮਾਰਕਸ ਤੋਂ ਇਲਾਵਾ ਵੀ ਬੱਚੇ ਵਿੱਚ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੇਰੈਂਟਸ ਮਾਰਕ ਹੀ ਨਹੀਂ ਕਰ ਪਾਉਂਦੇ ਨੇ। ਸਾਥੀਓ, ਸਾਡੇ ਇੱਥੇ ਐਗਜ਼ਾਮ ਦੇ ਲਈ ਇੱਕ ਸ਼ਬਦ ਹੈ ਕਸੌਟੀ, ਮਤਲਬ ਖੁਦ ਨੂੰ ਕੱਸਣਾ ਹੈ। ਇਹੋ ਜਿਹਾ ਨਹੀਂ ਹੈ ਐਗਜ਼ਾਮ ਆਖਰੀ ਮੌਕਾ ਹੈ, ਬਲਕਿ ਐਗਜ਼ਾਮ ਤਾਂ ਇੱਕ ਤਰ੍ਹਾਂ ਦਾ ਇੱਕ ਲੰਮੀ ਜ਼ਿੰਦਗੀ ਜੀਣ ਦੇ ਲਈ ਆਪਣੇ ਆਪ ਨੂੰ ਕੱਸਣ ਦਾ ਚੰਗਾ ਮੌਕਾ ਹੈ, ਇੱਕ ਅਪਰਚੁਨਿਟੀ ਹੈ। ਸਮੱਸਿਆ ਤਦ ਹੁੰਦੀ ਹੈ ਜਦ ਅਸੀਂ ਐਗਜ਼ਾਮ ਨੂੰ ਹੀ ਜਿਵੇਂ ਜ਼ਿੰਦਗੀ ਦੇ ਖ਼ਾਬਾਂ ਦਾ ਅੰਤ ਮੰਨ ਲੈਂਦੇ ਹਾਂ, ਜੀਵਨ ਮਰਨ ਦਾ ਸਵਾਲ ਬਣਾ ਦਿੰਦੇ ਹਾਂ। ਦਰਅਸਲ ਐਗਜ਼ਾਮ ਜ਼ਿੰਦਗੀ ਨੂੰ ਘੜਨ ਦਾ ਇੱਕ ਅਵਸਰ ਹੈ, ਇੱਕ ਅਪਰਚੁਨਿਟੀ ਹੈ, ਇੱਕ ਮੌਕਾ ਹੈ। ਉਸ ਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਹੈ। ਐਕਚੁਅਲੀ ਸਾਨੂੰ ਆਪਣੇ ਆਪ ਨੂੰ ਕਸੌਟੀ ਤੇ ਕੱਸਣ ਦੇ ਮੌਕੇ ਲੱਭਦੇ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਹੋਰ ਬਿਹਤਰ ਕਰ ਸਕੀਏ। ਸਾਨੂੰ ਭੱਜਣਾ ਨਹੀਂ ਚਾਹੀਦਾ। ਆਓ ਦੋਸਤੋ, ਅਗਲੇ ਸਵਾਲ ਦੇ ਪਾਸੇ ਵਧਦੇ ਹਾਂ। ਮਾਨਯੋਗ ਪ੍ਰਧਾਨ ਮੰਤਰੀ ਜੀ, ਨਮਸਤੇ। ਮੇਰਾ ਨਾਮ ਪੰਨੀ ਸੁਨਿਆ ਹੈ। ਮੈਂ ਜਮਾਤ 11ਵੀਂ ਦੀ ਵਿਦਿਆਰਥਣ ਹਾਂ। ਮੇਰੇ ਸਕੂਲ ਦਾ ਨਾਮ ਵਿਵੇਕਾਨੰਦ ਕੇਂਦਰ ਵਿਦਿਆਲੇ ਨਿਰਜਵੇ, ਡਿਸਟ੍ਰਿਕਟ ਪਾਪੂਮਪਾਰੇ, ਸਟੇਟ ਅਰੁਣਾਚਲ ਪ੍ਰਦੇਸ਼ ਹੈ। ਮਾਨਯੋਗ ਪ੍ਰਧਾਨ ਮੰਤਰੀ ਜੀ, ਕੁਝ ਸਬਜੈਕਟਸ ਅਤੇ ਕੁਝ ਚੈਪਟਰਸ ਹਨ ਜਿਨ੍ਹਾਂ ਨੂੰ ਲੈ ਕੇ ਮੈਂ ਸਹਿਜ ਨਹੀਂ ਹਾਂ ਅਤੇ ਉਹਨਾਂ ਤੋਂ ਪਿੱਛਾ ਛੁਡਾਉਣ ਵਿੱਚ ਲੱਗੀ ਰਹਿੰਦੀ ਹਾਂ। ਮੈਂ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਵਾਂ, ਮੈਂ ਉਹਨਾਂ ਨੂੰ ਪੜ੍ਹ ਨਹੀਂ ਪਾਉਂਦੀ। ਸ਼ਾਇਦ ਇਹ ਇਸ ਲਈ ਹੁੰਦਾ ਹੈ ਕਿਉਂਕਿ ਮੈਨੂੰ ਉਹਨਾਂ ਤੋਂ ਡਰ ਲੱਗਦਾ ਹੈ। ਸਰ, ਇਸ ਹਾਲਾਤ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਧੰਨਵਾਦ ਸਰ।
ਚਲੋ ਆਂਧਰ ਤੋਂ ਅਸੀਂ ਮਲੇਸ਼ੀਆ ਤੋਂ ਹੁਣ ਅਰੁਣਾਚਲ ਪਹੁੰਚ ਗਏ ਹਾਂ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਦਾ ਕੋਈ ਹੋਰ ਇੱਕ ਸਵਾਲ ਵੀ ਹੈ। ਮਾਨਨੀय ਪ੍ਰਧਾਨ ਮੰਤਰੀ ਜੀ ਨਮਸਕਾਰ। ਮੇਰਾ ਨਾਮ ਵਿਨੀਤਾ ਗਰਗ ਹੈ ਤੇ ਮੈਂ SRDAV ਪਬਲਿਕ ਸਕੂਲ ਵਿੱਚ 25 ਸਾਲਾਂ ਤੋਂ ਕੰਮ ਕਰ ਰਹੀ ਹਾਂ। ਮੇਰਾ ਪ੍ਰਸ਼ਨ ਹੈ, ਕੁਝ ਸਬਜੈਕਟ ਇਹੋ ਜਿਹੇ ਹਨ ਜਿਨ੍ਹਾਂ ਤੋਂ ਕਈ ਸਟੂਡੈਂਟਸ ਨੂੰ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਤੋਂ ਉਹ ਇਹਨਾਂ ਤੋਂ ਬਚਦੇ ਹਨ। ਇਸ ਬਾਰੇ ਵਿੱਚ ਇਤਿਹਾਸ ਜਾਂ ਗਣਿਤ ਵਿਸ਼ੇ ਦੇ ਸਿੱਖਿਅਕ ਚੰਗੀ ਤਰ੍ਹਾਂ ਸਮਝ ਸਕਦੇ ਹਨ। ਟੀਚਰ ਦੇ ਤੌਰ ਤੇ ਇਸ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਇਹ ਕੁਝ ਅਲੱਗ ਤਰੀਕੇ ਦਾ ਹੀ ਵਿਸ਼ੇ ਮੇਰੇ ਸਾਹਮਣੇ ਆਇਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਸਟੂਡੈਂਟਸ ਦੇ ਮਨ ਨੂੰ ਛੂ ਸਕਾਂ ਅਤੇ ਟੀਚਰਸ ਦੀ ਗੱਲ ਤੇ ਗੌਰ ਦੇ ਨਾਲ ਕੁਝ ਸਮਾਧਾਨ ਦੱਸ ਸਕਾਂ। ਤੁਸੀਂ ਦੋਹਾਂ ਨੇ ਕਿਸੇ ਖਾਸ ਸਬਜੈਕਟਸ ਜਾਂ ਚੈਪਟਰ ਤੋਂ ਡਰ ਦੀ ਗੱਲ ਕਹੀ ਹੈ। ਤੁਸੀਂ ਲੋਕ ਇਕੱਲੇ ਨਹੀਂ ਹੋ ਜਿਨ੍ਹਾਂ ਨੂੰ ਇਸ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਹਕੀਕਤ ਤਾਂ ਇਹ ਹੈ ਕਿ ਦੁਨੀਆ ਵਿੱਚ ਇੱਕ ਵੀ ਇਨਸਾਨ ਐਸਾ ਨਹੀਂ ਮਿਲੇਗਾ ਜਿਸ ਦੇ ਉੱਤੇ ਇਹ ਗੱਲ ਲਾਗੂ ਨਾ ਹੁੰਦੀ ਹੋਵੇ। ਮੰਨ ਲਓ ਤੁਹਾਡੇ ਕੋਲ ਬਹੁਤ ਹੀ ਵਧੀਆ 5-6 ਸ਼ਰਟ ਹਨ, ਲੇਕਿਨ ਤੁਸੀਂ ਵੇਖਿਆ ਹੋਵੇਗਾ ਇੱਕ ਜਾਂ ਦੋ ਸ਼ਰਟ ਤੁਹਾਨੂੰ ਇੰਨੇ ਪਸੰਦ ਆਉਂਦੇ ਹੋਣਗੇ ਬਾਰ-ਬਾਰ ਪਹਿਨਦੇ ਹੋ। ਇਸ ਦਾ ਮਤਲਬ ਇਹ ਨਹੀਂ ਕਿ ਬਾਕੀ ਬੇਕਾਰ ਹਨ, ਫਿਟਿੰਗ ਠੀਕ ਨਹੀਂ ਹੈ, ਇਹ ਨਹੀਂ ਹੈ। ਉਹ ਦੋ ਇੰਨੇ ਚੰਗੇ ਲੱਗਦੇ ਨੇ ਕਿ ਤੁਸੀਂ ਉਹਨਾਂ ਨੂੰ ਵਾਰ-ਵਾਰ ਪਹਿਨਦੇ ਹੋ। ਕਈ ਵਾਰ ਤਾਂ ਮਾਂ ਪਿਓ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਗੁੱਸਾ ਕਰਦੇ ਨੇ ਕਿ ਕਿੰਨੀ ਵਾਰੀ ਇਸ ਨੂੰ ਪਹਿਨੋਗੇ, ਹੁਣੇ 2 ਦਿਨ ਪਹਿਲੇ ਤੇ ਪਹਿਨਿਆ ਸੀ। ਪਸੰਦ ਨਾ ਪਸੰਦ ਮਨੁੱਖ ਦਾ ਸੁਭਾਅ ਹੈ ਅਤੇ ਕਦੀ-ਕਦੀ ਪਸੰਦ ਦੇ ਨਾਲ ਲਗਾਵ ਵੀ ਹੋ ਜਾਂਦਾ ਹੈ। ਹੁਣ ਇਸ ਵਿੱਚ ਡਰ ਦੀ ਦੁਵਿਧਾ ਕੀ ਹੈ? ਕੀ ਗੱਲ ਹੈ ਕਿ ਸਾਨੂੰ ਡਰਨਾ ਚਾਹੀਦਾ ਹੈ? ਦਰਅਸਲ ਹੁੰਦਾ ਕੀ ਹੈ, ਜਦ ਤੁਹਾਨੂੰ ਕੁਝ ਚੀਜ਼ਾਂ ਜ਼ਿਆਦਾ ਅੱਛੀ ਲੱਗਣ ਲੱਗਦੀਆਂ ਨੇ ਤਾਂ ਉਹਨਾਂ ਨਾਲ ਤੁਸੀਂ ਬਹੁਤ ਕੰਫਰਟ ਹੋ ਜਾਂਦੇ ਹੋ, ਬਹੁਤ ਕੰਫਰਟੇਬਲ ਲੱਗਦਾ ਹੈ, ਸਹਿਜ ਹੋ ਜਾਂਦੇ ਹੋ। ਲੇਕਿਨ ਜਿਨ੍ਹਾਂ ਚੀਜ਼ਾਂ ਦੇ ਨਾਲ ਤੁਸੀਂ ਸਹਿਜ ਨਹੀਂ ਹੁੰਦੇ, ਉਹਨਾਂ ਦੇ ਤਣਾਅ ਵਿੱਚ ਤੁਹਾਡੀ 80% ਐਨਰਜੀ ਤੁਸੀਂ ਉਸੇ ਵਿੱਚ ਲਗਾ ਦਿੰਦੇ ਹੋ। ਅਤੇ ਇਸ ਲਈ ਸਟੂਡੈਂਟਸ ਨੂੰ ਮੈਂ ਇਹੀ ਕਹਾਂਗਾ ਕਿ ਤੁਹਾਨੂੰ ਆਪਣੀ ਐਨਰਜੀ ਨੂੰ ਇਕੁਅਲੀ ਡਿਸਟ੍ਰੀਬਿਊਟ ਕਰਨਾ ਚਾਹੀਦਾ ਹੈ, ਸਾਰੇ ਵਿਸ਼ਿਆਂ ਵਿੱਚ ਬਰਾਬਰ। ਤੁਹਾਡੇ ਕੋਲ ਪੜ੍ਹਾਈ ਦੇ ਲਈ 2 ਘੰਟੇ ਹਨ ਤਾਂ ਉਨ ਘੰਟਿਆਂ ਵਿੱਚ ਹਰ ਸਬਜੈਕਟਸ ਨੂੰ ਸਮਾਨ ਭਾਵ ਨਾਲ ਪੜ੍ਹੋ। ਆਪਣੇ ਵਕਤ ਨੂੰ ਇਕੁਅਲ ਡਿਸਟ੍ਰੀਬਿਊਟ ਕਰੋ। ਸਾਥੀਓ, ਤੁਸੀਂ ਵੇਖਿਆ ਹੋਵੇਗਾ ਟੀਚਰਸ, ਮਾਂ-ਪਿਓ ਸਾਨੂੰ ਸਿਖਾਉਂਦੇ ਨੇ ਕਿ ਜੋ ਸਰਲ ਹੈ ਉਹ ਪਹਿਲੇ ਕਰੋ। ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਅਤੇ ਐਗਜ਼ਾਮ ਵਿੱਚ ਤੇ ਖਾਸ ਤੌਰ ਤੇ ਵਾਰੀ-ਵਾਰੀ ਕਿਹਾ ਜਾਂਦਾ ਹੈ ਕਿ ਜੋ ਸਰਲ ਹੈ ਉਸ ਨੂੰ ਪਹਿਲੇ ਕਰੋ ਭਾਈ। ਜਦੋਂ ਟਾਈਮ ਬਚੇਗਾ ਤਾਂ ਜਿਹੜਾ ਮੁਸ਼ਕਿਲ ਹੈ ਉਸ ਨੂੰ ਹੱਥ ਲਗਾਉਣਾ। ਲੇਕਿਨ ਪੜ੍ਹਾਈ ਨੂੰ ਲੈ ਕੇ ਮੈਂ ਸਮਝਦਾ ਵਾਂ ਇਹ ਸਲਾਹ ਜ਼ਰੂਰੀ ਨਹੀਂ ਹੈ, ਫਾਇਦੇਮੰਦ ਵੀ ਨਹੀਂ ਹੈ। ਮੈਂ ਜ਼ਰਾ ਇਸ ਚੀਜ਼ ਨੂੰ ਅਲੱਗ ਨਜ਼ਰੀਏ ਨਾਲ ਵੇਖਦਾ ਵਾਂ। ਮੈਂ ਕਹਿੰਦਾ ਹਾਂ ਕਿ ਜਦੋਂ ਪੜ੍ਹਾਈ ਦੀ ਗੱਲ ਹੋਵੇ ਤਾਂ ਜਿਹੜਾ ਮੁਸ਼ਕਿਲ ਹੈ ਉਸ ਨੂੰ ਪਹਿਲੇ ਕਰੋ। ਤੁਹਾਡਾ ਮਾਈਂਡ ਫਰੈਸ਼ ਹੈ, ਤੁਸੀਂ ਖੁਦ ਫਰੈਸ਼ ਹੋ, ਉਸ ਨੂੰ ਅਟੈਂਡ ਕਰਨ ਦਾ ਪ੍ਰਯਾਸ ਕਰੋ। ਜਦੋਂ ਮੁਸ਼ਕਿਲ ਨੂੰ ਅਟੈਂਡ ਕਰੋਗੇ ਤਾਂ ਸਰਲ ਤਾਂ ਹੋਰ ਵੀ ਆਸਾਨ ਹੋ ਜਾਏਗਾ। ਮੈਂ ਆਪਣਾ ਤਜਰਬਾ ਦੱਸਦਾ ਵਾਂ। ਜਦੋਂ ਮੈਂ ਮੁੱਖ ਮੰਤਰੀ ਸੀ, ਜਦ ਪ੍ਰਧਾਨ ਮੰਤਰੀ ਬਣਿਆ ਤਾਂ ਮੈਨੂੰ ਵੀ ਬਹੁਤ ਕੁਝ ਪੜ੍ਹਨਾ ਪੈਂਦਾ ਹੈ, ਬਹੁਤ ਕੁਝ ਸਿੱਖਣਾ ਪੈਂਦਾ ਹੈ, ਬਹੁਤਾਂ ਤੋਂ ਸਿੱਖਣਾ ਪੈਂਦਾ ਹੈ, ਚੀਜ਼ਾਂ ਨੂੰ ਸਮਝਣਾ ਪੈਂਦਾ ਹੈ। ਤਾਂ ਮੈਂ ਕੀ ਕਰਦਾ ਸੀ, ਜਿਹੜੀਆਂ ਮੁਸ਼ਕਿਲ ਗੱਲਾਂ ਹੁੰਦੀਆਂ ਸਨ, ਜਿਨ੍ਹਾਂ ਦੇ ਨਤੀਜੇ ਥੋੜੇ ਗੰਭੀਰ ਹੁੰਦੇ ਹਨ, ਮੈਂ ਆਪਣੀ ਸਵੇਰ ਦੀ ਸ਼ੁਰੂਆਤ ਕਰਦਾ ਹਾਂ ਤੇ ਮੁਸ਼ਕਿਲ ਚੀਜ਼ਾਂ ਨਾਲ ਸ਼ੁਰੂ ਕਰਨਾ ਪਸੰਦ ਕਰਦਾ ਹਾਂ।
ਮੁਸ਼ਕਿਲ ਤੋਂ ਮੁਸ਼ਕਿਲ ਚੀਜ਼ਾਂ ਮੇਰੇ ਅਫਸਰ ਮੇਰੇ ਸਾਹਮਣੇ ਲੈ ਕੇ ਆਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਉਹ ਮੇਰਾ ਇੱਕ ਅਲੱਗ ਮੂਡ ਹੁੰਦਾ ਹੈ। ਮੈਂ ਚੀਜ਼ਾਂ ਨੂੰ ਬਿਲਕੁਲ ਤੇਜ਼ੀ ਨਾਲ ਸਮਝ ਲੈਂਦਾ ਹਾਂ, ਫੈਸਲੇ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧਦਾ ਹਾਂ। ਮੈਂ ਆਪਣਾ ਇੱਕ ਨਿਯਮ ਬਣਾਇਆ, ਕੋਸ਼ਿਸ਼ ਕੀਤੀ ਹੈ, ਅਤੇ ਜਿਹੜੇ ਆਸਾਨ ਚੀਜ਼ਾਂ ਹਨ, ਦਿਨ ਭਰ ਦੀ ਥਕਾਨ ਦੇ ਬਾਅਦ ਰਾਤ ਨੂੰ ਦੇਰ ਹੋ ਜਾਂਦੀ ਹੈ ਤਾਂ ਚਲੋ ਭਾਈ, ਹੁਣ ਉਹਨਾਂ ਵਿੱਚ ਜ਼ਿਆਦਾ ਦਿਮਾਗ ਖਪਾਉਣ ਦੀ ਜ਼ਰੂਰਤ ਨਹੀਂ ਹੈ। ਉਹ ਕੋਈ ਗਲਤੀ ਹੋਣ ਦੀ ਵਜ੍ਹਾ ਨਹੀਂ ਹੈ। ਉਹਨਾਂ ਚੀਜ਼ਾਂ ਨੂੰ ਫਿਰ ਰਾਤ ਵਿੱਚ ਖਿੱਚ ਲੈਂਦਾ ਵਾਂ, ਲੇਕਿਨ ਸਵੇਰੇ ਜਦੋਂ ਉੱਠਦਾ ਹਾਂ ਤਾਂ ਫਿਰ ਮੁਸ਼ਕਿਲ ਨਾਲ ਹੀ ਮੁਕਾਬਲਾ ਕਰਨ ਵਾਸਤੇ ਨਿਕਲ ਪੈਂਦਾ ਵਾਂ। ਦੋਸਤੋ, ਇੱਕ ਹੋਰ ਗੱਲ ਸਾਨੂੰ ਆਪਣੇ ਆਪ ਤੋਂ ਸਿੱਖਣੀ ਚਾਹੀਦੀ ਹੈ। ਤੁਸੀਂ ਵੇਖੋ, ਜਿਹੜੇ ਲੋਕੀ ਜ਼ਿੰਦਗੀ ਵਿੱਚ ਬਹੁਤ ਸਫਲ ਨੇ, ਉਹ ਹਰ ਵਿਸ਼ੇ ਵਿੱਚ ਪਾਰੰਗਤ ਨਹੀਂ ਹੁੰਦੇ, ਲੇਕਿਨ ਕਿਸੇ ਇੱਕ ਵਿਸ਼ੇ ਤੇ, ਕਿਸੇ ਇੱਕ ਸਬਜੈਕਟ ਤੇ ਉਹਨਾਂ ਦੀ ਪਕੜ ਜ਼ਬਰਦਸਤ ਹੁੰਦੀ ਹੈ। ਲਤਾ ਮੰਗੇਸ਼ਕਰ ਜੀ ਦਾ ਪੂਰੀ ਦੁਨੀਆ ਵਿੱਚ ਨਾਂ ਹੈ, ਹਿੰਦੁਸਤਾਨ ਦੀ ਹਰ ਜ਼ੁਬਾਨ ਤੇ ਨਾਂ ਹੈ, ਲੇਕਿਨ ਕੋਈ ਜਾ ਕੇ ਉਹਨਾਂ ਨੂੰ ਕਹਿ ਦੇਵੇ ਕਿ ਅੱਜ ਸਾਡੀ ਕਲਾਸ ਵਿੱਚ ਆਓ ਅਤੇ ਜੀਓਗ੍ਰਾਫੀ ਪੜ੍ਹਾਓ, ਤਾਂ ਹੋ ਸਕਦਾ ਹੈ ਉਹ ਨਾ ਵੀ ਪੜ੍ਹਾ ਵੀ ਪਾਏ। ਮੈਂ ਨਹੀਂ ਜਾਣਦਾ ਹਾਂ ਕਿ ਉਹ ਪੜ੍ਹਾ ਪਾਏ, ਲੇਕਿਨ ਲਤਾ ਜੀ ਦੀ ਮਹਾਰਤ ਜੀਓਗ੍ਰਾਫੀ ਵਿੱਚ ਸ਼ਾਇਦ ਨਾ ਵੀ ਹੋਵੇ, ਲੇਕਿਨ ਸੰਗੀਤ ਦੀ ਦੁਨੀਆ ਵਿੱਚ ਉਹਨਾਂ ਨੇ ਜੋ ਕੁਝ ਕੀਤਾ ਹੈ, ਇੱਕ ਵਿਸ਼ੇ ਤੇ ਜਿਸ ਤਰ੍ਹਾਂ ਆਪਣਾ ਜੀਵਨ ਖਪਾ ਦਿੱਤਾ ਹੈ, ਅੱਜ ਉਹ ਹਰੇਕ ਲਈ ਪ੍ਰੇਰਣਾ ਦਾ ਕਾਰਨ ਬਣ ਗਈ ਹੈ। ਅਤੇ ਇਸੇ ਲਈ ਤੁਹਾਨੂੰ ਭਲੇ ਕੁਝ ਸਬਜੈਕਟਸ ਮੁਸ਼ਕਿਲ ਲੱਗਦੇ ਹੋਣ, ਇਹ ਕੋਈ ਤੁਹਾਡੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਹੈ। ਤੁਸੀਂ ਬਸ ਇਹ ਧਿਆਨ ਰੱਖੋ ਕਿ ਮੁਸ਼ਕਿਲ ਲੱਗਣ ਵਾਲੇ ਸਬਜੈਕਟ ਦੀ ਪੜ੍ਹਾਈ ਤੋਂ ਖੁਦ ਨੂੰ ਦੂਰ ਨਾ ਕਰੋ, ਉਸ ਤੋਂ ਭੱਜੋ ਨਾ। ਉਹੀ ਟੀਚਰਸ ਲਈ ਮੇਰੀ ਸਲਾਹ ਇਹ ਹੈ, ਉਹ ਵਿਦਿਆਰਥੀਆਂ ਨੂੰ, ਉਹਨਾਂ ਨੂੰ ਟਾਈਮ ਮੈਨੇਜਮੈਂਟ ਦੇ ਸੰਬੰਧ ਵਿੱਚ, ਉਹਨਾਂ ਦੇ ਤੌਰ ਤਰੀਕਿਆਂ ਦੇ ਸੰਬੰਧ ਵਿੱਚ ਸਿਲੇਬਸ ਤੋਂ ਬਾਹਰ ਜਾ ਕੇ ਵੀ ਕਦੇ ਉਹਨਾਂ ਨਾਲ ਗੱਲਾਂ ਕਰਨ, ਉਹਨਾਂ ਨਾਲ ਚਰਚਾ ਕਰਨ, ਉਹਨਾਂ ਨੂੰ ਗਾਈਡ ਕਰਨ। ਵਿਦਿਆਰਥੀਆਂ ਨੂੰ ਟੋਕਣ ਦੀ ਬਜਾਏ ਉਹਨਾਂ ਨੂੰ ਗਾਈਡ ਕਰੋ। ਟੋਕਣਾ ਰੋਕਣਾ, ਉਸ ਦਾ ਅਸਰ ਮਨ ਤੇ ਹੋਰ ਜ਼ਿਆਦਾ ਨੈਗੇਟਿਵ ਫੈਲਦਾ ਹੈ। ਹੱਲਾਸ਼ੇਰੀ ਕਰਨ ਤੋਂ ਉਹ ਕਨਸੈਂਟਰੇਟਿਡ ਤਾਕਤ ਵਿੱਚ ਕਨਵਰਟ ਹੋ ਜਾਂਦਾ ਹੈ। ਕੁਝ ਗੱਲਾਂ ਕਲਾਸ ਵਿੱਚ ਸਾਰਵਜਨਿਕ ਤੌਰ ਤੇ ਜ਼ਰੂਰ ਕਹੋ ਤਾਂ ਕਿ ਸਭ ਦਾ ਪ੍ਰਬੋਧਨ ਹੋਵੇ, ਲੇਕਿਨ ਬਹੁਤ ਸੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਦੋਂ ਕਿਸੇ ਇੱਕ ਬੱਚੇ ਨੂੰ ਬੁਲਾ ਕਰਕੇ ਚਲਦੇ ਥੋੜਾ ਸਰ ਤੇ ਹੱਥ ਰੱਖ ਕੇ ਬਹੁਤ ਹੀ ਪਿਆਰ ਸੇ ਕਹੋ ਕਿ ਦੇਖੋ ਬੇਟੇ, ਦੇਖੋ ਭਰਾਵਾ, ਤੁਸੀਂ ਇੰਨਾ ਵਧੀਆ ਕਰਦੇ ਹੋ, ਜ਼ਰਾ ਇਸ ਨੂੰ ਵੇਖੋ, ਇਹਨੂੰ ਜ਼ਰਾ ਥੋੜਾ ਜਿਹਾ ਇਵੇਂ ਕਰ ਲਓ। ਵੇਖੋ, ਤੁਹਾਡੇ ਵਿੱਚ ਬਹੁਤ ਵੱਡੀ ਤਾਕਤ ਹੈ, ਤੁਸੀਂ ਵੇਖੋਗੇ ਇਹ ਬਹੁਤ ਕੰਮ ਆਏਗਾ। ਇੱਕ ਕੰਮ ਕਰੋ, ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਦੀ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਲੱਗਦੀਆਂ ਸਨ ਅਤੇ ਅੱਜ ਤੁਸੀਂ ਬੜੀ ਸਹਿਜਤਾ ਨਾਲ ਕਰ ਪਾ ਰਹੇ ਹੋ। ਇਹੋ ਜਿਹੇ ਕੁਝ ਕੰਮਾਂ ਦੀ ਲਿਸਟ ਬਣਾਓ। ਜਿਸ ਤਰ੍ਹਾਂ ਸਾਈਕਲ ਚਲਾਉਣਾ ਕਦੇ ਤੁਹਾਨੂੰ ਮੁਸ਼ਕਿਲ ਲੱਗਿਆ ਹੋਵੇਗਾ, ਲੇਕਿਨ ਹੁਣ ਉਹੀ ਕੰਮ ਬਹੁਤ ਸਰਲਤਾ ਨਾਲ ਕਰ ਲੈਂਦੇ ਹੋ। ਕਦੀ ਤੈਰਨ ਦੀ ਗੱਲ ਆਈ ਹੋਏਗੀ, ਬਹੁਤ ਡਰ ਲੱਗਿਆ ਹੋਵੇਗਾ, ਉਤਰਨ ਨਾਲ ਵੀ ਡਰ ਲੱਗਿਆ ਹੋਵੇਗਾ, ਲੇਕਿਨ ਅੱਜ ਤੁਸੀਂ ਚੰਗੀ ਤਰ੍ਹਾਂ ਤੈਰਨਾ ਸਿੱਖ ਗਏ ਹੋਣੇ। ਜਿਹੜਾ ਮੁਸ਼ਕਿਲ ਸੀ ਉਸ ਨੂੰ ਤੁਸੀਂ ਕਨਵਰਟ ਕਰ ਦਿੱਤਾ। ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਸੈਂਕੜਾਂ ਚੀਜ਼ਾਂ ਹੋਣਗੀਆਂ। ਜੇਕਰ ਤੁਸੀਂ ਇਹ ਯਾਦ ਕਰਕੇ ਜ਼ਰਾ ਕਿਸੇ ਕਾਗਜ਼ ਤੇ ਲਿਖ ਲਓਗੇ ਤਾਂ ਕਦੇ ਤੁਹਾਨੂੰ ਕਿਸੇ ਨੂੰ ਵੀ, ਮੇਰੇ ਨਾਲ ਵੀ, ਮੁਸ਼ਕਿਲ ਵਾਲਾ ਸਵਾਲ ਪੁੱਛਣਾ ਹੀ ਨਹੀਂ ਪਏ, ਕਿਉਂਕਿ ਕਦੇ ਕੋਈ ਚੀਜ਼ ਤੁਹਾਨੂੰ ਮੁਸ਼ਕਿਲ ਲੱਗੇਗੀ ਹੀ ਨਹੀਂ। ਮੇਰੇ ਤੇ ਭਰੋਸਾ ਕਰੋ ਦੋਸਤੋ, ਇੱਕ ਵਾਰੀ ਕਰਕੇ ਵੇਖੋ। ਆਨਰੇਬਲ ਪ੍ਰਧਾਨ ਮੰਤਰੀ ਜੀ, ਵਣਕਮ। ਮੈਂ ਨੀਲ ਅਨੰਤ, ਮੈਂ 12ਵੀਂ ਕਲਾਸ 'ਚ ਪੜ੍ਹਦਾ ਹਾਂ, ਸ਼੍ਰੀ ਅਬਰਾਹਮ ਕਿੰਗਡਮ ਵਿਵੇਕਾਨੰਦ ਮੈਟ੍ਰਿਕ ਕੰਨਿਆ ਕੁਮਾਰੀ 'ਚ। ਡੀਅਰ ਸਰ, ਇਸ ਆਪਦਾ ਦੇ ਟਾਈਮ 'ਚ ਜਿੱਥੇ ਸਭ ਕੁਝ ਆਨਲਾਈਨ ਹੋਇਆ ਹੈ, ਸਾਨੂੰ ਪਹਿਲਾਂ ਨਾਲੋਂ ਵੱਧ ਟਾਈਮ ਖਾਲੀ ਮਿਲ ਰਿਹਾ ਹੈ। ਤਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਇਸ ਖਾਲੀ ਟਾਈਮ ਨੂੰ ਕਿੱਦਾਂ ਕੰਮ ਚਲਾਈਏ। ਮੈਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਵਣਕਮ। ਮੰਮੀ ਪਾਪਾ ਨੂੰ ਪਤਾ ਚੱਲੇਗਾ ਨਾ ਕਿ ਤੁਸੀਂ ਪ੍ਰੀਖਿਆ ਦੇ ਸਮੇਂ ਵਿੱਚ ਖਾਲੀ ਵਕਤ ਦੀ ਗੱਲ ਕਰ ਰਹੇ ਹੋ,
ਤਾਂ ਫਿਰ ਵੇਖੋ ਕੀ ਹੁੰਦਾ ਹੈ। ਖੈਰ, ਮੈਨੂੰ ਇਹ ਸਵਾਲ ਬਹੁਤ ਚੰਗਾ ਲੱਗਾ ਕਿ ਤੁਸੀਂ ਐਗਜ਼ਾਮ ਦੇ ਵਕਤ ਵੀ ਖਾਲੀ ਵਕਤ ਤੇ ਧਿਆਨ ਦੇ ਰਹੇ ਹੋ, ਖਾਲੀ ਵਕਤ ਤੇ ਚਰਚਾ ਕਰ ਰਹੇ ਹੋ। ਵੇਖੋ ਦੋਸਤੋ, ਖਾਲੀ ਵਕਤ, ਇਸ ਨੂੰ ਖਾਲੀ ਨਾ ਸਮਝੋ। ਇਹ ਖਜ਼ਾਨਾ ਹੈ, ਖਜ਼ਾਨਾ। ਖਾਲੀ ਵਕਤ ਇੱਕ ਸੁਭਾਗਿਆ ਹੈ। ਖਾਲੀ ਵਕਤ ਇੱਕ ਅਵਸਰ ਹੈ। ਤੁਹਾਡੀ ਦਿਨਚਰਿਆ ਵਿੱਚ ਖਾਲੀ ਵਕਤ ਦੇ ਪਲ ਹੋਣੇ ਹੀ ਚਾਹੀਦੇ ਨੇ, ਵਰਨਾ ਤੇ ਜ਼ਿੰਦਗੀ ਰੋਬੋਟ ਵਰਗੀ ਹੋ ਜਾਂਦੀ ਹੈ। ਦਰਅਸਲ ਖਾਲੀ ਵਕਤ ਦੋ ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਜਿਹੜਾ ਤੁਹਾਨੂੰ ਸਵੇਰੇ ਤੋਂ ਹੀ ਪਤਾ ਹੈ ਕਿ ਅੱਜ ਤੁਸੀਂ 3 ਤੋਂ 4 ਵਜੇ ਤੱਕ ਫ੍ਰੀ ਹੋ, ਜਾਂ ਆਉਣ ਵਾਲੇ ਰਵੀਵਾਰ ਨੂੰ ਤੁਸੀਂ ਅੱਧਾ ਦਿਨ ਫ੍ਰੀ ਹੋ, ਜਾਂ 4 ਤਰੀਕ ਨੂੰ ਛੁੱਟੀ ਹੈ, ਤੁਸੀਂ ਦੁਪਹਿਰ ਤੱਕ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ, ਤੁਹਾਨੂੰ ਪਤਾ ਹੈ। ਲੇਕਿਨ ਦੂਜਾ ਉਹ ਜਿਸ ਦਾ ਪਤਾ ਤੁਹਾਨੂੰ ਲਾਸਟ ਮੋਮੈਂਟ ਵਿੱਚ ਚੱਲਦਾ ਹੈ। ਜੇਕਰ ਤੁਹਾਨੂੰ ਪਹਿਲੇ ਤੋਂ ਹੀ ਪਤਾ ਹੈ ਕਿ ਮੇਰੇ ਕੋਲ ਖਾਲੀ ਵਕਤ ਹੈ, ਤਾਂ ਤੁਸੀਂ ਆਪਣੇ ਪੇਰੈਂਟਸ ਜਾਂ ਆਪਣੇ ਭੈਣ ਭਰਾ ਨੂੰ ਕਹਿ ਸਕਦੇ ਹੋ ਕਿ ਮੈਂ ਤੁਹਾਡੀ ਹੈਲਪ ਕਰਾਂਗਾ। ਤੁਹਾਨੂੰ ਕੀ ਕੰਮ ਕਰਨਾ ਹੈ, ਤੁਸੀਂ ਕੀ ਕਰ ਰਹੇ ਹੋ, ਮੈਂ ਕੀ ਹੈਲਪ ਕਰ ਸਕਦਾ ਵਾਂ। ਦੂਜਾ, ਤੁਸੀਂ ਸੋਚੋ ਉਹ ਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ। ਥੋੜਾ ਭਾਰੀ ਭਰਕਮ ਸ਼ਬਦ ਹੈ, ਸਵਾਂਤੈ ਸੁਖਾਇ, ਜਿਸ ਵਿੱਚੋਂ ਤੁਹਾਨੂੰ ਸੁੱਖ ਮਿਲਦਾ ਹੈ, ਤੁਹਾਨੂੰ ਆਨੰਦ ਮਿਲਦਾ ਹੈ, ਤੁਹਾਡੇ ਮਨ ਨੂੰ ਬਹਿਲਾਂਦੀ ਹੈ। ਤੁਸੀਂ ਇਹੋ ਜਿਹਾ ਵੀ ਕੁਝ ਕਰ ਸਕਦੇ ਹੋ। ਹੁਣ ਤੁਸੀਂ ਮੈਨੂੰ ਪੁੱਛਿਆ ਹੈ ਤਾਂ ਮੈਂ ਵੀ ਸੋਚਦਾ ਹਾਂ ਕਿ ਮੈਂ ਕੀ ਕਰਨਾ ਪਸੰਦ ਕਰਦਾ ਹਾਂ। ਮੈਂ ਆਪਣੀ ਦਿਨਚਰਿਆ ਵਿੱਚ ਆਬਜ਼ਰਵ ਕੀਤਾ ਹੈ ਕਿ ਜੇਕਰ ਮੈਨੂੰ ਥੋੜਾ ਜਿਹਾ ਵੀ ਖਾਲੀ ਵਕਤ ਮਿਲ ਜਾਏ, ਹੋਰ ਜੇਕਰ ਝੂਲਾ ਹੈ, ਤਾਂ ਮੇਰਾ ਮਨ ਕਰਦਾ ਹੈ ਕੁਝ ਪਲ ਮੈਂ ਝੂਲੇ ਤੇ ਜ਼ਰੂਰ ਬੈਠਾਂ। ਬਹੁਤ ਥਕਾਨ ਹੈ ਅਤੇ 5 ਮਿੰਟ ਦਾ ਵੀ ਵਕਤ ਮਿਲ ਗਿਆ, ਜਾਂ ਫਿਰ ਮੈਂ ਕੋਈ ਕੰਮ ਵੀ ਕਰ ਰਿਹਾ ਹਾਂ, ਤਾਂ ਆਪਣੇ ਖਾਲੀ ਵਕਤ ਵਿੱਚ ਝੂਲੇ ਤੇ ਬਹਿ ਕੇ, ਪਤਾ ਨਹੀਂ ਕੀ ਵਜ੍ਹਾ ਹੈ, ਲੇਕਿਨ ਮੇਰਾ ਮਨ ਖੁਸ਼ ਹੋ ਜਾਂਦਾ ਹੈ। ਜਦੋਂ ਤੁਸੀਂ ਖਾਲੀ ਵਕਤ ਅਰਨ ਕਰਦੇ ਹੋ ਤਾਂ ਤੁਹਾਨੂੰ ਉਸ ਦੀ ਸਭ ਤੋਂ ਜ਼ਿਆਦਾ ਵੈਲਿਊ ਪਤਾ ਚੱਲਦੀ ਹੈ। ਇਸ ਲਈ ਤੁਹਾਡੀ ਲਾਈਫ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਖਾਲੀ ਵਕਤ ਅਰਨ ਕਰੋ ਤਾਂ ਉਹ ਤੁਹਾਨੂੰ ਅਸੀਮ ਆਨੰਦ ਦੇਵੇ। ਇੱਥੇ ਇਹ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਖਾਲੀ ਵਕਤ ਵਿੱਚ ਕਿਹਨਾਂ ਚੀਜ਼ਾਂ ਨਾਲ ਬਚਣਾ ਚਾਹੀਦਾ ਹੈ, ਨਹੀਂ ਤਾਂ ਉਹੀ ਚੀਜ਼ ਸਾਰਾ ਸਮਾਂ ਖਾ ਜਾਏਗੀ, ਪਤਾ ਵੀ ਨਹੀਂ ਚੱਲੇਗਾ, ਅਤੇ ਅਖੀਰ ਵਿੱਚ ਰਿਲੈਕਸ ਹੋਣ ਦੇ ਬਜਾਏ ਤੁਸੀਂ ਤੰਗ ਹੋ ਜਾਓਗੇ, ਥਕਾਨ ਮਹਿਸੂਸ ਕਰਨ ਲੱਗੋਗੇ। ਇੱਕ ਪਾਸੇ ਮੈਨੂੰ ਲੱਗਦਾ ਹੈ ਖਾਲੀ ਵਕਤ ਵਿੱਚ ਅਸੀਂ ਆਪਣੀ ਕਿਉਰਿਓਸਿਟੀ, ਜਿਗਿਆਸਾ ਵਧਾਉਣ ਦੇ ਪਾਸੇ ਇਹੋ ਜਿਹੇ ਕੌਣ-ਸੀਆਂ ਚੀਜ਼ਾਂ ਅਸੀਂ ਕਰ ਸਕਨੇ ਹਾਂ ਜਿਹੜੀਆਂ ਸ਼ਾਇਦ ਬਹੁਤ ਪ੍ਰੋਡਕਟਿਵ ਹੋ ਜਾਣਗੀਆਂ। ਤੁਹਾਡੇ ਮਾਂ ਜਾਂ ਪਿਓ ਜੇਕਰ ਖਾਣਾ ਬਣਾ ਰਹੇ ਨੇ, ਉਹਨਾਂ ਨੂੰ ਓਬਜ਼ਰਵ ਕਰੋ, ਨਵੀਆਂ ਚੀਜ਼ਾਂ ਵਿੱਚ ਅੰਦਰ ਜਾਣ ਦਾ, ਕੁਝ ਨਵਾਂ ਜਾਣਨ ਦਾ। ਇਸ ਦਾ ਇੰਪੈਕਟ ਸਿੱਧਾ ਵਿਖਾਈ ਨਹੀਂ ਦਿੰਦਾ ਹੈ, ਪਰ ਜ਼ਿੰਦਗੀ ਵਿੱਚ ਇਸ ਦਾ ਬਹੁਤ ਵੱਡਾ ਗਹਿਰਾ ਅਸਰ ਹੁੰਦਾ ਹੈ। ਫ੍ਰੀ ਟਾਈਮ ਦਾ ਇੱਕ ਹੋਰ ਬੈਸਟ ਯੂਜ਼ ਹੋ ਸਕਦਾ ਹੈ ਕਿ ਤੁਸੀਂ ਕੁਝ ਹੀ ਗਤੀਵਿਧੀਆਂ ਨਾਲ ਆਪਣੇ ਆਪ ਨੂੰ ਜੋੜੋ, ਜਿਸ ਵਿੱਚ ਤੁਸੀਂ ਐਕਸਪ੍ਰੈਸ ਕਰ ਪਾਓ, ਆਪਣੀ ਯੂਨਿਕਨੈਸ ਨੂੰ ਬਾਹਰ ਲੈ ਆ ਸਕੋ, ਜਿਸ ਵਿੱਚ ਤੁਸੀਂ ਆਪਣੀ ਇੰਡੀਵਿਜੂਅਲਿਟੀ ਨਾਲ ਜੁੜ ਸਕੋ। ਇਸ ਤਰ੍ਹਾਂ ਦਾ ਕਰਨ ਦੇ ਬਹੁਤ ਤਰੀਕੇ ਨੇ, ਅਤੇ ਤੁਸੀਂ ਵੀ ਇਹੋ ਜਿਹੇ ਬਹੁਤ ਸਾਰੇ ਤਰੀਕੇ ਜਾਣਦੇ ਹੋ। ਸਪੋਰਟਸ ਹੈ, ਮਿਊਜ਼ਿਕ ਹੈ, ਰਾਈਟਿੰਗ ਹੈ, ਪੇਂਟਿੰਗ ਹੈ, ਸਟੋਰੀ ਰਾਈਟਿੰਗ ਹੈ, ਤੁਸੀਂ ਬਹੁਤ ਕੁਝ ਕਰ ਸਕਦੇ ਹੋ।
ਆਪਣੇ ਥਾਟਸ ਨੂੰ, ਇਮੋਸ਼ਨਸ ਨੂੰ ਐਕਸਪ੍ਰੈਸ ਕਰਨ ਦਾ ਇੱਕ ਕ੍ਰੀਏਟਿਵ ਤਰੀਕਾ ਦਿਓ, ਅਵਸਰ ਦਿਓ। ਨੌਲੇਜ ਦਾ ਦਾਇਰਾ ਕਈ ਵਾਰੀ ਉੱਥੇ ਤੱਕ ਹੀ ਸੀਮਿਤ ਹੁੰਦਾ ਹੈ ਜਿਹੜਾ ਤੁਹਾਨੂੰ ਉਪਲਬਧ ਹੈ, ਜਿਹੜਾ ਤੁਹਾਡੇ ਆਲੇ ਦੁਆਲੇ ਹੈ। ਲੇਕਿਨ ਕ੍ਰੀਏਟੀਵਿਟੀ ਦਾ ਦਾਇਰਾ ਨੌਲੇਜ ਤੋਂ ਵੀ ਬਹੁਤ ਦੂਰ ਤੱਕ ਤੁਹਾਨੂੰ ਲੈ ਜਾਂਦਾ ਹੈ, ਬਹੁਤ ਵਿਸਤਾਰ ਦੇ ਫਲਕ ਤੇ ਲੈ ਜਾਂਦਾ ਹੈ। ਕ੍ਰੀਏਟੀਵਿਟੀ ਤੁਹਾਨੂੰ ਉਸ ਖੇਤਰ ਵਿੱਚ ਲੈ ਜਾ ਸਕਦੀ ਹੈ ਜਿੱਥੇ ਪਹਿਲੇ ਕਦੇ ਕੋਈ ਵੀ ਨਹੀਂ ਪਹੁੰਚਿਆ ਹੋਵੇ, ਜੋ ਨਵਾਂ ਹੋਏ। ਸਾਡੇ ਇੱਥੇ ਕਿਹਾ ਜਾਂਦਾ ਹੈ, ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਇਹ ਕ੍ਰੀਏਟੀਵਿਟੀ ਦੀ ਤਾਂ ਗੱਲ ਹੈ। दवाई भी कड़ाई भी का मंत्र लिए वैक्सीनेशन की चल रही है लहर, गांव गांव शहर शहर। लेकिन जब इतना किया है सब्र तो थोड़े और समय रखें कोरोना पर कड़ी नजर। ना छोड़ें 2 गज दूरी, सैनिटाइजेशन और मास्क की सावधान डगर। रहें इस खतरे से सचेत हर प्रहर। कोरोना को हराना है तो मास्क जरूर लगाना है। मास्क अप इंडिया। मास्क अप इंडिया। ਕੋਵਿਡ-19 ਦਾ ਟੀਕਾ ਸੁਰੱਖਿਅਤ ਅਤੇ ਅਸਰਦਾਰ ਹੈ। ਵਾਰੀ ਆਉਣ ਤੇ ਹਰ ਇੱਕ ਨਾਗਰਿਕ ਨੂੰ ਟੀਕਾ ਲਗਾਇਆ ਜਾਵੇਗਾ। ਕੋਵਿਡ-19 ਦੇ ਟੀਕੇ ਬਾਰੇ ਅਫਵਾਹਾਂ ਤੇ ਧਿਆਨ ਨਾ ਦਿਵੋ। ਕੋਵਿਡ-19 ਦਾ ਪਹਿਲਾ ਟੀਕਾ ਲਗਾਉਣ ਤੋਂ 28 ਦਿਨ ਬਾਅਦ ਦੂਸਰਾ ਕੋਵਿਡ-19 ਟੀਕਾ ਲਗਾਇਆ ਜਾਵੇਗਾ। ਜੇਕਰ ਤੁਹਾਡੀ ਸਿਹਤ ਕਿਸੇ ਕਾਰਨ ਖਰਾਬ ਹੈ ਤਾਂ ਸਿਹਤ ਠੀਕ ਹੋਣ ਤੱਕ ਕੋਵਿਡ-19 ਦਾ ਟੀਕਾ ਲਗਵਾਉਣ ਲਈ ਇੰਤਜ਼ਾਰ ਕਰੋ। ਕੋਵਿਡ-19 ਖਿਲਾਫ ਉਚਿਤ ਵਿਵਹਾਰ ਪਾਰਕਾਂ ਵਿੱਚ। ਹਰ ਸਮੇਂ ਦੁਬਾਰਾ ਇਸਤੇਮਾਲ ਕਰਨ ਯੋਗ ਮੂੰਹ ਢੱਕਣ ਵਾਲਾ ਕੱਪੜਾ ਮਾਸਕ ਪਹਿਨ ਕੇ ਰੱਖੋ। ਦੂਸਰਿਆਂ ਨੂੰ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਸ਼ੁਭ ਕਾਮਨਾਵਾਂ ਭੇਂਟ ਕਰੋ। ਵੱਡੀ ਗਿਣਤੀ ਵਿੱਚ ਇਕੱਠ ਨਾ ਕਰੋ। ਅਕਸਰ ਛੂਹੀਆਂ ਜਾਣ ਵਾਲੀਆਂ ਸਤਹਾਂ ਨੂੰ ਨੰਗੇ ਹੱਥਾਂ ਨਾਲ ਛੂਹਣ ਤੋਂ ਬਚੋ। ਘੱਟ ਤੋਂ ਘੱਟ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰੱਖੋ। ਪਾਰਕ ਵਿੱਚ ਖਾਣ ਪੀਣ ਤੋਂ ਪਰਹੇਜ਼ ਕਰੋ ਅਤੇ ਆਸੇ-ਪਾਸੇ ਕੂੜਾ ਨਾ ਫੈਲਾਓ। ਘਰੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ 20 ਸੈਕਿੰਡ ਤੱਕ ਸਾਬਣ ਨਾਲ ਧੋਵੋ। ਆਪਣੇ ਨਾਲ ਰੋਗਾਣੂਨਾਸ਼ਕ ਸੈਨੀਟਾਈਜ਼ਰ ਰੱਖੋ ਅਤੇ ਅਕਸਰ ਇਸਤੇਮਾਲ ਕਰੋ। ਮਾਸਕ ਸੰਬੰਧੀ ਸ਼ਿਸ਼ਟਾਚਾਰ ਦਾ ਪਾਲਨ ਕਰੋ। ਚਿਹਰੇ ਦੇ ਮਾਸਕ ਨੂੰ ਸਾਹਮਣੇ ਤੋਂ ਨਾ ਛੂਹੋ। ਇਸ ਨੂੰ ਪਹਿਨਣ ਸਮੇਂ ਉੱਪਰ ਵਾਲੀ ਡੋਰੀ ਪਹਿਲਾਂ ਬੰਨੋ। ਇਸ ਨੂੰ ਉਤਾਰਨ ਸਮੇਂ ਹੇਠਾਂ ਵਾਲੀ ਡੋਰੀ ਪਹਿਲਾਂ ਖੋਲੋ। ਨਮਸਕਾਰ ਆਨਰੇਬਲ ਪੀਐਮ ਸਰ, ਮੈਂ ਆਸ਼ਿਕ ਕਾਟਪੁਰਾ ਬੈਂਗਲੌਰ ਤੋਂ। ਮੇਰਾ ਸਵਾਲ ਆਪ ਤੋਂ ਇਹ ਹੈ, ਬੱਚਿਆਂ ਨੂੰ ਚੰਗੇ ਗੁਣ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਧੰਨਵਾਦ। ਮੈਨੂੰ ਇੱਕ ਸਵਾਲ ਜਿਹੜਾ ਆਇਆ ਹੈ ਉਹ ਨਮੋ ਐਪ ਤੇ ਆਇਆ ਹੈ। ਉਸ ਦਾ ਵਿਜ਼ੂਅਲ ਮੇਰੇ ਕੋਲ ਨਹੀਂ ਹੈ, ਲੇਕਿਨ ਮੈਨੂੰ ਉਹ ਸਵਾਲ ਬੜਾ ਚੰਗਾ ਲੱਗਾ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂ। ਪਟਨਾ ਤੋਂ ਸਵਾਲ ਹੈ। ਪ੍ਰਵੀਨ ਕੁਮਾਰ ਨੇ ਪੁੱਛਿਆ ਹੈ, ਸਰ ਅੱਜ ਮਾਂ ਪਿਓ ਦੇ ਲਈ ਬੱਚੇ ਵੱਡੇ ਕਰਨਾ ਥੋੜਾ ਮੁਸ਼ਕਿਲ ਹੋ ਗਿਆ ਹੈ। ਕਾਰਨ ਹੈ ਅੱਜ ਦਾ ਜ਼ਮਾਨਾ ਅਤੇ ਅੱਜ ਦੇ ਬੱਚੇ। ਇਸ ਦੇ ਵਿੱਚ ਅਸੀਂ ਕਿਵੇਂ ਯਕੀਨ ਕਰੀਏ ਕਿ ਸਾਡੇ ਬੱਚਿਆਂ ਦਾ ਵਿਵਹਾਰ, ਆਦਤਾਂ ਅਤੇ ਚਰਿੱਤਰ ਚੰਗਾ ਹੋਵੇ? ਪ੍ਰਵੀਨ ਕੁਮਾਰ ਇੱਕ ਜਾਗਰਿਤ ਪਿਤਾ ਦੇ ਰੂਪ ਵਿੱਚ ਸ਼ਾਇਦ ਮੈਨੂੰ ਪੁੱਛ ਰਹੇ ਨੇ। ਬੜਾ ਮੁਸ਼ਕਿਲ ਸਵਾਲ ਹੈ ਮੇਰੇ ਲਈ। ਮੈਂ ਕਹਾਂਗਾ ਕਿ ਪਹਿਲੇ ਤਾਂ ਤੁਸੀਂ ਖੁਦ ਚਿੰਤਨ ਕਰੋ, ਆਤਮ ਚਿੰਤਨ ਕरें। ਕਿਤੇ ਇਹ ਤਾਂ ਨਹੀਂ ਹੈ ਕਿ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਤੁਸੀਂ ਚੁਣਿਆ ਹੈ, ਤੁਸੀਂ ਚਾਹੁੰਦੇ ਹੋ
ਉਸੇ ਤਰ੍ਹਾਂ ਦੀ ਜ਼ਿੰਦਗੀ ਤੁਹਾਡੇ ਬੱਚੇ ਵੀ ਜੀਣ ਅਤੇ ਥੋੜ੍ਹਾ ਜਿਹਾ ਵੀ ਉਹਨਾਂ ਵਿੱਚ ਬਦਲਾਅ ਆਉਂਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਪਤਨ ਹੋ ਰਿਹਾ ਹੈ, ਵੈਲਿਊਜ਼ ਦਾ ਘਾਟਾ ਹੋ ਰਿਹਾ ਹੈ। ਮੈਨੂੰ ਬਰਾਬਰ ਯਾਦ ਹੈ, ਇੱਕ ਵਾਰੀ ਮੈਂ ਸਟਾਰਟਅਪ ਨਾਲ ਜੁੜੇ ਹੋਏ ਨੌਜਵਾਨਾਂ ਨਾਲ ਮੈਂ ਇੱਕ ਸਮਾਰੋਹ ਕੀਤਾ ਤਾਂ ਬੰਗਾਲ ਦੀ ਇੱਕ ਕੁੜੀ ਜਿਸ ਨੇ ਸਟਾਰਟਅਪ ਸ਼ੁਰੂ ਕੀਤਾ ਸੀ ਆਪਣਾ ਪੂਰਾ ਕਰੀਅਰ ਛੱਡ ਕੇ, ਤਾਂ ਉਸਨੇ ਆਪਣਾ ਤਜਰਬਾ ਦੱਸਿਆ। ਉਹ ਮੈਨੂੰ ਹਮੇਸ਼ਾ ਯਾਦ ਰਹਿੰਦਾ ਹੈ। ਉਸ ਕੁੜੀ ਨੇ ਕਿਹਾ ਕਿ ਮੈਂ ਆਪਣੀ ਨੌਕਰੀ ਛੱਡ ਦਿੱਤੀ, ਕਰੀਅਰ ਛੋੜ ਦਿੱਤਾ ਅਤੇ ਸਟਾਰਟਅਪ ਸ਼ੁਰੂ ਕਰ ਦਿੱਤਾ ਅਤੇ ਮੇਰੀ ਮਾਂ ਨੂੰ ਜਦੋਂ ਪਤਾ ਚੱਲਿਆ ਤੇ ਮੇਰੀ ਮਾਂ ਨੇ ਉਸੇ ਵੇਲੇ ਕਿਹਾ ਸਰਵਨਾਸ਼। ਜਾਣੇ ਕਿ ਇੰਨਾ ਮਾਂ ਨੂੰ ਝਟਕਾ ਲੱਗਾ, ਲੇਕਿਨ ਬਾਅਦ ਵਿੱਚ ਉਹ ਬੇਟੀ ਸਟਾਰਟਅਪ ਵਿੱਚ ਬਹੁਤ ਸਫਲ ਰਹੀ। ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਭਾਵ ਵਿਸ਼ਵ ਵਿੱਚ ਆਪਣੇ ਬੱਚਿਆਂ ਨੂੰ ਜਕੜਨ ਦਾ ਪ੍ਰਯਾਸ ਤੇ ਨਹੀਂ ਕਰ ਰਹੇ ਹੋ ਅਤੇ ਇਸ ਕਰਕੇ ਤੁਹਾਡਾ ਪਰਿਵਾਰ, ਤੁਹਾਡੀ ਪਰੰਪਰਾਵਾਂ, ਉਸ ਵਿੱਚ ਮੂਲਭੂਤ ਮੁੱਲਿਆਂ ਨੂੰ ਕਿਵੇਂ ਜੋੜੀਏ, ਸਾਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਾਡੇ ਇੱਥੇ ਕਿਹਾ ਜਾਂਦਾ ਹੈ, ਜਨ ਸੇਵਾ ਹੀ ਪ੍ਰਭੂ ਸੇਵਾ ਹੈ। ਇਹ ਸਾਡੇ ਸ਼ਾਸਤਰਾਂ ਵਿੱਚ ਮੂਲਿਆਂ ਦੇ ਰੂਪ ਵਿੱਚ ਹੈ, ਲੇਕਿਨ ਤੁਹਾਡੇ ਘਰ ਵਿੱਚ ਪੂਜਾ ਪਾਠ ਤੇ ਬਹੁਤ ਹੁੰਦੀ ਹੈ। ਦੁਨੀਆ ਨੂੰ ਵਿਖਾਈ ਦਿੰਦਾ ਹੈ ਕਿ ਤੁਸੀਂ ਬਹੁਤ ਧਾਰਮਿਕ ਹੋ, ਰਿਚੁਅਲਸ ਨਾਲ ਭਰਿਆ ਜੀਵਨ ਹੈ, ਲੇਕਿਨ ਤੁਸੀਂ ਜਨ ਸੇਵਾ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਹੋ। ਹੁਣ ਜਦੋਂ ਤੁਹਾਡੇ ਬੱਚੇ ਇਹ ਵਿਰੋਧਾਭਾਸ ਵੇਖਦੀ ਹੈ ਤਾਂ ਉਸ ਦੇ ਮਨ ਵਿੱਚ ਕੌਨਫਲਿਕਟ ਸ਼ੁਰੂ ਹੋ ਜਾਂਦਾ ਹੈ, ਸਵਾਲ ਖੜੇ ਹੋ ਜਾਂਦੇ ਨੇ ਅਤੇ ਸਵਾਲ ਉੱਠਣਾ ਸੁਭਾਵਿਕ ਵੀ ਹੈ। ਉਸੇ ਤਰ੍ਹਾਂ ਹੀ ਸਾਡੇ ਮੁੱਲ ਹਨ, ਜੀ ਮਾਤਰ ਵਿੱਚ ਪਰਮਾਤਮਾ ਦਾ ਵਾਸ ਹੈ। ਉਸੇ ਤਰ੍ਹਾਂ ਸਾਡੇ ਸਾਰਿਆਂ ਦਾ ਮੰਨਣਾ ਹੈ ਅਤੇ ਸਾਨੂੰ ਇਹ ਸਿਖਾਇਆ ਗਿਆ ਹੈ, ਸਾਡੇ ਜੀਵਨ ਮੂल्य ਦੇ ਰੂਪ ਵਿੱਚ ਪ੍ਰਸਥਾਪਿਤ ਹੋ ਚੁੱਕਿਆ ਹੈ ਅਤੇ ਸਾਡੀ ਸੋਚ ਹੈ ਕਿ ਜੀਵ ਮਾਤਰ ਵਿੱਚ ਪਰਮਾਤਮਾ ਦਾ ਵਾਸ ਹੈ। ਲੇਕਿਨ ਤੁਸੀਂ ਤੁਹਾਡੇ ਘਰ ਵਿੱਚ ਜਿਹੜੇ ਕੰਮ ਕਰਨ ਆਉਂਦੇ ਨੇ, ਝਾੜੂ ਪੋਛਾ ਲਗਾਉਣ ਆਉਂਦੇ ਨੇ, ਲਿਫਟ ਚਲਾਉਣ ਵਾਲਾ ਹੁੰਦਾ ਹੈ, ਤੁਹਾਨੂੰ ਸਕੂਲ ਵਿੱਚ ਛੱਡਣ ਵਾਲਾ ਆਟੋ ਰਿਕਸ਼ਾ ਡਰਾਈਵਰ ਹੈ, ਕਿ ਕਦੇ ਤੁਸੀਂ ਉਹਨਾਂ ਨਾਲ ਉਹਨਾਂ ਦੇ ਸੁੱਖ ਦੁੱਖ ਦੀ ਚਿੰਤਾ ਅਤੇ ਚਰਚਾ ਕੀਤੀ ਕਿ ਕਦੇ ਤੁਸੀਂ ਪੁੱਛਿਆ ਕਿ ਤੁਹਾਡੇ ਪਰਿਵਾਰ ਵਿੱਚ ਤਾਂ ਕਿਸੇ ਨੂੰ ਕਰੋਨਾ ਤੇ ਨਹੀਂ ਹੋਇਆ ਹੈ ਨਾ, ਤੁਹਾਡੇ ਪਰਿਵਾਰ ਦੇ ਤੇ ਸਾਰੇ ਸੁਖੀ ਹਨ ਨਾ, ਤੁਸੀਂ ਜਿਸ ਪਿੰਡ ਤੋਂ ਆਏ ਹੋ ਉਸ ਪਿੰਡ ਵਿੱਚ ਤਾਂ ਸਭ ਠੀਕ ਹੈ ਨਾ? ਕਿ ਤੁਸੀਂ ਕਦੇ ਪੁੱਛਿਆ? ਜੇਕਰ ਤੁਸੀਂ ਇਹੋ ਜਿਹਾ ਕਰਦੇ ਤਾਂ ਤੁਹਾਨੂੰ ਆਪਣੇ ਬੱਚੇ ਨੂੰ ਮੁੱਲ ਨਹੀਂ ਸਿਖਾਣੇ ਪੈਂਦੇ। ਮੈਂ ਤੁਹਾਡੇ ਤੇ ਸਵਾਲ ਨਹੀਂ ਖੜੇ ਕਰ ਰਿਹਾ, ਇੱਕ ਆਮ ਵਿਵਹਾਰ ਦੀ ਗੱਲ ਕਰ ਰਿਹਾ। ਕੁਝ ਲੋਕੀ ਵਾਕਿਆ ਇਹੋ ਜਿਹਾ ਨਹੀਂ ਕਰਦੇ। ਬੱਚੇ ਦਾ ਬਰਥਡੇ ਹੁੰਦਾ ਹੈ, ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਨੇ। ਕਿੰਨੇ ਲੋਕ ਆਪਣੇ ਘਰ ਵਿੱਚ ਕੰਮ ਕਰਨ ਵਾਲਿਆਂ ਨਾਲ ਕਹਿੰਦੇ ਨੇ ਕਿ ਜਿਹੜਾ ਵੀ ਕੰਮ ਕਰਨਾ ਹੈ 5 ਵਜੇ ਤੱਕ ਪੂਰਾ ਕਰ ਦਿਓ, 6 ਵਜੇ ਜਦੋਂ ਮਹਿਮਾਨ ਆਉਣਾ ਸ਼ੁਰੂ ਹੋ ਜਾਣਗੇ ਤਦੋਂ ਤੁਸੀਂ ਵੀ ਸਾਡੇ ਪਰਿਵਾਰ ਦੇ ਮਹਿਮਾਨ ਦੇ ਰੂਪ ਵਿੱਚ ਕੱਪੜੇ ਪਹਿਨ ਕਰਕੇ, ਕੱਪੜੇ ਅੱਛੇ ਪਹਿਨ ਕਰਕੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਲੈ ਕੇ ਆ ਜਾਣਾ। ਤੁਸੀਂ ਵੇਖੋ ਤੁਸੀਂ ਉਹਨਾਂ ਨੂੰ ਕੀ ਕਹਿੰਦੇ। ਅੱਜ ਘਰ ਵਿੱਚ ਬਹੁਤ ਸਾਰੇ ਮਹਿਮਾਨ ਆਉਣ ਵਾਲੇ ਨੇ, ਦੇਰ ਤੱਕ ਰੁਕਣਾ ਪਏਗਾ। ਤੁਸੀਂ ਇਹੋ ਜਿਹਾ ਕਹਿਣ ਦੀ ਬਜਾਏ ਕੀ ਕਹਿੰਦੇ ਹੋ? ਵੇਖੋ ਕੱਲ ਬਹੁਤ ਮਹਿਮਾਨ ਆਉਣ ਵਾਲੇ ਨੇ, ਬਹੁਤ ਕੰਮ ਹੈ, ਤੁਸੀਂ ਘਰ ਬਤਾ ਕੇ ਆ ਜਾਣਾ, ਦੇਰ ਨਾਲ ਆਉਂਗਾ, ਦੇਰ ਨਾਲ ਆਉਂਗੀ। ਜਾਣੇ ਤੁਹਾਡਾ ਬੱਚਾ ਇਹ ਵੇਖ ਰਿਹਾ ਹੈ ਕਿ ਇੰਨਾ ਵੱਡਾ ਤਿਉਹਾਰ ਹੈ ਘਰ ਵਿੱਚ, ਲੇਕਿਨ ਜੋ ਮੇਰੇ ਲਈ ਮਿਹਨਤ ਕਰਦੇ ਨੇ ਦਿਨ ਰਾਤ, ਉਹ ਤਾਂ ਇਸ ਵਿੱਚ ਹਿੱਸੇਦਾਰ ਹੀ ਨਹੀਂ ਹੈ ਅਤੇ ਤਦੋਂ ਹੀ ਉਸ ਬੱਚੇ ਦੇ ਮਨ ਵਿੱਚ ਟਕਰਾਵ ਸ਼ੁਰੂ ਹੁੰਦਾ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇਣਾ ਵਾਂ। ਅਸੀਂ ਕਹਿੰਦੇ ਹਾਂ ਮੁੰਡਾ ਕੁੜੀ ਇੱਕ ਸਮਾਨ। ਇਹ ਮੁੱਲ ਹਨ ਸਾਡੇ ਇੱਥੇ ਦੇਵ ਰੂਪ ਦੀ ਜਿਹੜੀ ਕਲਪਨਾ ਕੀਤੀ ਗਈ ਹੈ, ਉਸ ਵਿੱਚ ਤੀਵੀਂ ਭਗਵਾਨ ਦਾ ਉਤਨਾ ਹੀ ਮਹੱਤਵ ਹੈ। ਲੇਕਿਨ ਸਾਡੇ ਘਰ ਦੇ ਵਾਤਾਵਰਣ ਵਿੱਚ ਮੁੰਡੇ ਅਤੇ ਕੁੜੀ ਦੇ ਵਿਚਕਾਰ ਜਾਣੇ ਅਣਜਾਣੇ ਵਿੱਚ ਜੋ ਟ੍ਰੀਟਮੈਂਟ ਕੀਤਾ ਜਾਂਦਾ ਹੈ, ਉਸ ਵਿੱਚ ਅਸਮਾਨਤਾ ਹੁੰਦੀ ਹੈ। ਉਸ ਦੇ ਬਾਅਦ ਜਦ ਉਹੀ ਮੁੰਡਾ
ਸਮਾਜ ਜੀਵਨ ਵਿੱਚ ਜਾਂਦਾ ਹੈ ਤਾਂ ਉਸ ਦੇ ਵੱਲੋਂ ਨਾਰੀ ਸਮਾਨਤਾ ਦੇ ਵਿੱਚ ਕੁਝ ਨਾ ਕੁਝ ਕਮੀ ਦੀ ਸੰਭਾਵਨਾ ਬਣੀ ਜਾਂਦੀ ਹੈ। ਇਹ ਠੀਕ ਹੈ ਕਿ ਪਰਿਵਾਰ ਦੇ ਸੰਸਕਾਰ ਚੰਗੇ ਹੁੰਦੇ ਨੇ ਤਾਂ ਬੁਰਾਈਆਂ ਹਾਵੀ ਨਹੀਂ ਹੁੰਦੀਆਂ ਨੇ, ਲੇਕਿਨ 19-20 ਦਾ ਹੀ ਫਰਕ ਹੁੰਦਾ ਹੈ। ਮੁੰਡਾ ਮੁੰਡੇ ਦੇ ਵਿਵਹਾਰ ਵਿੱਚ ਕੁਝ ਨਾ ਕੁਝ ਕਮੀ ਰਹਿ ਜਾਂਦੀ ਹੈ। ਇਸ ਲਈ ਅਸੀਂ ਜੋ ਆਪਣਾ ਭਾਵ ਵਿਸ਼ਵ ਬਣਾਇਆ ਹੋਇਆ ਹੈ, ਉਹ ਜਦੋਂ ਵਿਵਹਾਰ ਦੀ ਕਸੌਟੀ ਤੇ ਖਰਾ ਨਹੀਂ ਉਤਰਦਾ ਹੈ ਤਾਂ ਬੱਚਿਆਂ ਦੇ ਮਨ ਵਿੱਚ ਅੰਤਰਦਵੰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੁੱਲਿਆਂ ਨੂੰ ਕਦੇ ਵੀ ਥੋਪਣ ਦਾ ਪ੍ਰਯਾਸ ਨਾ ਕਰੋ। ਮੁੱਲਿਆਂ ਨੂੰ ਜੀ ਕਰਕੇ ਪ੍ਰੇਰਿਤ ਕਰਨ ਦਾ ਪ੍ਰਯਾਸ ਕਰੋ। ਆਖਿਰਕਾਰ ਬੱਚੇ ਬੜੇ ਸਮਾਰਟ ਹੁੰਦੇ ਨੇ। ਜੋ ਤੁਸੀਂ ਕਹੋਗੇ ਉਸ ਨੂੰ ਉਹ ਕਰਨਗੇ ਜਾਂ ਨਹੀਂ ਕਰਨਗੇ, ਇਹ ਕਹਿਣਾ ਮੁਸ਼ਕਿਲ ਹੈ, ਲੇਕਿਨ ਇਸ ਗੱਲ ਦੀ ਪੂਰੀ ਸੰਭਾਵਨਾ ਹੁੰਦੀ ਹੈ ਕਿ ਜਿਹੜਾ ਤੁਸੀਂ ਕਰ ਰਹੇ ਹੋ ਉਹ ਉਸ ਨੂੰ ਬਹੁਤ ਬਾਰੀਕੀ ਨਾਲ ਵੇਖਦਾ ਹੈ ਅਤੇ ਦੁਹਰਾਉਣ ਦੇ ਲਈ ਲਾਲਾਇਤ ਹੋ ਜਾਂਦਾ ਹੈ। ਅਤੇ ਜਦੋਂ ਤੁਸੀਂ ਇਹਨਾਂ ਮੂਲਿਆਂ ਦੇ ਨਾਲ ਸਾਡੇ ਇਤਿਹਾਸ, ਸਾਡੇ ਪੁਰਾਣ, ਸਾਡੇ ਪੁਰਖਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਸਹਿਜਤਾ ਨਾਲ ਜੋੜੋਗੇ ਤਾਂ ਬੱਚੇ ਵੀ ਪ੍ਰੇਰਿਤ ਹੋਣਗੇ। ਆਚਾਰ ਵਿਵਹਾਰ ਵਿੱਚ ਉਤਰਨਾ ਆਸਾਨ ਹੋ ਜਾਏਗਾ। ਨਮਸਕਾਰ ਸਰ, ਮੈਂ ਪ੍ਰਤਿਭਾ ਗੁਪਤਾ ਕੁੰਦਨ ਵਿਦਿਆ ਮੰਦਰ ਲੁਧਿਆਣਾ ਤੋਂ। ਸਰ, ਮੇਰਾ ਤੁਹਾਡੇ ਤੋਂ ਸਵਾਲ ਇਹ ਹੈ ਕਿ ਸਾਨੂੰ ਹਮੇਸ਼ਾ ਕੰਮ ਕਰਵਾਉਣ ਲਈ ਬੱਚਿਆਂ ਦੇ ਮਗਰ ਦੌੜਨਾ ਪੈਂਦਾ ਹੈ। ਅਸੀਂ ਇਹਨਾਂ ਨੂੰ ਸਵੈ ਪ੍ਰੇਰਿਤ ਸੈਲਫ ਮੋਟੀਵੇਟਿਡ ਕਿਵੇਂ ਬਣਾ ਸਕਦੇ ਹਾਂ ਤਾਂ ਜੋ ਉਹ ਆਪਣੀਆਂ ਚੀਜ਼ਾਂ ਖੁਦ ਕਰਨ? ਧੰਨਵਾਦ। ਤੁਸੀਂ ਬੁਰਾ ਨਾ ਮੰਨੋ ਤਾਂ ਇਸ ਵਿਸ਼ੇ ਵਿੱਚ ਤੁਹਾਡੇ ਨਾਲੋਂ ਵੱਖਰੀ ਰਾਏ ਰੱਖਦਾ ਹਾਂ। ਮੈਨੂੰ ਲੱਗਦਾ ਹੈ ਕਿ ਬੱਚਿਆਂ ਦੇ ਪਿੱਛੇ ਇਸ ਲਈ ਭੱਜਣਾ ਪੈਂਦਾ ਹੈ ਕਿਉਂਕਿ ਉਹਨਾਂ ਦੀ ਰਫ਼ਤਾਰ ਸਾਡੇ ਤੋਂ ਜ਼ਿਆਦਾ ਹੈ। ਇਹ ਗੱਲ ਠੀਕ ਹੈ ਕਿ ਬੱਚਿਆਂ ਨੂੰ ਸਿਖਾਉਣ ਦੀ, ਦੱਸਣ ਦੀ, ਸੰਸਕਾਰ ਦੇਣ ਦੀ ਜ਼ਿੰਮੇਵਾਰੀ ਪਰਿਵਾਰ ਵਿੱਚ ਸਭ ਦੀ ਹੈ। ਲੇਕਿਨ ਕਈ ਵਾਰੀ ਵੱਡੇ ਹੋਣ ਦੇ ਬਾਵਜੂਦ ਸਾਨੂੰ ਵੀ ਤਾਂ ਜ਼ਰਾ ਮੁਲਾਂਕਣ ਕਰਨਾ ਚਾਹੀਦਾ ਹੈ। ਅਸੀਂ ਇੱਕ ਸਾਂਚਾ ਤਿਆਰ ਕਰ ਲੈਂਦੇ ਹਾਂ ਅਤੇ ਬੱਚੇ ਨੂੰ ਉਸ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅਤੇ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। ਅਸੀਂ ਇਸ ਨੂੰ ਸੋਸ਼ਲ ਸਟੇਟਸ ਦਾ ਸਿੰਬਲ ਬਣਾ ਦਿੰਦੇ ਹਾਂ। ਅਕਸਰ ਮਾਂ ਪਿਓ ਆਪਣੇ ਮਨ ਵਿੱਚ ਕੁਝ ਲਕਸ਼ ਤਿਆਰ ਕਰ ਲੈਂਦੇ ਹਨ, ਕੁਝ ਪੈਰਾਮੀਟਰਸ ਬਣਾ ਲੈਂਦੇ ਹਨ ਅਤੇ ਕੁਝ ਸੁਪਨੇ ਵੀ ਪਾਲ ਲੈਂਦੇ ਹਨ। ਫਿਰ ਆਪਣੇ ਉਹਨਾਂ ਸੁਪਨਿਆਂ ਅਤੇ ਲਕਸ਼ਿਆਂ ਨੂੰ ਪੂਰਾ ਕਰਨ ਦਾ ਬੋਝ ਬੱਚਿਆਂ ਉੱਤੇ ਪਾ ਦਿੰਦੇ ਹਨ। ਅਸੀਂ ਆਪਣੇ ਲਕਸ਼ ਲਈ ਬੱਚਿਆਂ ਨੂੰ ਜਾਣੇ ਅਣਜਾਣੇ ਵਿੱਚ, ਮਾਫ ਕਰਨਾ ਮੈਨੂੰ, ਮੇਰਾ ਸ਼ਬਦ ਕਿਤੇ ਕਠੋਰ ਲੱਗੇਗਾ, ਜਾਣੇ ਅਣਜਾਣੇ ਵਿੱਚ ਅਸੀਂ ਬੱਚਿਆਂ ਨੂੰ ਇਨਸਟਰੂਮੈਂਟ ਮੰਨਣ ਲੱਗਦੇ ਹਾਂ ਅਤੇ ਜਦੋਂ ਬੱਚਿਆਂ ਨੂੰ ਉਸ ਦਿਸ਼ਾ ਵਿੱਚ ਖਿੱਚਣ ਵਿੱਚ ਅਸਫਲ ਹੋ ਜਾਂਦੇ ਹਨ ਤਾਂ ਇਹ ਕਠਿਨ ਲੱਗਦੇ ਹਨ। ਬੱਚਿਆਂ ਵਿੱਚ ਮੋਟੀਵੇਸ਼ਨ ਅਤੇ ਇਨਸਪਾਇਰੇਸ਼ਨ ਦੀ ਕਮੀ ਹੈ। ਕਿਸੇ ਨੂੰ ਵੀ ਮੋਟੀਵੇਟ ਕਰਨ ਦਾ ਪਹਿਲਾ ਪਾਰਟ ਹੈ ਟ੍ਰੇਨਿੰਗ, ਪ੍ਰੋਪਰ ਟ੍ਰੇਨਿੰਗ। ਇੱਕ ਵਾਰੀ ਬੱਚੇ ਦਾ ਮਨ ਟ੍ਰੇਨ ਹੋ ਜਾਏਗਾ ਤਦ ਉਸ ਦੇ ਬਾਅਦ ਮੋਟੀਵੇਸ਼ਨ ਦਾ ਸਮਾਂ ਸ਼ੁਰੂ ਹੋਏਗਾ। ਟ੍ਰੇਨਿੰਗ ਦੇ ਕਈ ਮਾਧਿਅਮ, ਕਈ ਤਰੀਕੇ ਹੋ ਸਕਦੇ ਹਨ। ਚੰਗੀ ਕਿਤਾਬ, ਚੰਗੀ ਮੂਵੀਜ਼, ਚੰਗੀ ਕਹਾਣੀਆਂ, ਚੰਗੀਆਂ ਕਵਿਤਾਵਾਂ, ਚੰਗੇ ਮੁਹਾਵਰੇ ਜਾਂ ਚੰਗੇ ਅਨੁਭਵ, ਇਹ ਸਭ ਇੱਕ ਤਰ੍ਹਾਂ ਨਾਲ ਟ੍ਰੇਨਿੰਗ ਦੇ ਹੀ ਟੂਲਸ ਹਨ। ਜਿਵੇਂ ਕਿ ਤੁਸੀਂ ਚਾਹੁੰਦੇ ਹੋ ਤੁਹਾਡਾ ਬੱਚਾ ਸਵੇਰੇ ਉੱਠਦੇ ਹੀ ਪੜ੍ਹੇ, ਤੁਸੀਂ ਉਸ ਨੂੰ ਕਹਿੰਦੇ ਹੋ, ਬੋਲਦੇ ਵੀ ਹੋ, ਡਾਂਟਦੇ ਵੀ ਹੋ, ਲੇਕਿਨ ਤੁਹਾਨੂੰ ਸਫਲਤਾ ਨਹੀਂ ਮਿਲਦੀ। ਲੇਕਿਨ ਕੀ ਤੁਹਾਡੇ ਘਰ ਵਿੱਚ ਕਦੀ ਅਜਿਹੀ ਕਿਤਾਬਾਂ ਦੀ ਚਰਚਾ ਹੁੰਦੀ ਹੈ
ਜਿਸ ਵਿੱਚ ਇਨਡਾਇਰੈਕਟਲੀ ਸਵੇਰੇ ਉੱਠਣ ਦੇ ਫਾਇਦਿਆਂ ਦੀ ਚਰਚਾ ਹੋਵੇ। ਸਾਡੇ ਇੱਥੇ ਆਧਿਆਤਮਿਕ ਜੀਵਨ ਦੇ ਲੋਕ ਬ੍ਰਹਮ ਮਹੂਰਤ ਵੱਲੋਂ ਹੀ ਉਹਨਾਂ ਦਾ ਦਿਨ ਆਰੰਭ ਹੋ ਜਾਂਦਾ ਹੈ ਅਤੇ ਉਸੀ ਦੇ ਨੋਰਮਸ ਦਾ ਪਾਲਨ ਕਰਦੇ ਹਨ। ਤਾਂ ਦੂਜੇ ਪਾਸੇ ਅੱਜਕੱਲ 5 AM ਕਲੱਬ ਦੀ ਵੀ ਚਰਚਾ ਹੁੰਦੀ ਹੈ। ਕੀ ਤੁਸੀਂ ਅਜਿਹੀ ਕਿਸੇ ਕਿਤਾਬ ਦੀ ਘਰ ਵਿੱਚ ਚਰਚਾ ਕੀਤੀ ਹੈ ਜਾਂ ਕੋਈ ਅਜਿਹੀ ਮੂਵੀ ਜਾਂ ਡਾਕੂਮੈਂਟਰੀ ਵੇਖੀ ਹੈ ਜਿਸ ਵਿੱਚ ਇਸ ਬਾਰੇ ਵਿੱਚ ਵਿਗਿਆਨੀ ਤਰੀਕੇ ਵੱਲੋਂ, ਤਰਕਬੱਧ ਤਰੀਕੇ ਵੱਲੋਂ, ਇਮੋਸ਼ਨਸ ਦੇ ਨਾਲ ਗੱਲਾਂ ਦੱਸੀ ਗਈਆਂ ਹੋਣ? ਇਹ ਇੱਕ ਵਾਰੀ ਕਰਕੇ ਵੇਖੋ। ਸਵੇਰੇ ਉੱਠਣ ਲਈ ਬੱਚੇ ਦੀ ਟ੍ਰੇਨਿੰਗ ਆਪਣੇ ਆਪ ਹੀ ਹੋ ਜਾਏਗੀ। ਇੱਕ ਵਾਰ ਮਨ ਟ੍ਰੇਨ ਹੋ ਗਿਆ, ਮਨ ਵਿੱਚ ਬੱਚਾ ਸਮਝ ਗਿਆ ਕਿ ਸਵੇਰੇ ਉੱਠਣ ਦਾ ਕੀ ਫਾਇਦਾ ਹੈ, ਤਾਂ ਫਿਰ ਉਹ ਆਪਣੇ ਆਪ ਮੋਟੀਵੇਟ ਹੋਣ ਲੱਗੇਗਾ। ਇਹੀ ਤਾਂ এনवायरमेंट ਕ੍ਰੀਏਸ਼ਨ ਹੁੰਦਾ ਹੈ ਜਿਸ ਦੀ ਘਰ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਤੁਸੀਂ ਬੱਚੇ ਦੇ ਬਚਪਨ ਦਾ ਉਹ ਸਮਾਂ ਯਾਦ ਕਰੋ ਜਦੋਂ ਤੁਸੀਂ ਉਸ ਨੂੰ ਗੋਦ ਵਿੱਚ ਲੈਂਦੇ ਸਨ। ਮੰਨ ਲਓ ਤੁਹਾਡੀ ਜੇਬ ਵਿੱਚ ਪੈਨ ਹੈ ਜਾਂ ਤੁਸੀਂ ਚਸ਼ਮਾ ਪਾਇਆ ਹੈ, ਬੱਚਾ ਉਸ ਨੂੰ ਖਿੱਚਦਾ ਹੈ, ਚਸ਼ਮਾ ਉਤਾਰਦਾ ਹੈ, ਤਾਂ ਤੁਸੀਂ ਕੀ ਕਰਦੇ ਹੋ? ਤੁਸੀਂ ਬੱਚੇ ਨੂੰ ਜੇਕਰ ਚਸ਼ਮਾ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਂਦਾ ਹੈ, ਪੈਨ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਂਦਾ ਹੈ। ਤਾਂ ਸਮਝਦਾਰ ਮਾਂ-ਪਿਓ ਕੀ ਕਰਦੇ ਹਨ? ਉਸ ਦੇ ਸਾਹਮਣੇ ਇੱਕ ਵੱਡਾ ਬਾਲ ਖੜਾ ਕਰ ਦਿੰਦੇ ਨੇ, ਲੈ ਕੇ ਖੜੇ ਹੋ ਜਾਂਦੇ ਹਨ। ਬੱਚਾ ਕੀ ਕਰਦਾ ਹੈ? ਚਸ਼ਮਾ ਛੱਡ ਦਿੰਦਾ ਹੈ, ਪੈਨ ਛੱਡ ਦਿੰਦਾ ਹੈ, ਵੱਡਾ ਬਾਲ ਖੇਡਣ ਲਈ ਲੈ ਲੈਂਦਾ ਹੈ, ਨਾ ਰੋਂਦਾ ਹੈ ਅਤੇ ਆਸਾਨੀ ਨਾਲ ਤੁਸੀਂ ਸੋਲੂਸ਼ਨ ਕੱਢ ਲੈਂਦੇ ਹੋ। ਤੁਸੀਂ ਉਸ ਦਾ ਮਾਈਂਡ ਡਾਇਵਰਟ ਕਰਕੇ ਉਸ ਨੂੰ ਜ਼ਿਆਦਾ ਪਸੰਦ ਦੀ ਦੂਜੀਆਂ ਪੋਜ਼ਿਟਿਵ ਚੀਜ਼ਾਂ ਦੇ ਕੇ ਉਸ ਨੂੰ ਮੋਟੀਵੇਟ ਕਰਦੇ ਹੋ। ਇਹ ਜੋ ਕੰਮ ਤੁਸੀਂ ਪਹਿਲਾਂ ਕੀਤਾ ਹੈ ਜਦੋਂ ਬੱਚਾ ਬਿਲਕੁਲ ਛੋਟਾ ਸੀ, ਉਹੀ ਕੰਮ ਤੁਸੀਂ ਹੁਣ ਵੀ ਕਰ ਸਕਦੇ ਹੋ। ਤੁਸੀਂ ਸੁਣਿਆ ਹੋਵੇਗਾ, ਇੱਕ ਦੀਪ ਤੋਂ ਜਲੇ ਦੂਜਾ। ਤੁਹਾਡਾ ਬੱਚਾ ਉੱਤੋਂ ਪ੍ਰਕਾਸ਼ਿਤ ਨਹੀਂ ਹੋਣਾ ਚਾਹੀਦਾ ਹੈ। ਤੁਹਾਡਾ ਬੱਚਾ ਆਪ ਪ੍ਰਕਾਸ਼ਿਤ ਹੋਣਾ ਚਾਹੀਦਾ ਹੈ। ਬੱਚਿਆਂ ਦੇ ਅੰਦਰ ਜੋ ਪ੍ਰਕਾਸ਼ ਤੁਸੀਂ ਵੇਖਣਾ ਚਾਹੁੰਦੇ ਹੋ, ਉਹ ਪ੍ਰਕਾਸ਼ ਉਹਨਾਂ ਦੇ ਅੰਦਰ ਵੱਲੋਂ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ ਅਤੇ ਉਹ ਤੁਹਾਡੇ ਜਾਗਰਤ ਸਰਗਰਮ ਕੋਸ਼ਿਸ਼ਾਂ ਵੱਲੋਂ ਸੰਭਵ ਹੈ। ਤੁਸੀਂ ਆਪਣੇ ਐਕਸ਼ਨ ਵਿੱਚ ਜੋ ਬਦਲਾਅ ਦਿਖਾਓਗੇ, ਉਹ ਬੱਚੇ ਬਹੁਤ ਬਾਰੀਕੀ ਵੱਲੋਂ ਆਬਜ਼ਰਵ ਕਰਨਗੇ। ਇੱਥੇ ਇੱਕ ਹੋਰ ਗੱਲ ਦੇ ਵੱਲ ਮੈਂ ਤੁਹਾਡਾ ਧਿਆਨ ਦਿਲਾਵਾਂਗਾ। ਬੱਚਿਆਂ ਨੂੰ ਕਦੇ ਵੀ ਡਰ ਪੈਦਾ ਕਰਕੇ ਇਹ ਹੋਏਗਾ ਤੇ ਇਹ ਹੋਏਗਾ, ਅਜਿਹਾ ਹੋਏਗਾ ਤਾਂ ਅਜਿਹਾ ਹੋਏਗਾ, ਕਿਰਪਾ ਕਰਕੇ ਅਜਿਹੀ ਕੋਸ਼ਿਸ਼ ਨਾ ਕਰੋ। ਇੱਕ ਤਰ੍ਹਾਂ ਨਾਲ ਉਹ ਤਰੀਕਾ ਲੱਗਦਾ ਤੇ ਬਹੁਤ ਆਸਾਨ ਹੈ, ਲੇਕਿਨ ਇਸ ਤੋਂ ਇੱਕ ਤਰ੍ਹਾਂ ਵੱਲੋਂ ਨੈਗੇਟਿਵ ਮੋਟੀਵੇਸ਼ਨ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਵੇਂ ਹੀ ਤੁਸੀਂ ਜੋ ਹਵਾ ਖੜਾ ਕੀਤਾ ਹੈ ਉਹ ਖਤਮ ਹੋ ਜਾਂਦਾ ਹੈ, ਬੱਚੇ ਦਾ ਮੋਟੀਵੇਸ਼ਨ ਵੀ ਖਤਮ ਹੋ ਜਾਂਦਾ ਹੈ। ਅਤੇ ਇਸ ਲਈ ਪੋਜ਼ਿਟਿਵ ਮੋਟੀਵੇਸ਼ਨ ਨਾਲ-ਨਾਲ ਵਾਰ-ਵਾਰ ਪੋਜ਼ਿਟਿਵ ਰੀਇਨਫੋਰਸਮੈਂਟ ਉੱਤੇ ਜ਼ੋਰ ਦਿੰਦੇ ਰਹਿਣਾ ਚਾਹੀਦਾ ਹੈ। ਮੋਟੀਵੇਸ਼ਨ ਦਾ ਜੋ ਮੰਤਰ ਬੱਚਿਆਂ ਲਈ ਹੈ, ਇੱਕ ਤਰ੍ਹਾਂ ਨਾਲ ਉਹ ਅਸੀਂ ਸਭ ਦੇ ਲਈ ਵੀ ਹੈ। ਇਹ ਕੇਵਲ ਮਨੁੱਖਾਂ ਲਈ ਹੈ। ਨਮਸਤੇ ਪ੍ਰਧਾਨ ਮੰਤਰੀ ਜੀ। ਨਮਸਤੇ। ਮੇਰਾ ਨਾਮ ਤਨੇ ਹੈ ਤੇ ਮੈਂ ਵਿਦਿਆਰਥੀ ਹਾਂ ਸਾਮੀਆ ਇੰਡੀਅਨ ਮਾਡਲ ਸਕੂਲ ਕੁਵੈਤ ਦਾ। ਤੇ ਸਰ, ਮੇਰਾ ਸਵਾਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਿੰਦਗੀ ਦੀ ਇਸ ਲੜਾਈ ਲਈ ਕਿੱਦਾਂ ਤਿਆਰ ਕਰੀਏ? ਧੰਨਵਾਦ ਸਰ। ਨਮੋ ਐਪ ਉੱਤੇ
ਮਸੂਰੀ ਉੱਤਰਾਖੰਡ ਸ਼੍ਰੀਮਾਨ ਅਸ਼ਰਫ ਖਾਨ ਨੇ ਲਿਖਿਆ ਹੈ, ਸਰ ਅਸੀਂ ਜਦੋਂ ਆਪਣੇ ਵੱਡੇ ਕਜ਼ਨਸ ਜਾਂ ਦੋਸਤਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ, ਹੁਣੇ ਸਕੂਲ ਵਿੱਚ ਤਾਂ ਤੁਸੀਂ ਜੀਵਨ ਵੇਖਿਆ ਹੀ ਕਿੱਥੇ ਹੈ। ਜੀਵਨ ਦੀ ਅਸਲੀ ਕਸੌਟੀ ਤਾਂ ਸਕੂਲੋਂ ਬਾਹਰ ਨਿਕਲ ਕੇ ਹੋਵੇਗੀ। ਮੇਰਾ ਸਵਾਲ ਇਹ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਕੱਲ੍ਹ ਦੀਆਂ ਚੁਣੌਤੀਆਂ ਲਈ ਕਿਵੇਂ ਤਿਆਰ ਕਰੀਏ। ਤਨੈ ਜੀ, ਤੁਸੀਂ ਤਾਂ ਕੁਵੈਤ ਤੋਂ ਮੇਰੇ ਨਾਲ ਗੱਲ ਕਰ ਰਹੇ ਹੋ, ਲੇਕਿਨ ਤਨੈ ਕਦੇ ਕਿਸੇ ਨੇ ਇਸ ਗੱਲ ਨੂੰ ਮਾਰ ਕੀਤਾ ਹੈ ਕਿ ਤੁਹਾਡੀ ਜੋ ਆਵਾਜ਼ ਹੈ ਉਹ ਗੋਡ ਗਿਫਟਿਡ ਹੈ? ਕਿ ਕਦੇ ਤੁਹਾਡੇ ਮਾਂ-ਪਿਓ ਨੇ, ਕਦੇ ਤੁਹਾਡੇ ਦੋਸਤਾਂ ਨੇ, ਕਦੇ ਤੁਹਾਡੇ ਟੀਚਰਸ ਨੇ ਕਿਹਾ ਹੈ ਕਿ ਤੁਹਾਡਾ ਧਿਆਨ ਗਿਆ ਹੈ? ਅੱਜ ਤੁਹਾਡਾ ਸਵਾਲ ਸੁਣਨ ਦੇ ਬਾਅਦ, ਖੈਰ ਰਿਕਾਰਡਡ ਹੈ, ਲੇਕਿਨ ਮੈਂ ਪੱਕਾ ਮੰਨਦਾ ਹਾਂ ਕਿ ਤੁਹਾਨੂੰ ਇੱਕ ਬਹੁਤ ਹੀ ਵਿਸ਼ਿਸ਼ਟ ਪ੍ਰਕਾਰ ਦੀ ਆਵਾਜ਼ ਪ੍ਰਮਾਤਮਾ ਨੇ ਦਿੱਤੀ ਹੈ। ਕਦੇ ਉਸ ਦੇ ਉੱਤੇ ਧਿਆਨ ਦਿਓ, ਇਹ ਤੁਹਾਡੀ ਬਹੁਤ ਵੱਡੀ ਵਿਰਾਸਤ ਬਣ ਸਕਦੀ ਹੈ। ਖੈਰ, ਮੈਂ ਤਨੇ ਦੀਆਂ ਗੱਲਾਂ ਦੇ ਵੱਲ ਚਲਾ ਗਿਆ, ਲੇਕਿਨ ਜੋ ਸਵਾਲ ਤੁਸੀਂ ਪੁੱਛੇ ਹਨ, ਪਹਿਲੀ ਗੱਲ ਤਾਂ ਇਹ ਕਿ ਜੋ ਲੋਕ ਤੁਹਾਨੂੰ ਇਹ ਕਹਿੰਦੇ ਹਨ, ਉਹਨਾਂ ਦੇ ਕਹਿਣ ਦਾ ਤਰੀਕਾ ਭਲੇ ਅਜਿਹਾ ਹੁੰਦਾ ਹੈ ਕਿ ਉਹ ਤੁਹਾਨੂੰ ਸਲਾਹ ਦੇ ਰਹੇ ਹਨ, ਲੇਕਿਨ ਮਨ ਦੇ ਅੰਦਰ ਦੀ ਸੱਚਾਈ ਨੂੰ ਵੇਖੋ ਤਾਂ ਉਹ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਜਾਂ ਫਿਰ ਉਹ ਆਪਣੀ ਅਸਫਲਤਾਵਾਂ ਨੂੰ ਇਸ ਲਈ ਵੱਡਾ ਬਣਾ ਕੇ ਵਿਖਾਉਂਦਾ ਹੈ ਤਾਂ ਕਿ ਉਸ ਨੂੰ ਇੱਕ ਐਸਕੇਪ ਰੂਟ ਮਿਲ ਸਕੇ, ਅਤੇ ਇਸ ਲਈ ਉਹ ਵਿਖਾਉਂਦਾ ਹੈ ਕਿ ਉਸ ਦੇ ਸਾਹਮਣੇ ਬਹੁਤ ਵੱਡੀ ਚੁਣੌਤੀਆਂ ਹਨ। ਇਸ ਵਿਸ਼ੇ ਵਿੱਚ ਮੇਰਾ ਸਿੱਧਾ ਮੰਤਰ ਹੈ, ਇੱਕ ਕੰਨ ਵੱਲੋਂ ਸੁਣੋ ਅਤੇ ਦੂਜੇ ਕੰਨ ਵੱਲੋਂ ਕੱਢ ਦਿਓ। ਹਾਂ, ਇਹ ਸਵਾਲ ਬਹੁਤ ਸੁਭਾਵਿਕ ਹੈ ਕਿ 10ਵੀਂ ਜਾਂ 12ਵੀਂ ਦੇ ਬਾਅਦ ਕੀ? ਇਹ ਹਰ ਬੱਚੇ ਦੇ ਮਨ ਵਿੱਚ ਹੁੰਦਾ ਹੈ, ਅਤੇ ਨਾ ਹੀ ਮੈਂ ਇਸ ਤੋਂ ਮਨਾਹੀ ਕਰ ਸਕਦਾ ਵਾਂ ਅਤੇ ਨਾ ਕੋਈ ਹੋਰ ਇਸ ਤੋਂ ਮਨਾਹੀ ਕਰ ਸਕਦਾ ਹੈ। ਬਹੁਤਾਂ ਦੇ ਲਈ ਇਹ ਸਵਾਲ ਚਿੰਤਾ ਅਤੇ ਨਿਰਾਸ਼ਾ ਫੈਲਾਉਣ ਵਾਲਾ ਹੋ ਸਕਦਾ ਹੈ। ਬਦਕਿਸਮਤੀ ਵੱਲੋਂ ਅੱਜ ਦੇ ਚਕਾਚੌਂਧ ਭਰੇ ਯੁੱਗ ਵਿੱਚ ਸੈਲੀਬ੍ਰਿਟੀ ਦੇ ਕਲਚਰ ਦੇ ਕਾਰਨ ਅਤੇ ਉਸ ਦਾ ਪ੍ਰਭਾਵ ਹੋਣ ਦੇ ਕਾਰਨ ਸਟੂਡੈਂਟ ਲਾਈਫ ਵਿੱਚ ਇੱਕ ਧਾਰਾ ਬਣ ਗਈ ਹੈ ਕਿ ਜੋ ਟੀਵੀ ਉੱਤੇ ਆਉਂਦਾ ਹੈ, ਜਿਸ ਦੀ ਅਖਬਾਰਾਂ ਵਿੱਚ ਚਰਚਾ ਹੁੰਦੀ ਹੈ, ਉਹੋ ਜਿਹਾ ਕੁਝ ਬਣਨਾ ਹੈ, ਉਹੋ ਜਿਹਾ ਕੁਝ ਕਰਨਾ ਹੈ। ਇਹ ਬੁਰੀ ਗੱਲ ਨਹੀਂ ਹੈ, ਲੇਕਿਨ ਜ਼ਿੰਦਗੀ ਦੀ ਸੱਚਾਈ ਵੱਲੋਂ ਇਹ ਬਹੁਤ ਦੂਰ ਹੈ। ਇਹ ਜੋ ਪ੍ਰਚਾਰ ਮਾਧਿਅਮਾਂ ਵਿੱਚ 1000-2000 ਲੋਕ ਸਾਡੇ ਸਾਹਮਣੇ ਆਉਂਦੇ ਹਨ, ਦੁਨੀਆ ਇੰਨੀ ਛੋਟੀ ਨਹੀਂ ਹੈ। ਇੰਨੀ ਵੱਡੀ ਸੰਸਾਰ ਵਿਵਸਥਾ, ਇੰਨਾ ਲੰਮਾ ਮਨੁੱਖ ਇਤਿਹਾਸ, ਇੰਨੀ ਤੇਜ਼ੀ ਵੱਲੋਂ ਹੋ ਰਹੀ ਤਬਦੀਲੀ ਬਹੁਤ ਸਾਰੇ ਮੌਕੇ ਲੈ ਕੇ ਆਉਂਦੇ ਹਨ। ਜੀਵਨ ਦੀ ਸੱਚਾਈ ਇਹ ਹੈ ਕਿ ਜਿੰਨੇ ਲੋਕ ਹਨ, ਉਨੀ ਹੀ ਵਿਭਿੰਨਤਾਵਾਂ ਹਨ। ਜਿੰਨੇ ਲੋਕ ਹਨ, ਉਹਨੇ ਮੌਕੇ ਵੀ ਹਨ। ਸਾਨੂੰ ਆਪਣੀ ਜਿਗਿਆਸਾ ਦਾ ਦਾਇਰਾ ਬਹੁਤ ਵੱਡਾ ਕਰਨ ਦੀ ਲੋੜ ਹੈ, ਉਸ ਨੂੰ ਵਿਸਥਾਰ ਦੇਣ ਦੀ ਲੋੜ ਹੈ, ਅਤੇ ਇਸ ਲਈ ਜ਼ਰੂਰੀ ਹੈ ਕਿ 10ਵੀਂ ਕਲਾਸ ਵਿੱਚ, 12ਵੀਂ ਕਲਾਸ ਵਿੱਚ ਵੀ ਤੁਸੀਂ ਆਪਣੇ ਆਸ-ਪਾਸ ਦੀ ਜ਼ਿੰਦਗੀ ਨੂੰ ਆਬਜ਼ਰਵ ਕਰਨਾ ਸਿੱਖੋ। ਤੁਹਾਡੇ ਆਲੇ-ਦੁਆਲੇ ਇੰਨੇ ਸਾਰੇ ਪ੍ਰੋਫੈਸ਼ਨ ਹਨ, ਨੇਚਰ ਆਫ ਜੌਬਸ ਹਨ, ਅਤੇ ਬਦਲਦੇ ਹੋਏ ਨੇਚਰ ਆਫ ਜੌਬਸ ਹਨ। ਆਪਣੇ ਆਪ ਨੂੰ ਟ੍ਰੇਨ ਕਰੋ, ਆਪਣੀ ਸਕਿੱਲ ਵਧਾਓ ਅਤੇ ਉਸ ਦਾ ਮੁਨਾਫਾ ਉਠਾਓ।
ਕਰੀਅਰ ਦੇ ਚੋਣ ਵਿੱਚ ਇੱਕ ਪੱਖ ਇਹ ਵੀ ਹੈ, ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ ਈਜ਼ੀ ਰੂਟ ਦੀ ਤਲਾਸ਼ ਵਿੱਚ ਰਹਿੰਦੇ ਹਨ। ਬਹੁਤ ਜਲਦੀ ਵਾਹਵਾਈ ਮਿਲ ਜਾਵੇ, ਆਰਥਿਕ ਰੂਪ ਵੱਲੋਂ ਬਹੁਤ ਸਟੇਟਸ ਬਣ ਜਾਵੇ, ਇਹੀ ਇੱਛਾ ਹੀ ਜ਼ਿੰਦਗੀ ਵਿੱਚ ਕਦੇ-ਕਦੇ, ਹਰ ਵਾਰ ਨਹੀਂ ਪਰ ਕਦੇ-ਕਦੇ ਅੰਧਕਾਰ ਦੀ ਸ਼ੁਰੂਆਤ ਵੀ ਕਰਨ ਦਾ ਕਾਰਨ ਬਣ ਜਾਂਦੀ ਹੈ। ਫਿਰ ਇਹ ਦਸ਼ਾ ਅਜਿਹੀ ਹੁੰਦੀ ਹੈ ਜਿਸ ਵਿੱਚ ਸੁਪਨੇ ਪਾਲਣਾ ਅਤੇ ਵੇਖਣਾ ਜ਼ਰਾ ਅੱਛਾ ਲੱਗਦਾ ਹੈ। ਸੁਪਨਿਆਂ ਵਿੱਚ ਖੋਏ ਰਹਿਣਾ ਅੱਛਾ ਲੱਗਦਾ ਹੈ। ਸੁਪਨੇ ਵੇਖਣਾ ਚੰਗੀ ਗੱਲ ਹੈ, ਲੇਕਿਨ ਸੁਪਨੇ ਨੂੰ ਲੈ ਕੇ ਬੈਠੇ ਰਹਿਣਾ ਅਤੇ ਸੁਪਨਿਆਂ ਲਈ ਸੌਂਦੇ ਰਹਿਣਾ ਇਹ ਤਾਂ ਠੀਕ ਨਹੀਂ ਹੈ। ਸੁਪਨਿਆਂ ਵੱਲੋਂ ਅੱਗੇ ਵੱਧ ਕੇ ਆਪਣੇ ਸੁਪਨਿਆਂ ਨੂੰ ਪਾਉਣ ਦਾ ਸੰਕਲਪ ਇਹ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਡਾ ਉਹ ਕਿਹੜਾ ਇੱਕ ਸੁਪਨਾ ਹੈ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਸੰਕਲਪ ਬਣਾਉਣਾ ਚਾਹੁੰਦੇ ਹੋ। ਜਿਵੇਂ ਹੀ ਤੁਸੀਂ ਇਹ ਸੰਕਲਪ ਲੈ ਲਓਗੇ, ਤੁਹਾਨੂੰ ਅੱਗੇ ਦਾ ਰਸਤਾ ਵੀ ਉਨਾ ਹੀ ਸਾਫ਼ ਵਿਖਾਈ ਦੇਣ ਲੱਗੇਗਾ। ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਮਾਫ ਕਰਨਾ, ਮੇਰਾ ਸਵਾਲ ਪ੍ਰੀਖਿਆ ਤੇ ਆਧਾਰਿਤ ਨਹੀਂ ਹੈ, ਪਰ ਕਿਰਪਾ ਕਰਕੇ ਤੁਸੀਂ ਇਸ ਤੇ ਹੱਸਣਾ ਨਾ। ਅੱਜਕੱਲ ਦੇ ਬੱਚੇ ਪ੍ਰੋਪਰ ਖਾਣਾ ਨਹੀਂ ਖਾਣਾ ਚਾਹੁੰਦੇ। ਸਾਰਾ ਟਾਈਮ ਚਿਪਸ, ਚਾਕਲੇਟ ਤੇ ਜੰਕ ਤੇ ਉਹਨਾਂ ਦਾ ਧਿਆਨ ਰਹਿੰਦਾ ਹੈ। ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਦੇ ਕੁਝ ਹੋਰ ਸਵਾਲ ਵੀ ਮੇਰੇ ਨਾਲ ਹਨ ਅਤੇ ਇਹ ਨਰਿੰਦਰ ਮੋਦੀ ਐਪ ਉੱਤੇ ਛੱਤੀਸਗੜ੍ਹ ਰਾਏਪੁਰ ਵੱਲੋਂ ਸੁਨੀਤਾ ਪੌਲ ਜੀ ਨੇ ਲਿਖਿਆ ਹੈ, ਸਰ, ਸਾਡੇ ਬੱਚਿਆਂ ਨੂੰ ਅਸੀਂ ਜੋ ਟਿਫਨ ਵਿੱਚ ਦਿੰਦੇ ਹਨ ਉਹ ਉਸ ਚੀਜ਼ ਨੂੰ ਖਾਂਦੇ ਨਹੀਂ ਅਤੇ ਹਮੇਸ਼ਾ ਫਾਸਟ ਫੂਡ ਖਾਣ ਦੀ ਜ਼ਿੱਦ ਕਰਦੇ ਹਨ। ਕਿਰਪਾ ਕਰਕੇ ਇਸ ਮੁੱਦੇ ਉੱਤੇ ਸਾਡਾ ਮਾਰਗਦਰਸ਼ਨ ਕਰੋ। ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਮੈਂ ਇਹ ਸਾਰੇ ਸਵਾਲ ਸੁਣ ਕਰਕੇ ਮੁਸਕਰਾਵਾਂ ਜਾਂ ਜ਼ੋਰਾਂ ਨਾਲ ਹੱਸ ਪਵਾਂ। ਜੇਕਰ ਇਸ ਮੁੱਦੇ ਉੱਤੇ ਅਸੀਂ ਮਨੋਵਿਗਿਆਨੀ ਤਰੀਕੇ ਵੱਲੋਂ ਅੱਗੇ ਵਧੀਏ ਤਾਂ ਸ਼ਾਇਦ ਇਸ ਦਾ ਸਮਾਧਾਨ ਆਸਾਨ ਹੋ ਜਾਏਗਾ। ਸਾਡੀ ਜੋ ਟ੍ਰੈਡੀਸ਼ਨਲ ਖਾਣ ਦੀਆਂ ਚੀਜ਼ਾਂ ਹਨ, ਮਨੋਵਿਗਿਆਨਿਕ ਰੂਪ ਵੱਲੋਂ ਉਹਨਾਂ ਦੇ ਪ੍ਰਤੀ ਅਸੀਂ ਸਹਿਜ ਰੂਪ ਵੱਲੋਂ ਗੌਰਵ ਦਾ ਭਾਵ ਪੈਦਾ ਕਰੀਏ। ਉਸ ਦੀ ਜਿਹੜੀ ਵਿਸ਼ੇਸ਼ਤਾ ਹੈ ਉਸ ਦੀ ਗੱਲ ਕਰੀਏ। ਖਾਣਾ ਪਕਾਉਣ ਦੀ ਸਾਡੀ ਜੋ ਪ੍ਰਕਿਰਿਆ ਹੈ, ਕਿਚਨ ਦੀ ਜੋ ਐਕਟੀਵਿਟੀਜ਼ ਹੈ, ਉਹ ਘਰ ਦੇ ਬਾਕੀ ਮੈਂਬਰਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿੰਨੀ ਮਿਹਨਤ ਕਰਨ ਤੋਂ ਬਾਅਦ ਖਾਣਾ ਪੱਕਦਾ ਹੈ। ਬੱਚਿਆਂ ਦੇ ਸਾਹਮਣੇ ਵੀ ਇਹ ਸਾਰੀਆਂ ਗੱਲਾਂ ਚਰਚਾ ਵਿੱਚ ਲਿਆਉਣੀਆਂ ਚਾਹੀਦੀਆਂ ਨੇ। ਕਿਵੇਂ ਖਾਣਾ ਪੱਕਦਾ ਹੈ, ਕਿੰਨੀ ਦੇਰ ਲੱਗਦੀ ਹੈ, ਕਿੰਨੇ ਇਨਗਰੀਡੀਐਂਟਸ ਹੁੰਦੇ ਹਨ, ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਆਖਿਰ ਕਿੰਨੀ ਮਿਹਨਤ ਦਾ ਕੰਮ ਹੁੰਦਾ ਹੈ ਅਤੇ ਤਦ ਜਾ ਕੇ ਮੇਰੀ ਥਾਲੀ ਭਰਦੀ ਏ। ਦੂਜਾ, ਅੱਜ ਦੇ ਸਮੇਂ ਵਿੱਚ ਖਾਣ ਪੀਣ ਦੀ ਬਹੁਤ ਸਾਰੀ ਵੈਬਸਾਈਟਸ ਹਨ। ਹੈਲਦੀ ਫੂਡ ਦੀ ਵੀ ਕੋਈ ਕਮੀ ਨਹੀਂ ਹੈ। ਕੀ ਅਸੀਂ ਇਹਨਾਂ ਤੋਂ ਵੀ ਜਾਣਕਾਰੀਆਂ ਜੁਟਾ ਕਰਕੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਕੋਈ ਗੇਮ ਡਿਵੈਲਪ ਕਰ ਸਕਦੇ ਹਾਂ ਜੋ ਅਸੀਂ ਹਫ਼ਤੇ ਵਿੱਚ ਇੱਕ ਵਾਰੀ ਖੇਡ ਸਕੀਏ? ਜਿਵੇਂ ਗਾਜਰ ਹੈ, ਕੈਰਟ, ਉਸ ਦੇ ਇੰਪੋਰਟੈਂਸ ਉੱਤੇ ਅਸੀਂ ਬੋਲੀਏ। ਉਸ ਦੇ ਕੀ ਫਾਇਦੇ ਹੁੰਦੇ ਹਨ, ਕੀ ਮੁਨਾਫੇ ਹੁੰਦੇ ਹਨ, ਕੀ ਨਿਊਟ੍ਰੀਐਂਟਸ ਹੁੰਦੇ ਹਨ, ਅਜਿਹਾ ਕਰਕੇ ਵੇਖੋ। ਦੂਜਾ, ਅਸੀਂ ਸਭ ਦੇ ਘਰ ਵਿੱਚ ਜੋ ਫੈਮਿਲੀ ਡਾਕਟਰ ਹੈ, ਉਹ ਡਾਕਟਰ ਇੱਕ ਤਰ੍ਹਾਂ ਨਾਲ ਮਿੱਤਰ ਹੁੰਦੇ ਹਨ। ਜਦੋਂ ਕਦੇ
ਉਹਨਾਂ ਦਾ ਘਰ ਆਉਣਾ ਹੋਵੇ ਤਾਂ ਉਹਨਾਂ ਦੀਆਂ ਗੱਲਾਂ ਪੂਰਾ ਪਰਿਵਾਰ ਸੁਣੇ ਕਿ ਕਿਸ ਪ੍ਰਕਾਰ ਦੇ ਖਾਣੇ ਦਾ ਕੀ ਮਹੱਤਵ ਹੈ, ਨਿਊਟ੍ਰੀਐਂਟਸ ਕਿੱਥੋਂ ਮਿਲਦੇ ਹਨ, ਕੀ ਖਾਣਾ ਚਾਹੀਦਾ ਹੈ। ਉਹ ਦੱਸ ਸਕਦੇ ਹਨ ਤੁਹਾਡੇ ਘਰ ਵਿੱਚ ਕੀ ਪ੍ਰੋਬਲਮ ਹੈਰੀਡਿਟੀ ਹੈ ਅਤੇ ਉਹਨਾਂ ਨੂੰ ਬਦਲਣ ਲਈ ਕੀ ਖਾਣਾ ਜ਼ਰੂਰੀ ਹੈ। ਇਸ ਤੋਂ ਵੀ ਬੱਚਿਆਂ ਨੂੰ ਫਾਇਦਾ ਹੋਵੇਗਾ। ਤੀਜਾ, ਤੁਸੀਂ ਟੀਚਰ ਵੱਲੋਂ ਰਿਕੁਐਸਟ ਕਰ ਸਕਦੇ ਹੋ ਕਿ ਤੁਸੀਂ ਬੱਚਿਆਂ ਵਿੱਚ ਇਹ ਕੀ ਤੁਹਾਨੂੰ ਤਕਲੀਫ ਹੋ ਰਹੀ ਹੈ, ਖਾਸ ਕਰਕੇ ਖਾਣੇ ਦੇ ਵਿਸ਼ੇ ਵਿੱਚ ਟੀਚਰ ਨੂੰ ਸਮਝਾਓ, ਟੀਚਰ ਨੂੰ ਵਿਸ਼ਵਾਸ ਵਿੱਚ ਲਓ। ਤੁਸੀਂ ਵੇਖੋ, ਟੀਚਰ ਵੱਡੀ ਕੁਸ਼ਲਤਾ ਵੱਲੋਂ ਕਥਾ ਕਹਿੰਦੇ ਕਹਿੰਦੇ, ਗੱਲ ਕਰਦੇ ਕਰਦੇ, ਹਸੀ ਮਜ਼ਾਕ ਵਿੱਚ ਉਸ ਦੇ ਦਿਮਾਗ ਵਿੱਚ ਭਰ ਦੇਵੇਗਾ ਕਿ ਇਹ ਕਿਉਂ ਕਰਨਾ ਚਾਹੀਦਾ ਹੈ, ਅਤੇ ਟੀਚਰ ਦੇ ਕਹਿਣ ਦਾ ਬੱਚਿਆਂ ਉੱਤੇ ਅਲੱਗ ਹੀ ਅਸਰ ਹੁੰਦਾ ਹੈ। ਸਾਨੂੰ ਵੀ ਕੁਝ ਨਵੇਂ ਐਕਸਪੈਰੀਮੈਂਟ ਕਰਦੇ ਰਹਿਣਾ ਚਾਹੀਦਾ ਹੈ। ਮੈਂ ਕਾਫੀ ਅਜਿਹੇ ਉਦਾਹਰਣ ਵੇਖੇ ਹਨ ਜਿੱਥੇ ਪਰਿਵਾਰ ਵਿੱਚ ਟ੍ਰੈਡੀਸ਼ਨਲ ਖਾਣਾ ਹੀ ਬੱਚਿਆਂ ਨੂੰ ਮਾਡਰਨ ਰੰਗ ਰੂਪ ਵਿੱਚ ਬਣਾ ਕੇ ਦਿੱਤਾ ਜਾਂਦਾ ਹੈ, ਤਾਂ ਉਸ ਤੋਂ ਬੱਚਿਆਂ ਵਿੱਚ ਵੀ ਉਸ ਨੂੰ ਲੈ ਕੇ ਇੱਕ ਸੁਭਾਵਿਕ ਖਿੱਚ ਪੈਦਾ ਹੁੰਦੀ ਹੈ। ਖੈਰ, ਇਹ ਮੇਰੇ ਸਿਲੇਬਸ ਦੇ ਬਾਹਰ ਦਾ ਵਿਸ਼ਾ ਹੈ, ਲੇਕਿਨ ਹੋ ਸਕਦਾ ਹੈ ਸ਼ਾਇਦ ਮੇਰੀਆਂ ਕੁਝ ਗੱਲਾਂ ਕੰਮ ਆ ਜਾਵੇ ਤੁਹਾਨੂੰ। ਦਿਵਿਆਂਕਾ, ਨਮਸਤੇ। ਦਿਵਿਆਂਕਾ, ਕੀ ਪੜ੍ਹਦੀ ਹੋ? ਜੀ ਸਰ, ਮੈਂ ਕਾਮਰਸ ਦੀ ਛਾਤਰਾ ਹਾਂ। ਅਤੇ ਪੁਸ਼ਕਰ ਦੀ ਰਹਿਣ ਵਾਲੀ ਹੋ? ਜੀ ਸਰ। ਤਾਂ ਪੁਸ਼ਕਰ ਦੀ ਕੋਈ ਪਵਿੱਤਰ ਚੀਜ਼ ਦਾ ਮੈਨੂੰ ਵਰਣਨ ਕਰੋਗੀ? ਕੀ ਹੈ ਪੁਸ਼ਕਰ ਦੀ ਵਿਸ਼ੇਸ਼ਤਾ? ਜੀ, ਪੁਸ਼ਕਰ ਵਿੱਚ ਇੱਕਮਾਤਰ ਬ੍ਰਹਮਾ ਮੰਦਿਰ ਹਨ। ਔਰ ਜੋ ਪੁਸ਼ਕਰ ਰਾਜ ਹੈ ਉਹ 68 ਤ੍ਰਿਥਾਂ ਦਾ ਗੁਰੂ ਹੈ। ਅੱਛਾ, ਬ੍ਰਹਮਾ ਦਾ ਕੀ ਰੋਲ ਰਿਹਾ ਹੈ? ਜੀ, ਉਹਨਾਂ ਨੇ ਧਰਤੀ ਨੂੰ ਕ੍ਰੀਏਟ ਕੀਤਾ ਹੈ। ਅੱਛਾ ਦੱਸੋ ਦਿਵਿਆਂਕਾ, ਕੀ ਸਵਾਲ ਸੀ ਤੁਹਾਡੇ ਮਨ ਵਿੱਚ? ਸਰ, ਮੇਰੇ ਕੁਝ ਮਿੱਤਰ ਐਵੇਂ ਦੇ ਹਨ ਜਿਨ੍ਹਾਂ ਦੀ ਮੈਮਰੀ ਐਵਰੇਜ ਹੈ। ਵੈ ਕਿਸੇ ਵੀ ਵਿਸ਼ੇ ਨੂੰ ਕਿੰਨਾ ਵੀ ਪੜ੍ਹ ਲੈਣ, ਵੈ ਪ੍ਰੀਖਿਆ ਵਿੱਚ ਉਸ ਨੂੰ ਯਾਦ ਨਹੀਂ ਰੱਖ ਪਾਉਂਦੇ। ਸਰ, ਵੈ ਐਵੇਂ ਦਾ ਕੀ ਕਰੀਏ ਕਿ ਉਸ ਵਿਸ਼ੇ ਨੂੰ ਯਾਦ ਰੱਖ ਸਕਣ? ਚੰਗਾ, ਤਾਂ ਤੁਹਾਨੂੰ ਮੈਮੋਰੀ ਦੀ ਜੜੀ ਬੂਟੀ ਚਾਹੀਦੀ ਹੈ। ਜੀ ਸਰ। ਵੇਖੋ ਦਿਵਿਆਂਕਾ, ਤੁਸੀਂ ਸਭ ਤੋਂ ਪਹਿਲਾਂ ਆਪਣੀ ਡਿਕਸ਼ਨਰੀ ਵੱਲੋਂ ਇਸ ਸ਼ਬਦ ਨੂੰ ਡਿਲੀਟ ਕਰ ਦਿਓ। ਤੁਸੀਂ ਸੋਚੋ ਹੀ ਨਹੀਂ ਕਿ ਤੁਹਾਡੇ ਕੋਲ ਯਾਦ ਕਰਨ ਦੀ ਸ਼ਕਤੀ ਨਹੀਂ ਹੈ। ਜੇਕਰ ਤੁਸੀਂ ਆਪਣੇ ਆਪ ਵੱਲੋਂ ਜੁੜੀ ਕੁਝ ਘਟਨਾਵਾਂ ਨੂੰ ਵੇਖੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਵਾਸਤਵ ਵਿੱਚ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਯਾਦ ਰਹਿੰਦੀਆਂ ਹਨ, ਜਿਵੇਂ ਤੁਹਾਡੀ ਮਦਰ ਟੰਗ। ਕੀ ਮਦਰ ਟੰਗ ਤੁਹਾਨੂੰ ਕਿਸੇ ਨੇ ਬਹੁਤ ਗ੍ਰਾਮਰ ਦੇ ਨਾਲ ਪੜ੍ਹਾਇਆ ਸੀ, ਕੀ ਸਿਖਾਇਆ ਸੀ? ਕੀ ਨਹੀਂ ਸਰ। ਤੁਹਾਨੂੰ ਯਾਦ ਹੋ ਗਿਆ? ਨਹੀਂ। ਕਿ ਸਕੂਲ ਵਿੱਚ ਤੁਸੀਂ ਸਿੱਖੀ ਜਾਂ ਕਿਤਾਬ ਵਿੱਚ ਕਿਤੇ? ਜੀ ਨਹੀਂ। ਹਾਂ, ਇਹ ਸਭ ਸੁਣ ਕੇ ਸਿੱਖ ਲਈ। ਤਾਂ ਇਹੀ ਉਹ ਚੀਜ਼ਾਂ ਹਨ। ਜ਼ਰਾ ਸੋਚੋ ਕਿ ਤੁਹਾਨੂੰ ਜੋ ਪਸੰਦ ਹੈ, ਕਿ ਇਹਨਾਂ ਚੀਜ਼ਾਂ ਨੂੰ ਯਾਦ ਰੱਖਣ ਲਈ ਤੁਸੀਂ ਕਦੇ ਕੋਸ਼ਿਸ਼ ਕੀਤੀ ਸੀ? ਉਹ ਗੱਲਾਂ ਜਿਨ੍ਹਾਂ ਤੋਂ ਤੁਸੀਂ ਪੂਰੀ ਤਰ੍ਹਾਂ ਜੁੜ ਗਏ ਹੋ, ਮਗਨ ਹੋ ਗਏ ਹੋ, ਉਹ ਗੱਲਾਂ ਜੋ ਤੁਹਾਡਾ ਹਿੱਸਾ ਬਣ ਗਈਆਂ ਹਨ, ਤੁਹਾਡੇ ਵਿਚਾਰ ਪ੍ਰਭਾਵ ਦਾ ਹਿੱਸਾ ਬਣ ਗਈਆਂ ਹਨ, ਉਹਨਾਂ ਨੂੰ ਤੁਸੀਂ ਕਦੇ ਨਹੀਂ ਭੁੱਲਦੇ ਹੋ। ਦੂਜੇ ਸ਼ਬਦਾਂ ਵਿੱਚ ਕਹਾਂ ਤਾਂ ਇਹ ਮੈਮੋਰਾਈਜ਼ ਨਹੀਂ ਹੈ, ਐਕਚੁਅਲੀ ਇਹ ਇੰਟਰਨਲਾਈਜ਼ ਹੈ। ਅਤੇ ਇੰਟਰਨਲਾਈਜ਼ ਕਰਨਾ ਇਹੀ ਇਸ ਦਾ ਇੱਕ ਚੰਗਾ ਰਸਤਾ ਹੈ। ਅਤੇ ਇਸ ਲਈ ਤੁਹਾਨੂੰ ਯਾਦ ਕਰਨ ਉੱਤੇ ਜ਼ੋਰ ਦੇਣ ਦੇ ਬਜਾਏ ਤੁਹਾਨੂੰ ਉਸ ਨੂੰ ਜੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਹਿਜਤਾ, ਸਰਲਤਾ, ਸਮਗਰਤਾ ਦੇ ਨਾਲ ਤੁਹਾਡੇ ਕੋਲ ਵੀ
ਉਹੀ ਸਾਰੀਆਂ ਸ਼ਕਤੀਆਂ ਹਨ ਜੋ ਕਿਸੇ ਬਹੁਤ ਟੈਲੈਂਟਡ ਵਿਅਕਤੀ ਦੇ ਕੋਲ ਹੁੰਦੀਆਂ ਹਨ। ਸੋਚੋ, ਆਪਣੇ ਭਰਾ ਜਾਂ ਭੈਣ ਦੇ ਨਾਲ ਜੇਕਰ ਤੁਹਾਡੀ ਲੜਾਈ ਹੋਈ ਹੋਵੇ ਤਾਂ ਉਹ ਤੁਹਾਨੂੰ ਇੱਕਦਮ ਯਾਦ ਰਹਿੰਦਾ ਹੈ, ਤੁਸੀਂ ਉਸ ਨੂੰ ਭੁੱਲਦੇ ਨਹੀਂ ਹੋ। ਇੱਥੇ ਤੱਕ ਵੀ ਤੁਹਾਨੂੰ ਇਹ ਵੀ ਯਾਦ ਰਹਿੰਦਾ ਹੋਏਗਾ ਕਿ ਉਸ ਸਮੇਂ ਤੁਸੀਂ, ਤੁਹਾਡੇ ਭਰਾ ਭੈਣ ਨੇ ਕਿਹੜੇ ਕੱਪੜੇ ਪਹਿਨੇ ਸਨ, ਤੁਸੀਂ ਖੜੇ ਖੜੇ ਲੜ ਰਹੇ ਸਨ ਕਿ ਦੌੜਦੇ ਹੋਏ ਲੜ ਰਹੇ ਸਨ, ਸਭ ਯਾਦ ਹੋਵੇਗਾ। ਜੀ ਇੱਕ ਇੱਕ ਵਾਕ ਯਾਦ ਹੋਵੇਗਾ। ਜੀ ਸਰ। ਜਾਣੇ, ਇਸ ਦਾ ਇੱਕ ਮਤਲਬ ਇਹ ਹੈ ਤੁਸੀਂ ਉਸ ਵਿੱਚ ਫੁੱਲੀ ਇਨਵੋਲਵਡ ਸਨ, ਤੁਸੀਂ ਉਸ ਪਲ ਨੂੰ ਪੂਰੀ ਤਰ੍ਹਾਂ ਜੀ ਰਹੇ ਸਨ। ਸਾਫ਼ ਹੈ ਕਿ ਚੀਜ਼ਾਂ ਯਾਦ ਰਹੇ, ਪ੍ਰੋਪਰਲੀ ਰਿਕਾਲ ਕਰ ਸਕਣ, ਉਸ ਦੇ ਲਈ ਤੁਸੀਂ ਜਿਸ ਪਲ ਵਿੱਚ ਹੋ ਉਸੇ ਪਲ ਵਿੱਚ ਹੀ ਰਹਿਣਾ ਅਤੇ ਉਸ ਵਿੱਚ ਪੂਰੀ ਤਰ੍ਹਾਂ ਨਾਲ ਇਨਵੋਲਵਡ ਰਹਿਣਾ ਬਹੁਤ ਜ਼ਰੂਰੀ ਹੈ। ਜਾਣੇ, ਅਸੀਂ ਪੜ੍ਹਾਈ ਕਰ ਰਹੇ ਹਾਂ, ਕਿਤਾਬ ਹੱਥ ਵਿੱਚ ਹੈ ਅਤੇ ਮਨ ਹੈ ਖੇਡ ਦੇ ਮੈਦਾਨ ਵਿੱਚ, ਸਹੇਲੀਆਂ ਦੇ ਨਾਲ, ਦੋਸਤਾਂ ਦੇ ਨਾਲ, ਫਿਰ ਤਾਂ ਮਾਮਲਾ ਗੜਬੜ ਹੋ ਜਾਂਦਾ ਹੈ। ਅੱਗੇ ਜਾ ਕੇ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਜੇਕਰ ਸਾਈਕੋਲੋਜੀ ਪੜ੍ਹੇਗਾ, ਉਸ ਵਿੱਚ ਮੈਮਰੀ ਬਾਈ ਐਸੋਸੀਏਸ਼ਨ ਦਾ ਕਨਸੈਪਟ ਵਿਸਤਾਰ ਵੱਲੋਂ ਸਮਝਾਇਆ ਜਾਵੇਗਾ। ਤੁਸੀਂ ਯਾਦ ਕਰੋ ਕਿ ਸਕੂਲਾਂ ਵਿੱਚ ਸਵੇਰੇ ਅਸੈਂਬਲੀ ਵਿੱਚ ਰਾਸ਼ਟਰਗਾਨ ਹੁੰਦਾ ਹੈ। ਹੁਣ ਜਨ ਗਣ ਮਨ ਹਰ ਕੋਈ ਗਾਉਂਦਾ ਹੈ, ਲੇਕਿਨ ਕੀ ਕਦੇ ਤੁਸੀਂ ਜਨ ਗਣ ਮਨ ਗਾਉਂਦੇ ਸਮੇਂ ਤੁਸੀਂ ਆਪਣੇ ਉਸ ਰਾਸ਼ਟਰਗਾਨ ਦੇ ਨਾਲ ਦੇਸ਼ ਵਿੱਚ ਟਰੈਵਲ ਕੀਤਾ? ਕੀ ਤੁਸੀਂ ਉਸ ਦੇ ਨਾਲ ਜਿਹੜੇ ਸ਼ਬਦ ਆਉਂਦੇ ਹਨ, ਉਹਨਾਂ ਸ਼ਬਦਾਂ ਦੇ ਨਾਲ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰ ਪਾਏ ਕਿ ਨਹੀਂ ਕਰ ਪਾਏ? ਪੰਜਾਬ ਨੂੰ, ਗੁਜਰਾਤ ਨੂੰ, ਮਹਾਰਾਸ਼ਟਰ ਨੂੰ, ਬੰਗਾਲ ਨੂੰ ਮਨ ਹੀ ਮਨ ਰਾਸ਼ਟਰਗਾਨ ਗਾਉਂਦੇ ਸਮੇਂ ਟਰੈਵਲ ਕੀਤਾ? ਕੀ ਤੁਹਾਨੂੰ ਇੱਕਦਮ ਨਾਲ ਯਾਦ ਹੋਣਾ ਸ਼ੁਰੂ ਹੋ ਜਾਵੇਗਾ। ਮਨ ਹੀ ਵਿਜ਼ੂਅਲਾਈਜ਼ ਕਰੋਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਰਹਿ ਜਾਏਗਾ। ਇਸ ਦਾ ਤੇ ਇੱਕ ਫਾਇਦਾ ਹੋਰ ਹੋਵੇਗਾ, ਤੁਸੀਂ ਇਸ ਦੇਸ਼ ਦੇ ਨਾਲ ਵੀ ਏਕਾਕਾਰ ਹੁੰਦੇ ਚਲੇ ਜਾਓਗੇ। ਯਾਨੀ ਇਨਵੋਲਵ, ਇੰਟਰਨਲਾਈਜ਼, ਐਸੋਸੀਏਟ ਅਤੇ ਵਿਜ਼ੂਅਲਾਈਜ਼। ਮੈਮਰੀ ਨੂੰ ਸ਼ਾਰਪ ਕਰਨ ਲਈ ਇਸ ਫਾਰਮੂਲੇ ਉੱਤੇ ਤੁਸੀਂ ਚੱਲ ਸਕਦੇ ਹੋ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ। ਤੁਹਾਡੇ ਕੋਲ ਨੋਟਬੁੱਕਸ ਰਹਿੰਦੀਆਂ ਹਨ, ਵੱਖ-ਵੱਖ ਵਿਸ਼ੇ ਦੀਆਂ ਕਿਤਾਬਾਂ ਹੁੰਦੀਆਂ ਹਨ। ਤੁਸੀਂ ਜਦੋਂ ਵੀ ਘਰ ਤੋਂ ਨਿਕਲੋ, ਇਹ ਤੈਅ ਕਰਕੇ ਨਿਕਲੋ ਕਿ ਬੈਗ ਵਿੱਚ ਇੰਨੇ ਨੰਬਰ ਉੱਤੇ ਇਸ ਵਿਸ਼ੇ ਦੀ ਨੋਟਬੁੱਕ ਹੋਵੇਗੀ ਅਤੇ ਇੰਨੇ ਨੰਬਰ ਉੱਤੇ ਇਸ ਵਿਸ਼ੇ ਦੀ ਕਿਤਾਬ ਹੋਵੇਗੀ। ਚੌਥੇ ਨੰਬਰ ਉੱਤੇ ਹੋ ਸਕਦੀ ਹੈ, ਤੀਸਰੇ ਨੰਬਰ ਉੱਤੇ ਹੋ ਸਕਦੀ ਹੈ। ਅਤੇ ਤੁਸੀਂ ਜੇਕਰ 3 ਨੰਬਰ ਉੱਤੇ ਹਿਸਟਰੀ ਦੀ ਕਿਤਾਬ ਰੱਖੀ ਹੈ, 5 ਨੰਬਰ ਉੱਤੇ ਭੂਗੋਲ ਦੀ ਕਿਤਾਬ ਰੱਖੀ ਹੈ, ਤਾਂ ਜਦੋਂ ਵੀ ਤੁਸੀਂ ਹਿਸਟਰੀ ਦੀ ਕਿਤਾਬ ਕੱਢਣ ਜਾਓ ਤਾਂ ਬਿਲਕੁਲ ਅੱਖ ਬੰਦ ਕਰਕੇ 3 ਨੰਬਰ ਦੀ ਕਿਤਾਬ ਕੱਢ ਦਿਓ। ਵੇਖੋਗੇ ਤੁਹਾਡਾ ਕੌਨਫੀਡੈਂਸ ਲੈਵਲ ਕਿੰਨਾ ਵੱਧ ਜਾਏਗਾ। ਚਲੋ, ਮੈਨੂੰ ਚੰਗਾ ਲੱਗਿਆ, ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਜੀ ਰਾਜਸਥਾਨ ਦੇ ਲੋਕਾਂ ਨੂੰ ਵੀ ਅਤੇ ਪੁਸ਼ਕਰ ਦੀ ਪਵਿੱਤਰ ਧਰਤੀ ਨੂੰ ਵੀ ਅੱਜ ਇੱਥੋਂ ਨਮਨ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। दवाई भी कड़ाई भी का मंत्र लिए वैक्सीनेशन की चल रही है लहर, गांव गांव शहर शहर। लेकिन जब इतना किया है सब्र तो थोड़े और समय रखें कोरोना पर कड़ी नजर। ना छोड़ें 2 गज दूरी, सैनिटाइजेशन और मास्क की सावधान डगर। रहें इस खतरे से सचेत हर प्रहर। कोरोना को हराना है तो मास्क जरूर लगाना है। मास्क अप इंडिया। मास्क अप इंडिया। ਕੋਵਿਡ-19 ਦਾ ਟੀਕਾ ਸੁਰੱਖਿਅਤ ਅਤੇ ਅਸਰਦਾਰ ਹੈ। ਵਾਰੀ ਆਉਣ ਤੇ ਹਰ ਇੱਕ ਨਾਗਰਿਕ ਨੂੰ ਟੀਕਾ ਲਗਾਇਆ ਜਾਵੇਗਾ। ਕੋਵਿਡ-19 ਦੇ ਟੀਕੇ ਬਾਰੇ ਅਫਵਾਹਾਂ ਤੇ ਧਿਆਨ ਨਾ ਦਿਵੋ। ਕੋਵਿਡ-19 ਦਾ ਪਹਿਲਾ ਟੀਕਾ ਲਗਾਉਣ ਤੋਂ 28 ਦਿਨ ਬਾਅਦ ਦੂਸਰਾ ਕੋਵਿਡ-19 ਟੀਕਾ ਲਗਾਇਆ ਜਾਵੇਗਾ।
ਜੇਕਰ ਤੁਹਾਡੀ ਸਿਹਤ ਕਿਸੇ ਕਾਰਨ ਖਰਾਬ ਹੈ ਤਾਂ ਸਿਹਤ ਠੀਕ ਹੋਣ ਤੱਕ ਕੋਵਿਡ-19 ਦਾ ਟੀਕਾ ਲਗਵਾਉਣ ਲਈ ਇੰਤਜ਼ਾਰ ਕਰੋ। ਕੋਵਿਡ-19 ਖਿਲਾਫ ਉਚਿਤ ਵਿਵਹਾਰ ਪਾਰਕਾਂ ਵਿੱਚ। ਹਰ ਸਮੇਂ ਦੁਬਾਰਾ ਇਸਤੇਮਾਲ ਕਰਨ ਯੋਗ ਮੂੰਹ ਢੱਕਣ ਵਾਲਾ ਕੱਪੜਾ ਮਾਸਕ ਪਹਿਨ ਕੇ ਰੱਖੋ। ਦੂਸਰਿਆਂ ਨੂੰ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਸ਼ੁਭ ਕਾਮਨਾਵਾਂ ਭੇਂਟ ਕਰੋ। ਵੱਡੀ ਗਿਣਤੀ ਵਿੱਚ ਇਕੱਠ ਨਾ ਕਰੋ। ਅਕਸਰ ਛੂਹੀਆਂ ਜਾਣ ਵਾਲੀਆਂ ਸਤਹਾਂ ਨੂੰ ਨੰਗੇ ਹੱਥਾਂ ਨਾਲ ਛੂਹਣ ਤੋਂ ਬਚੋ। ਘੱਟ ਤੋਂ ਘੱਟ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰੱਖੋ। ਪਾਰਕ ਵਿੱਚ ਖਾਣ ਪੀਣ ਤੋਂ ਪਰਹੇਜ਼ ਕਰੋ ਅਤੇ ਆਸੇ-ਪਾਸੇ ਕੂੜਾ ਨਾ ਫੈਲਾਓ। ਘਰੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ 20 ਸੈਕਿੰਡ ਤੱਕ ਸਾਬਣ ਨਾਲ ਧੋਵੋ। ਆਪਣੇ ਨਾਲ ਰੋਗਾਣੂਨਾਸ਼ਕ ਸੈਨੀਟਾਈਜ਼ਰ ਰੱਖੋ ਅਤੇ ਅਕਸਰ ਇਸਤੇਮਾਲ ਕਰੋ। ਮਾਸਕ ਸੰਬੰਧੀ ਸ਼ਿਸ਼ਟਾਚਾਰ ਦਾ ਪਾਲਣ ਕਰੋ। ਚਿਹਰੇ ਦੇ ਮਾਸਕ ਨੂੰ ਸਾਹਮਣੇ ਤੋਂ ਨਾ ਛੂਹੋ। ਇਸ ਨੂੰ ਪਹਿਨਣ ਸਮੇਂ ਉੱਪਰ ਵਾਲੀ ਡੋਰੀ ਪਹਿਲਾਂ ਬੰਨੋ। ਇਸ ਨੂੰ ਉਤਾਰਨ ਸਮੇਂ ਹੇਠਾਂ ਵਾਲੀ ਡੋਰੀ ਪਹਿਲਾਂ ਖੋਲੋ। ਨਮਸਤੇ ਜੀ। ਨਮਸਕਾਰ ਸਰ। ਹਾਂ ਦੱਸੋ। ਮੇਰਾ ਸਵਾਲ ਇਹ ਹੈ ਕਿ ਜਦ ਅਸੀਂ ਕਿਸੇ ਸਵਾਲ ਦਾ ਹੱਲ ਯਾਦ ਕਰਦੇ ਹਾਂ ਤਾਂ ਸਾਨੂੰ ਉਹ ਚੀਜ਼ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ, ਪਰ ਜਦ ਅਸੀਂ ਸਕੂਲ ਵਿੱਚ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਕੁਐਸਚਨ ਪੇਪਰ ਨੂੰ ਵੇਖ ਕੇ ਹੀ ਅਸੀਂ ਇੱਕਦਮ ਤੋਂ ਸਭ ਕੁਝ ਭੁੱਲ ਜਾਂਦੇ ਹਨ। ਸਰ ਕਿਰਪਾ ਕਰਕੇ ਇਹ ਦੱਸੋ ਕਿ ਇੰਜ ਕਿਉਂ ਹੁੰਦਾ ਹੈ? ਧੰਨਵਾਦ ਸਰ। ਤੁਹਾਡਾ ਸ਼ੁਭ ਨਾਂ ਕੀ ਹੈ? ਸੁਹਾਨ ਸੇਗਲ। ਅੱਛਾ ਸਹਿਗਲ ਜੀ, ਤੁਸੀਂ ਪੜ੍ਹਦੇ ਕਿੱਥੇ ਹੋ? ਐਲਕੌਨ ਇੰਟਰਨੈਸ਼ਨਲ ਸਕੂਲ। ਚੰਗਾ। ਇਹ ਸਵਾਲ ਪਹਿਲਾਂ ਕਿਸੇ ਨੂੰ ਪੁੱਛਿਆ? ਨਹੀਂ ਸਰ। ਨਹੀਂ ਪੁੱਛਿਆ। ਮੰਮੀ ਪਾਪਾ ਨੂੰ ਪੁੱਛਿਆ? ਨਹੀਂ ਸਰ। ਟੀਚਰ ਨੂੰ ਪੁੱਛਿਆ? ਨਹੀਂ ਸਰ। ਲੋ ਵੀ ਬੜੇ ਕਮਾਲ ਦੇ ਹੋ ਤੁਸੀਂ। ਮੈਂ ਹੀ ਮਿਲਿਆ ਕਿ ਤੈਨੂੰ। ਲੇਕਿਨ ਤੁਹਾਡਾ ਸਵਾਲ ਮੈਂ ਸਮਝਦਾ ਹਾਂ ਜ਼ਿਆਦਾਤਰ ਵਿਦਿਆਰਥੀਆਂ ਦੇ ਮਨ ਵਿੱਚ ਰਹਿੰਦਾ ਹੈ। ਜਦੋਂ ਮੈਂ ਵੀ ਤੁਹਾਡੀ ਤਰ੍ਹਾਂ ਪੜ੍ਹਦਾ ਸੀ ਨਾ ਤਾਂ ਇਹ ਗੱਲ ਤਾਂ ਮਨ ਵਿੱਚ ਰਹਿੰਦੀ ਸੀ ਕਿ ਕਿਉਂ ਯਾਦ ਨਹੀਂ ਆ ਰਿਹਾ। ਵੇਖੋ, ਪ੍ਰੀਖਿਆ ਹਾਲ ਵਿੱਚ ਜਾਂਦੇ ਸਮੇਂ ਤੁਹਾਨੂੰ ਆਪਣੇ ਮਨ ਨੂੰ ਬਿਲਕੁਲ ਸ਼ਾਂਤ ਕਰਕੇ ਜਾਣਾ ਚਾਹੀਦਾ ਹੈ। ਮੈਂ ਹੁਣੇ ਟੀਵੀ ਸਕਰੀਨ ਉੱਤੇ ਤੁਹਾਨੂੰ ਵੇਖ ਰਿਹਾ ਹਾਂ। ਇੰਨਾ ਸ਼ਾਂਤ ਤੁਹਾਡਾ ਚਿਹਰਾ ਹੈ, ਇੰਨੇ ਵਿਸ਼ਵਾਸ ਦੇ ਨਾਲ ਤੁਸੀਂ ਬੈਠੇ ਹੋ, ਮੁਸਕਰਾਉਂਦੇ ਵੀ ਹੋ। ਇਹ ਜੋ ਅਵਸਥਾ ਹੈ ਨਾ, ਐਗਜ਼ਾਮੀਨੇਸ਼ਨ ਵਿੱਚ ਜਾਓ ਨਾ ਉਦੋਂ ਵੀ ਅਜਿਹਾ ਹੀ ਰਹੋ, ਤੁਹਾਨੂੰ ਕਦੇ ਨਹੀਂ ਭੁੱਲਣਗੇ। ਤੁਹਾਡਾ ਮਨ ਬੇਚੈਨ ਰਹੇਗਾ, ਚਿੰਤਾ ਵਿੱਚ ਰਹੇਗਾ, ਤੁਸੀਂ ਘਬਰਾਏ ਹੋਏ ਰਹੋਗੇ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ ਕਿ ਜਿਵੇਂ ਤੁਸੀਂ ਕੁਐਸਚਨ ਪੇਪਰ ਵੇਖੋਗੇ ਕੁਝ ਦੇਰ ਲਈ ਸਭ ਕੁਝ ਭੁੱਲ ਜਾਓਗੇ। ਇਸ ਦਾ ਸਭ ਤੋਂ ਚੰਗਾ ਉਪਾਅ ਇਹੀ ਹੈ ਕਿ ਤੁਹਾਨੂੰ ਆਪਣੀ ਸਾਰੀ ਟੈਨਸ਼ਨ ਪ੍ਰੀਖਿਆ ਹਾਲ ਦੇ ਬਾਹਰ ਛੱਡ ਕੇ ਜਾਣਾ ਚਾਹੀਦਾ ਹੈ ਅਤੇ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿੰਨੀ ਤਿਆਰੀ ਤੁਹਾਨੂੰ ਕਰਨੀ ਸੀ ਤੁਸੀਂ ਕਰ ਲਈ ਹੈ। ਹੁਣ ਤੁਹਾਡਾ ਫੋਕਸ ਪ੍ਰਸ਼ਨਾਂ ਦੇ ਚੰਗੇ ਜਿਹੇ ਜਵਾਬ ਦੇਣ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਇਸ ਗੱਲ ਵੱਲੋਂ ਵੀ ਨਾ ਘਬਰਾਓ ਕਿ ਕੁਝ ਨਵਾਂ ਆ ਗਿਆ ਤਾਂ ਕੀ ਹੋਵੇਗਾ। ਕੁਝ ਅਜਿਹਾ ਆ ਗਿਆ ਜੋ ਤੁਸੀਂ ਪੜ੍ਹਿਆ ਹੀ ਨਹੀਂ ਹੈ ਤਾਂ ਕੀ ਹੋਵੇਗਾ। ਅਤੇ ਮੈਂ ਸਾਰਿਆਂ ਨੂੰ ਕਹਾਂਗਾ, ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਦੇ ਲਈ, ਬਿਨਾਂ ਟੈਨਸ਼ਨ ਲਈ, ਪ੍ਰੀਖਿਆ ਦੇਣ ਦੇ ਲਈ ਬਹੁਤ ਸਾਰੀ ਐਕਟੀਵਿਟੀਜ਼, ਬਹੁਤ ਸਾਰੇ ਉਪਾਅ ਤੁਹਾਨੂੰ ਐਗਜ਼ਾਮ ਵਾਰੀਅਰ ਬੁੱਕ ਵਿੱਚ ਦਿੱਤੇ ਗਏ ਹਨ। ਅਤੇ ਹੁਣੇ ਵੀ ਐਗਜ਼ਾਮ ਵਾਰੀਅਰ ਬੁੱਕ ਨੂੰ ਇੱਕ ਨਵਾਂ ਐਡੀਸ਼ਨ ਮੈਨੂੰ ਕਰੋਨਾ ਟਾਈਮ ਵਿੱਚ ਵਕਤ ਮਿਲ ਗਿਆ। ਮੈਂ ਥੋੜ੍ਹਾ ਉਸ ਨੂੰ ਇੰਪਰੂਵਮੈਂਟ ਵੀ ਕੀਤਾ ਹੈ, ਥੋੜ੍ਹਾ ਐਡੀਸ਼ਨ ਵੀ ਕੀਤਾ ਹੈ। ਇਸ ਵਾਰੀ ਬੱਚਿਆਂ ਦੇ ਵਾਸਤੇ ਹੀ ਇਹ ਮੰਤਰ ਨਹੀਂ ਹੈ, ਬਲਕਿ ਮੈਂ ਪੇਰੈਂਟਸ ਲਈ ਵੀ ਕਾਫੀ ਕੁਝ ਲਿਖਿਆ ਹੈ। ਕਈ ਸਾਰੀ ਐਕਟੀਵਿਟੀਜ਼ ਨਮੋ ਐਪ ਉੱਤੇ ਵੀ ਦਿੱਤੀਆਂ ਹੋਈਆਂ ਨੇ। ਤੁਸੀਂ ਇਸ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ। ਅਤੇ ਮੈਨੂੰ ਵਿਸ਼ਵਾਸ ਹੈ ਥੋੜ੍ਹਾ ਜਿਹਾ ਕੋਸ਼ਿਸ਼ ਕਰੋ, ਮਨ ਵਿੱਚੋਂ ਇਹ ਨਿਕਲ ਜਾਵੇਗਾ ਅਤੇ ਤੁਹਾਨੂੰ ਪੱਕਾ ਫਾਇਦਾ ਹੋਵੇਗਾ। ਅਤੇ ਮੇਰੇ ਸਾਥੀਓ, ਮੈਂ ਤੁਹਾਥੋਂ ਇਹ ਚਾਹਾਂਗਾ ਕਿ ਤੁਹਾਨੂੰ ਜਦੋਂ ਵੀ ਫਾਇਦਾ ਹੋਵੇ ਤਾਂ ਮੈਨੂੰ ਲਿਖ ਕੇ ਦਿਓ।
ਐਗਜ਼ਾਮ ਵਾਰੀਅਰ ਪੜ੍ਹ ਕੇ ਮੈਨੂੰ ਖਤ ਲਿਖੋ। ਲਿਖੋਗੇ ਨਾ? जी सर। ਵਾਹ, ਸ਼ਾਬਾਸ਼। थैंक यू सर। ਨਮਸਤੇ ਜੀ। मेरा नाम भारवी पोपट है। मैं गुजरात अहमदाबाद ਦੇ ਗਲੋਬਲ ਮਿਸ਼ਨ ਇੰਟਰਨੈਸ਼ਨਲ ਸਕੂਲ ਸੰਸਕਾਰਧਾਮ ਦੀ ਜਮਾਤ 11ਵੀਂ ਦੀ ਕਾਮਰਸ ਦੀ ਵਿਦਿਆਰਥੀ ਹਾਂ। ਸ਼੍ਰੀਮਾਨ, ਇਸ ਕਰੋਨਾ ਵਿੱਚ ਉਦਯੋਗ ਵਪਾਰ ਸਰ ਸਰਕਾਰ ਨੂੰ ਵੀ ਤਕਲੀਫ ਆਈ ਹੋਏਗੀ, ਪਰ ਕੀ ਤੁਸੀਂ ਸੋਚਿਆ ਹੈ ਕਿ ਵਿਦਿਆਰਥੀਆਂ ਨੂੰ ਕੀ ਤਕਲੀਫ ਆਈ? ਸਰ, ਇਸ ਸੰਕਟ ਨੂੰ ਆਪਣੀ ਜ਼ਿੰਦਗੀ 'ਚ ਕਿਸ ਰੂਪ 'ਚ ਯਾਦ ਰੱਖਾਂ? ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਵਿਦਿਆਰਥੀਆਂ ਦਾ 1 ਸਾਲ ਬਰਬਾਦ ਹੋ ਗਿਆ ਹੋ। ਮੇਰੀ ਥਾਂ ਤੇ ਤੁਸੀਂ ਹੁੰਦੇ ਤਾਂ ਕੀ ਕਰਦੇ? ਤੁਹਾਡੀ ਦੱਸੀ ਰਾਹ ਸਾਨੂੰ ਦਿਸ਼ਾ ਦੇ ਪਾਏਗੀ। ਧੰਨਵਾਦ। ਧਾਰਵੀ, ਤੁਹਾਡਾ ਛੋਟਾ ਭਰਾ ਹੈ? ਵੱਡਾ ਭਰਾ, ਛੋਟਾ ਭਰਾ ਕੋਈ ਹੈ ਸਰ, ਘਰ ਛੋਟੀ ਵਿੱਚ? ਭੈਣ ਹੈ। ਹਾਂ, ਛੋਟੀ ਭੈਣ ਹੈ। ਛੋਟੀ ਭੈਣ ਹੈ। ਚੰਗਾ। ਜੀ ਸਰ। ਛੋਟੀ ਭੈਣ ਨੂੰ ਇੰਝ ਹੀ ਡਾਂਟ ਦਿਓ ਜਿਵੇਂ ਹੁਣੇ ਕਹਿ ਰਹੀ ਸੀ। ਨਹੀਂ ਸਰ। ਹੈ ਅਜੇ ਅੱਖਾਂ ਖੋਲ ਕੇ ਬੋਲ ਨਹੀਂ ਰਹੀ ਸਰ। ਸੀ। ਚੰਗਾ, ਸਾਬਰਮਤੀ ਆਸ਼ਰਮ ਪਹਿਲਾਂ ਆਈ ਸੀ ਜਾਂ ਅੱਜ ਪਹਿਲੀ ਵਾਰ ਆਈ ਹੈ? ਸਰ, ਪਹਿਲੀ ਵਾਰੀ ਆਈ ਹਾਂ ਅੱਜ। ਫਸਟ ਟਾਈਮ ਆਈ ਹੋ? ਕਿੰਨੇ ਸਾਲ ਤੋਂ ਜੀ ਸਰ। ਅਹਿਮਦਾਬਾਦ ਵਿੱਚ ਰਹਿ ਰਹੀ ਹੋ? 6 ਈਅਰ ਸਰ। ਅੱਛਾ, ਤਾਂ 6 ਸਾਲ ਜੀ ਵੱਲੋਂ ਸਰ। ਰਹਿ ਰਹੀ ਹੋ ਅਤੇ ਤੁਹਾਨੂੰ ਕਦੇ ਮਨ ਨਹੀਂ ਕਰ ਗਿਆ ਕਿ ਭਾਰਤ ਦੀ ਆਜ਼ਾਦੀ ਦਾ ਇੰਨਾ ਮਹੱਤਵਪੂਰਨ ਸਥਾਨ, ਉੱਥੋਂ ਕਦੇ ਜਾਣਾ ਚਾਹੀਦਾ ਹੈ? ਅੱਜ ਤਾਂ ਸਵੇਰੇ ਤੋਂ ਆ ਗਏ ਹੋਣਗੇ ਤੁਸੀਂ ਲੋਕ। ਬਿਲਕੁਲ ਹਾਂ ਸਰ। ਤਾਂ ਤੁਸੀਂ ਵੇਖਿਆ ਕਿ ਅੱਜ ਸਭ ਚੀਜ਼ਾਂ ਵੇਖੀ ਕਿ ਹਾਂਜੀ, ਵੇਖੀਆਂ। ਮਨ ਨੂੰ ਸ਼ਾਂਤੀ ਦਾ ਅਨੁਭਵ ਹੋਇਆ? ਹਾਂ ਸਰ, ਬਹੁਤ ਸ਼ਾਂਤੀ ਮਹਿਸੂਸ ਹੋਈ। ਵੇਖੋ, ਜਾ ਕੇ ਆਪਣੇ ਸੰਸਕਾਰ ਧਾਮ ਦੇ ਦੋਸਤਾਂ ਨੂੰ ਵੀ ਕਹੋ ਕਿ ਸਾਬਰਮਤੀ ਆਸ਼ਰਮ ਜਾਣਾ ਚਾਹੀਦਾ ਹੈ, ਅਤੇ ਆਪਣੇ ਪਰਿਵਾਰ ਜੀ। ਅਤੇ ਦੋਸਤਾਂ ਨੂੰ ਵੀ ਕਹੋ ਕਿ ਸਾਬਰਮਤੀ ਆਸ਼ਰਮ ਜਾਣਾ ਜੀ ਸਰ। ਚਾਹੀਦਾ ਹੈ ਅਤੇ ਉੱਥੇ ਦੀ ਸ਼ਾਂਤੀ ਦਾ ਅਨੁਭਵ ਕਰਨਾ ਚਾਹੀਦਾ ਹੈ। ਕੁਝ ਪਲ ਬਿਲਕੁਲ ਮੌਨ, ਸਰ। ਕੁਝ ਪਲ ਮੌਨ ਉੱਥੇ ਬੈਠਣਾ ਚਾਹੀਦਾ ਹੈ। ਕਰੋਗੇ? ਹਾਂ ਸਰ। ਚੰਗਾ, ਚਲੋ ਹੁਣ ਤੁਹਾਡੇ ਸਵਾਲ ਉੱਤੇ ਆਂਦਾ ਵਾਂ। ਮੈਂ ਤਾਂ ਇੱਕਦਮ ਹੀ ਧਾਰਮੀ ਨੂੰ ਉਪਦੇਸ਼ ਹੀ ਦੇਣ ਲੱਗ ਗਿਆ ਸੀ। ਵੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿੱਥੇ ਤੱਕ ਕਰੋਨਾ ਦਾ ਪ੍ਰਸ਼ਨ ਹੈ, ਮੈਂ ਤਾਂ ਇਸ ਨੂੰ ਇਸ ਰੂਪ ਵਿੱਚ ਵੇਖਦਾ ਹਾਂ ਕਿ ਜੋ ਗਲਤੀ ਤੁਸੀਂ ਨਹੀਂ ਕੀਤੀ, ਉਸ ਦਾ ਖਮਿਆਜ਼ਾ ਤੁਹਾਨੂੰ ਚੁੱਕਣਾ ਪਿਆ। ਇਹ ਤੁਹਾਡੇ ਲਈ ਜ਼ਿੰਦਗੀ ਦੀ ਇੱਕ ਸੀਖ ਹੈ ਕਿ ਕਈ ਵਾਰ ਜ਼ਿੰਦਗੀ ਵਿੱਚ ਬਹੁਤ ਕੁਝ ਅਚਾਨਕ ਘਟਦਾ ਹੈ, ਅਕਲਪਨੀय ਘਟਦਾ ਹੈ, ਅਤੇ ਇਹਨਾਂ ਘਟਨਾਵਾਂ ਉੱਤੇ ਤੁਹਾਡਾ ਕੋਈ ਕਾਬੂ ਨਹੀਂ ਰਹਿੰਦਾ। ਕੋਰੋਨਾ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਦਾ, ਯੁਵਾਵਾਂ ਦਾ ਜੋ ਨੁਕਸਾਨ ਹੋਇਆ ਹੈ, ਉਹ ਬਹੁਤ ਵਿਸ਼ਾਲ ਹੈ। ਬਚਪਨ ਲਈ ਤਾਂ 1 ਸਾਲ ਦਾ ਨੁਕਸਾਨ ਵੱਡੀ ਇਮਾਰਤ ਦੀ ਨੀਂਹ ਵਿੱਚ ਇੱਕ ਖਾਲੀਪਨ ਵਰਗਾ ਹੈ। ਇਸ ਕਮੀ ਨੂੰ ਭਰਨਾ ਆਸਾਨ ਨਹੀਂ ਹੈ। ਸਕੂਲ ਏਜ ਮਤਲਬ ਹੱਸਣਾ, ਖੇਡਣਾ, ਮਿੱਟੀ ਵਿੱਚ ਖੇਡਣਾ, ਮਿੱਟੀ ਉਛਾਲਣਾ, ਗਰਮੀ, ਸਰਦੀ, ਬਰਖਾ, ਹਰ ਚੀਜ਼ ਦਾ ਆਨੰਦ, ਦੋਸਤਾਂ ਦੇ ਨਾਲ, ਕਲਾਸਰੂਮ ਵਿੱਚ ਟੀਚਰ ਦੇ ਨਾਲ ਗੱਪਾਂ ਮਾਰਨਾ, ਗੱਲਾਂ ਕਰਨਾ, ਘਰ ਦੀ ਛੋਟੀ ਸੀ ਵੀ ਘਟਨਾ, ਚਾਰੇ ਪਾਸੇ ਦੱਸ ਦੇਣਾ, ਉਹਨਾਂ ਦੇ ਵਿੱਚ ਰਹਿਣਾ, ਇਹ ਸਭ ਜ਼ਿੰਦਗੀ ਦੀ ਵਿਕਾਸ ਯਾਤਰਾ ਲਈ ਬਹੁਤ ਲਾਜ਼ਮੀ ਹੁੰਦਾ ਹੈ। ਇਹਨਾਂ ਸਭ ਚੀਜ਼ਾਂ ਵੱਲੋਂ ਤੁਸੀਂ ਸਹਿਜ ਹੀ ਕਿੰਨਾ ਕੁਝ ਸਿੱਖ ਸਕਦੇ ਹੋ। ਤੁਹਾਨੂੰ ਵੀ ਲੱਗਦਾ ਹੀ ਹੋਵੇਗਾ, ਕਰੋਨਾ ਕਾਲ ਦੇ ਪਹਿਲੇ ਦਾ ਸਮਾਂ ਤੁਸੀਂ ਯਾਦ ਕਰਦੇ ਹੋਣਗੇ ਤਾਂ ਸੋਚਦੇ ਹੋਵੋਗੇ ਕਿ ਕਿੰਨਾ ਕੁਝ ਮਿਸ ਕੀਤਾ ਹੈ। ਲੇਕਿਨ ਕਰੋਨਾ ਕਾਲ ਵਿੱਚ ਜੇਕਰ ਕਾਫੀ ਕੁਝ ਖੋਇਆ ਹੈ ਤਾਂ ਬਹੁਤ ਕੁਝ ਪਾਇਆ ਵੀ ਹੈ। ਕਰੋਨਾ ਦੀ ਸਭ ਤੋਂ ਪਹਿਲੀ ਸੀਖ ਤਾਂ ਇਹੀ ਹੈ ਕਿ ਤੁਸੀਂ ਜਿਸ ਚੀਜ਼ ਨੂੰ, ਜਿਨ੍ਹਾਂ ਲੋਕਾਂ ਨੂੰ ਮਿਸ ਕੀਤਾ, ਉਹਨਾਂ ਦੀ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਭੂਮਿਕਾ ਹੈ, ਇਹ ਇਸ ਕਰੋਨਾ ਕਾਲ ਵਿੱਚ ਜ਼ਿਆਦਾ ਪਤਾ ਚੱਲਿਆ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਸੇ ਨੂੰ ਵੀ ਫੋਰ ਗ੍ਰਾਂਟਿਡ ਨਹੀਂ ਲੈਣਾ ਚਾਹੀਦਾ ਹੈ। ਖੇਲ ਕੂਦ ਹੋਵੇ, ਸਕੂਲ ਵਿੱਚ ਫਿਜ਼ੀਕਲ ਕਲਾਸਿਸ ਹੋਣ,
ਜਾਂ ਤੁਹਾਡੇ ਘਰ ਦੇ ਕੋਲ ਸਬਜ਼ੀ ਵੇਚਣ ਵਾਲੇ, ਕੱਪੜੇ ਪ੍ਰੈਸ ਕਰਨ ਵਾਲੇ, ਕੋਲ ਦੇ ਬਾਜ਼ਾਰ ਦੇ ਦੁਕਾਨਦਾਰ, ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਗੱਲਾਂ ਨੂੰ ਤੁਸੀਂ ਰੂਟੀਨ ਸਮਝ ਲਿਆ ਸੀ, ਉਹਨਾਂ ਨੂੰ ਜਦੋਂ ਮਿਸ ਕਰਦੇ ਹੋ ਤਦ ਉਹਨਾਂ ਦਾ ਸਭ ਦਾ ਮਹੱਤਵ ਅਸੀਂ ਸਾਰਿਆਂ ਨੂੰ ਅਨੁਭਵ ਹੁੰਦਾ ਹੈ, ਤੁਹਾਨੂੰ ਵੀ ਪਤਾ ਚੱਲਿਆ ਹੈ। ਇਸ ਲਈ ਇਸ ਦਿਸ਼ਾ ਵਿੱਚ ਤੁਹਾਨੂੰ ਲਗਾਤਾਰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲਾਈਫ ਲੌਂਗ ਇਸ ਲੈਸਨ ਨੂੰ ਯਾਦ ਰੱਖਣਾ ਚਾਹੀਦਾ ਹੈ। ਕਰੋਨਾ ਦੇ ਬਾਅਦ ਵੀ ਇਹਨਾਂ ਚੀਜ਼ਾਂ ਦੀ ਉਪੇਖਿਆ ਨਹੀਂ ਕਰਨੀ ਚਾਹੀਦੀ ਹੈ। ਉੱਥੇ ਹੀ ਤੁਹਾਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਹੈ, ਜ਼ਿੰਦਗੀ ਨੂੰ ਸੱਚੇ ਮਤਲਬ ਵਿੱਚ ਜੀਣ ਲਈ ਕਿੰਨੀਆਂ ਘੱਟ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਦੂਜਾ, ਇਸ 1 ਸਾਲ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਤੁਹਾਨੂੰ ਖੁਦ ਦੇ ਅੰਦਰ ਝਾਂਕਣ ਦਾ, ਖੁਦ ਨੂੰ ਜਾਣਨ ਦਾ ਇੱਕ ਮੌਕਾ ਵੀ ਮਿਲਿਆ ਹੋਵੇਗਾ। ਕੋਰੋਨਾ ਕਾਲ ਵਿੱਚ ਇੱਕ ਹੋਰ ਗੱਲ ਇਹ ਵੀ ਹੋਈ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਇੱਕ ਦੂਜੇ ਨੂੰ ਜ਼ਿਆਦਾ ਨਜ਼ਦੀਕੀ ਵੱਲੋਂ ਸਮਝਿਆ ਹੈ। ਕੋਰੋਨਾ ਨੇ ਸੋਸ਼ਲ ਡਿਸਟੈਂਸਿੰਗ ਲਈ ਮਜਬੂਰ ਕੀਤਾ, ਲੇਕਿਨ ਪਰਿਵਾਰਾਂ ਵਿੱਚ ਇਮੋਸ਼ਨਲ ਬੌਂਡਿੰਗ ਨੂੰ ਵੀ ਇਸ ਨੇ ਮਜ਼ਬੂਤ ਕੀਤਾ ਹੈ। ਕੋਰੋਨਾ ਕਾਲ ਨੇ ਇਹ ਵੀ ਵਿਖਾਇਆ ਹੈ ਕਿ ਇੱਕ ਸੰਯੁਕਤ ਪਰਿਵਾਰ ਦੀ ਤਾਕਤ ਕੀ ਹੁੰਦੀ ਹੈ। ਘਰ ਦੇ ਬੱਚਿਆਂ ਦੇ ਜ਼ਿੰਦਗੀ ਉਸਾਰੀ ਵਿੱਚ ਉਹਨਾਂ ਦਾ ਕਿੰਨਾ ਰੋਲ ਹੁੰਦਾ ਹੈ। ਮੈਂ ਚਾਹਾਂਗਾ ਕਿ ਸੋਸ਼ਲ ਸਾਇੰਸ ਦੇ ਲੋਕ, ਸਾਡੀ ਯੂਨੀਵਰਸਿਟੀਜ਼ ਇਸ ਉੱਤੇ ਰਿਸਰਚ ਕਰੇ, ਕੋਰੋਨਾ ਕਾਲ ਦੇ ਫੈਮਿਲੀ ਲਾਈਫ ਉੱਤੇ ਸਟੱਡੀ ਕਰੇ, ਕਿਵੇਂ ਇਸ ਮੁਸੀਬਤ ਵੱਲੋਂ ਮੁਕਾਬਲਾ ਕਰਨ ਵਿੱਚ ਸੰਯੁਕਤ ਪਰਿਵਾਰ ਨੇ ਸਮਾਜ ਨੂੰ ਤਾਕਤ ਦਿੱਤੀ। ਇਸ ਪਹਿਲੂ ਨੂੰ ਖੰਗਾਲੋ। ਕੋਰੋਨਾ ਆਉਣ ਦੇ ਬਾਅਦ ਇਹ ਜੋ ਆਯੁਰਵੈਦਿਕ ਕਾੜਾ, ਪੌਸ਼ਟਿਕ ਭੋਜਨ, ਸਾਫ਼ ਸਫਾਈ, ਇਮਿਊਨਿਟੀ, ਅਜਿਹੇ ਅਨੇਕ ਮਹੱਤਵਪੂਰਨ ਮਜ਼ਮੂਨਾਂ ਉੱਤੇ ਸਾਡਾ ਸਭ ਦਾ ਧਿਆਨ ਗਿਆ ਹੈ। ਇਨ ਸਭ ਦੇ ਲਈ ਲੋਕਾਂ ਨੇ ਜੋ ਕੀਤਾ, ਉਹ ਜੇਕਰ ਪਹਿਲਾਂ ਵੱਲੋਂ ਕਰਦੇ ਆ ਰਹੇ ਹੁੰਦੇ ਤਾਂ ਸ਼ਾਇਦ ਪਰੇਸ਼ਾਨੀ ਇਸ ਤੋਂ ਵੀ ਘੱਟ ਹੁੰਦੀ। ਲੇਕਿਨ ਚੰਗਾ ਹੈ, ਹੁਣ ਇਹ ਬਦਲਾਵ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਇਸ ਲਈ ਮੈਂ ਇਹੀ ਕਹਾਂਗਾ, ਇਹ ਬਹੁਤ ਵੱਡੀ ਗੱਲ ਹੈ ਕਿ ਪਰਿਵਾਰ ਦੇ ਬੱਚੇ ਐਸੇ ਗੰਭੀਰ ਪਹਿਲੂਆਂ ਉੱਤੇ ਸੋਚ ਰਹੇ ਹਨ, ਗੱਲ ਕਰ ਰਹੇ ਹਨ। ਧੰਨਵਾਦ ਪੁੱਤਰ, ਧੰਨਵਾਦ। ਨਮਸਕਾਰ ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਅਸਾਮ ਦੇ ਲੋਕਾਂ ਵੱਲੋਂ ਤੁਹਾਨੂੰ ਵਧਾਈ ਦਿੰਦੀ ਹਾਂ। ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਕ੍ਰਿਸਟੀ ਸਾਈਕੀਆ ਕੇਂਦਰ ਵਿਦਿਆਲਿਆ IIT ਗੁਵਾਹਾਟੀ ਦੀ 10ਵੀਂ ਜਮਾਤ ਦੀ ਵਿਦਿਆਰਥੀ ਹਾਂ ਔਰ ਸਾਰੇ ਅਸਾਮ 'ਚ ਵਸਦੇ ਲੋਕਾਂ ਵੱਲੋਂ ਤੁਹਾਨੂੰ ਪ੍ਰਣਾਮ। ਸਰ, ਨਵੀਂ ਪੀੜ੍ਹੀ ਇੱਕ ਬੱਚੇ ਦੇ ਤੌਰ 'ਤੇ ਅਸੀਂ ਆਪਣੇ ਮਾਪਿਆਂ ਤੇ ਆਪਣੇ ਵਿੱਚ ਦੇ ਜਨਰੇਸ਼ਨ ਗੈਪ ਨੂੰ ਹਮੇਸ਼ਾ ਕੱਟ ਕਰਨਾ ਚਾਹੁੰਦੇ ਹਾਂ। ਪ੍ਰਾਈਮ ਮਿਨਿਸਟਰ ਸਰ, ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਕਿਰਪਾ ਕਰਕੇ ਮੈਨੂੰ ਰਾਹ ਦੱਸੋ। ਕੀ ਨਾਂ ਦੱਸਿਆ ਪੁੱਤਰ? ਸਰ, ਕ੍ਰਿਸਟੀ ਸਾਈਕੀਆ। ਚਲੋ, ਤੁਹਾਡਾ ਸਵਾਲ ਤਾਂ ਬਹੁਤ ਚੰਗਾ ਹੈ। ਇੱਕ ਵਿਦਿਆਰਥੀ ਦੇ ਰੂਪ ਵਿੱਚ ਤੁਸੀਂ ਜੋ ਸਵਾਲ ਪੁੱਛਿਆ ਹੈ, ਉਸ ਦੇ ਲਈ ਮੈਂ ਤੁਹਾਡੀ ਬਹੁਤ ਤਾਰੀਫ ਕਰਦਾ ਹਾਂ। ਧੰਨਵਾਦ। ਇਹ ਦੱਸਦਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਲੈ ਕੇ ਕਿੰਨੇ ਸੰਵੇਦਨਸ਼ੀਲ ਹੋ। ਤੁਸੀਂ ਨਾ ਕੇਵਲ ਇਸ ਵਿਸ਼ੇ ਨੂੰ ਸਮਝ ਰਹੇ ਹੋ, ਸਗੋਂ 2 ਪੀੜ੍ਹੀਆਂ ਦੇ ਵਿੱਚ ਜਨਰੇਸ਼ਨ ਗੈਪ ਘੱਟ ਹੋਵੇ, ਇਸ ਦੀ ਵੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਮੈਨੂੰ ਪੇਰੈਂਟਸ ਵੱਲੋਂ ਇਸ ਵਿਸ਼ੇ ਉੱਤੇ ਗੱਲ ਕਰਨੀ ਹੈ। ਇੱਕ ਗੱਲ ਜੋ ਪੇਰੈਂਟਸ ਨੂੰ ਡਿਸਾਈਡ ਕਰਨੀ ਹੈ ਕਿ ਉਹ ਬੁਢਾਪੇ ਦੇ ਵੱਲ ਜਾਣਾ ਚਾਹੁੰਦੇ ਹਨ ਜਾਂ ਫਿਰ ਆਪਣੀ ਉਮਰ ਘੱਟ ਕਰਨਾ ਚਾਹੁੰਦੇ ਹਨ। ਅਤੇ ਤੁਸੀਂ ਵੀ ਪੁੱਤਰ ਆਪਣੇ ਮੰਮੀ ਪਾਪਾ ਨੂੰ ਜ਼ਰੂਰ ਇਹ ਸਵਾਲ ਪੁੱਛਣਾ। ਜੀ ਜੇਕਰ ਸਰ। ਪੇਰੈਂਟਸ ਬੁਢੇਪੇ ਦੀ ਤਰਫ ਜਾਣਾ ਚਾਹੁੰਦੇ ਹਨ ਤਾਂ ਬੇਸ਼ੱਕ ਆਪਣੇ ਬੱਚਿਆਂ ਦੇ ਨਾਲ ਡਿਸਟੈਂਸ ਬਣਾ ਲਵੋ, ਗੈਪ ਵਧਾਉਂਦੇ ਰਹੋ। ਜੇਕਰ ਤੁਹਾਨੂੰ ਨਵੀਂ ਜ਼ਿੰਦਗੀ ਦੇ ਵੱਲ ਅੱਗੇ ਵਧਣਾ ਹੈ
ਆਪਣੀ ਉਮਰ ਘਟਾਉਣੀ ਹੈ, ਜਵਾਨ ਬਣੇ ਰਹਿਣਾ ਹੈ, ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਗੈਪ ਘੱਟ ਕਰੋ, ਕਲੋਜ਼ਨੈਸ ਵਧਾਓ। ਇਹ ਤੁਹਾਡੇ ਫਾਇਦੇ ਵਾਲਾ ਹੈ। ਤੁਸੀਂ ਯਾਦ ਕਰੋ, ਜਦੋਂ ਤੁਹਾਡਾ ਬੱਚਾ 1 ਸਾਲ ਦੀ ਉਮਰ ਦਾ ਸੀ ਤਾਂ ਤੁਸੀਂ ਉਸ ਦੇ ਨਾਲ ਕਿਵੇਂ ਗੱਲਾਂ ਕਰਦੇ ਸਨ, ਤਾਂ ਤੁਸੀਂ ਉਸ ਨੂੰ ਹਸਾਣੇ ਲਈ ਕਿਵੇਂ ਦੀ ਆਵਾਜ਼ਾਂ ਕੱਢਦੇ ਸਨ। ਤੁਸੀਂ ਆਪਣੇ ਚਿਹਰੇ ਦੇ ਤਰ੍ਹਾਂ ਦੇ ਐਕਸਪ੍ਰੈਸ਼ਨਸ ਬਣਾ ਕੇ ਕਿਵੇਂ ਉਸ ਨਾਲ ਗੱਲ ਕਰਦੇ ਸਨ। ਅਜਿਹਾ ਕਰਦੇ ਹੋਏ ਕੀ ਕਦੇ ਤੁਸੀਂ ਸੋਚਿਆ ਕਿ ਕੋਈ ਵੇਖੇਗਾ ਤਾਂ ਕੀ ਕਹੇਗਾ? ਕਦੇ ਤੁਸੀਂ ਸੋਚਿਆ ਕਿ ਲੋਕ ਤੁਹਾਨੂੰ ਅਜਿਹਾ ਕਰਦੇ ਹੋਏ ਵੇਖਣਗੇ ਤਾਂ ਉਹ ਕਹਿਣਗੇ ਕਿ ਇਹ ਕਿਵੇਂ ਚਿਹਰੇ ਬਣਾ ਰਿਹਾ ਹੈ, ਕਿਵੇਂ ਦੀ ਆਵਾਜ਼ ਕੱਢ ਰਿਹਾ ਹੈ? ਕੀ ਕਦੇ ਉਸ ਵੇਲੇ ਤੁਸੀਂ ਇਹ ਸੋਚਿਆ ਕਿ ਤੁਹਾਡੇ ਬੱਚੇ ਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ? ਤੁਹਾਨੂੰ ਉਸ ਸਮੇਂ ਆਨੰਦ ਆਇਆ, ਇਸ ਲਈ ਤੁਸੀਂ ਇਹ ਕੀਤਾ। ਤੁਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ, ਜਾਣੇ ਤੁਸੀਂ ਸਭ ਕੁਝ ਛੱਡ ਕੇ ਖੁਦ ਇੱਕ ਬੱਚੇ ਬਣ ਗਏ। ਬੱਚੇ ਵੱਲੋਂ ਖੇਡਣ ਲਈ ਤੁਸੀਂ ਖੁਦ ਖਿਡੌਣਾ ਬਣ ਗਏ ਅਤੇ ਬੱਚੇ ਦੇ ਖਿਡੌਣਿਆਂ ਤੋਂ ਵੀ ਉਨਾ ਹੀ ਚਾਹ ਨਾਲ ਖੇਲੇ। ਤੁਸੀਂ ਯਾਦ ਕਰੋ, ਕਦੇ ਤੁਸੀਂ ਘੋੜਾ ਬਣੇ ਹੋਣਗੇ, ਕਦੇ ਬੱਚੇ ਨੂੰ ਪਿੱਠ ਤੇ ਬਿਠਾ ਕੇ ਚੱਲੇ ਹੋਣਗੇ, ਕਦੇ ਮੋਢੇ ਉੱਤੇ ਬਿਠਾ ਕੇ ਘਰ ਪਰ ਘੁੰਮੇ ਹੋਣਗੇ, ਕਦੇ 4 ਪੈਰ ਕਰਕੇ ਚੱਲੇ ਹੋਵੋਗੇ। ਬੱਚਾ ਰੋਇਆ ਹੋਏਗਾ ਤਾਂ ਉਸ ਨੂੰ ਚੁੱਪ ਕਰਾਉਣ ਲਈ ਤੁਸੀਂ ਵੀ ਝੂਠ ਮੂਠ ਦਾ ਰੋਏ ਹੋਣਗੇ। ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਵੇਖਣ ਵਾਲਾ ਕੀ ਕਹੇਗਾ, ਘਰ ਦੇ ਬਾਕੀ ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ, ਦੋਸਤ ਕੀ ਕਹਿਣਗੇ। ਕੁਝ ਨਹੀਂ ਸੋਚਿਆ। ਕਿ ਕਦੇ ਸੋਚਿਆ ਸੀ? ਤੁਸੀਂ ਉਸ ਦਾ ਆਨੰਦ ਲੈਂਦੇ ਹੋ ਅਤੇ ਅਜਿਹਾ ਬੱਚੇ ਦੇ 5-6 ਸਾਲ ਦੀ ਉਮਰ ਤੱਕ ਚੱਲਦਾ ਰਹਿੰਦਾ ਹੈ। ਜਿਵੇਂ ਹੀ ਬੱਚਾ ਥੋੜਾ ਵੱਡਾ ਹੁੰਦਾ ਹੈ ਤਾਂ ਇੱਕ ਲੈਵਲ ਉੱਤੇ ਮੈਂਟੈਲਿਟੀ ਅਜਿਹੀ ਹੋ ਜਾਂਦੀ ਹੈ ਕਿ ਮਾਂ ਪਿਓ ਬੱਚੇ ਨੂੰ ਡੋਮੀਨੇਟ ਕਰਨਾ ਚਾਹੁੰਦੇ ਹਨ, ਬੱਚੇ ਨੂੰ ਹਰ ਚੀਜ਼ ਸਿਖਾਉਣਾ ਚਾਹੁੰਦੇ ਹਨ। ਅਚਾਨਕ ਜਿਹੜੇ ਦੋਸਤ ਸਨ ਉਹ ਦੋਸਤ ਨਾ ਰਹਿ ਕਰਕੇ ਬੱਚੇ ਦੇ ਇੰਸਟ੍ਰਕਟਰ ਬਣ ਜਾਂਦੇ ਨੇ ਅਤੇ ਕਦੇ-ਕਦੇ ਤਾਂ ਇੰਸਪੈਕਟਰ ਵੀ ਬਣ ਜਾਂਦੇ ਨੇ। ਸਾਥੀਓ, ਬੱਚਾ ਜਦੋਂ ਬਾਹਰ ਦੀ ਦੁਨੀਆ ਵਿੱਚ ਪੈਰ ਰੱਖਦਾ ਹੈ ਤਾਂ ਬਹੁਤ ਸੀਆਂ ਗੱਲਾਂ ਆਬਜ਼ਰਵ ਕਰਦਾ ਹੈ। ਘਰ ਵਿੱਚ ਜੋ ਵੇਖਿਆ ਸੀ ਉਸ ਤੋਂ ਕੁਝ ਜ਼ਿਆਦਾ, ਕੁਝ ਵੱਖ, ਕੁਝ ਨਵਾਂ ਉਹ ਵੇਖਣ ਲੱਗਦਾ ਹੈ। ਉਸ ਵੇਲੇ ਤੁਹਾਡੀ ਇਹ ਜਾਗਰੂਕ ਜ਼ਿੰਮੇਵਾਰੀ ਹੈ ਕਿ ਉਸ ਨਵੇਂ ਮਾਹੌਲ ਵਿੱਚ ਤੁਹਾਡਾ ਬੱਚਾ ਹੋਰ ਜ਼ਿਆਦਾ ਫਲੇ ਫੁੱਲੇ ਅਤੇ ਇਸ ਦਾ ਚੰਗਾ ਤਰੀਕਾ ਹੈ ਕਿ ਤੁਸੀਂ ਉਸ ਦੇ ਮਨ ਵੱਲ ਜੁੜੋ, ਉਸ ਦੇ ਮਨ ਨਾਲ ਹੀ ਕਰੋ ਅਤੇ ਉਸ ਦੀ ਹਰ ਗੱਲ ਨੂੰ ਇਮੋਸ਼ਨਲੀ ਅਟੈਚ ਹੋ ਕਰਕੇ ਸੁਣੋ। ਐਜੋ ਨਹੀਂ ਉਹ ਫੋਨ ਕਰ ਰਿਹਾ ਤੇ ਉਹ ਬੋਲ ਰਿਹਾ ਹੈ, ਬਿਲਕੁਲ ਉਸ ਦੇ ਨਾਲ ਜੁੜੋ। ਤੁਹਾਨੂੰ ਜੋ ਪਸੰਦ ਨਹੀਂ, ਜੇਕਰ ਉਹ ਕੰਮ ਤੁਹਾਡਾ ਬੱਚਾ ਕਰਕੇ ਆਇਆ ਹੈ ਤਾਂ ਉਸ ਨੂੰ ਡਾਂਟੋ ਨਾ, ਟੋਕੋ ਨਾ, ਬਸ ਸੁਣਦੇ ਰਹੋ। ਸੁਣਦੇ ਵੇਲੇ ਉਸ ਨੂੰ ਲੱਗਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ। ਹਾਂ, ਲੇਕਿਨ ਜੋ ਚੀਜ਼ ਚੰਗੀ ਨਹੀਂ ਹੈ ਉਸ ਨੂੰ ਮਨ ਵਿੱਚ ਰਜਿਸਟਰ ਕਰਕੇ ਰੱਖੋ ਅਤੇ ਇਹ ਗਰੋਇੰਗ ਏਜ ਦੇ ਬੱਚਿਆਂ ਲਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਜਿੰਨਾ ਹੋ ਸਕੇ ਉਸ ਦੀ ਗੱਲ ਸੁਣੋ, ਉਸ ਦੀ ਗੱਲ ਸਮਝੋ। ਤੁਸੀਂ ਇੰਸਟ੍ਰਕਟਰ ਬਣ ਕੇ ਉਸ ਨੂੰ ਸਵੇਰੇ ਤੋਂ ਸ਼ਾਮ ਤੱਕ ਕੀ ਕਰਨਾ ਹੈ ਇਹ ਨਾ ਸਮਝਾਓ। ਵਾਰੀ-ਵਾਰੀ ਇਹ ਨਾ ਪੁੱਛੋ ਕਿ ਮੈਂ ਇਹ ਕਿਹਾ ਸੀ, ਕੀ ਕੀਤਾ। ਬਸ ਆਪਣੀਆਂ ਅੱਖਾਂ ਖੁੱਲੀਆਂ ਰੱਖੋ, ਕੰਨ ਖੁੱਲੇ ਰੱਖੋ, ਉਸ ਉੱਤੇ ਧਿਆਨ ਰੱਖੋ। ਉਸ ਵਿੱਚ ਸੁਧਾਰ ਵੱਲੋਂ ਜੁੜੀ ਜੋ ਗੱਲਾਂ ਤੁਸੀਂ ਰਜਿਸਟਰ ਕੀਤੀਆਂ ਹਨ, ਜੋ ਤੁਹਾਨੂੰ ਠੀਕ ਨਹੀਂ ਲੱਗਿਆ, ਉਸ ਨੂੰ ਠੀਕ ਕਰਨ ਲਈ ਬਹੁਤ ਵਿਚਾਰ ਕਰਕੇ ਇੱਕ এনवायरमेंट ਕ੍ਰੀਏਟ ਕਰੋ ਤਾਂ ਕਿ ਉਸ ਨੂੰ ਆਪਣੇ ਆਪ ਹੀ ਲੱਗੇ ਕਿ ਉਹ ਕਿੱਥੇ ਗਲਤ ਕਰ ਰਿਹਾ ਹੈ। ਜਦੋਂ ਮਾਂ ਪਿਓ ਬੱਚਿਆਂ ਦੇ ਨਾਲ ਹਮ ਉਮਰ ਬਣ ਕੇ ਹੀ ਜੁੜਦੇ ਹਨ ਤਾਂ ਕੋਈ ਇਸ਼ੂ ਨਹੀਂ ਹੁੰਦਾ ਹੈ। ਜਿਵੇਂ ਬੱਚਾ
ਕੋਈ ਨਵਾਂ ਗਾਣਾ ਸੁਣ ਰਿਹਾ ਹੈ, ਕੋਈ ਨਵਾਂ ਮਿਊਜ਼ਿਕ ਸੁਣ ਕੇ ਆਨੰਦ ਲੈ ਰਿਹਾ ਹੈ, ਤਾਂ ਤੁਸੀਂ ਵੀ ਉਸ ਦੇ ਨਾਲ ਉਸ ਆਨੰਦ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੋ। ਤੁਸੀਂ ਉਸ ਨੂੰ ਨਾ ਕਹੋ ਕਿ 30 ਸਾਲ ਪਹਿਲਾਂ ਸਾਡੇ ਜ਼ਮਾਨੇ ਵਿੱਚ ਉਹ ਗਾਣਾ ਸੀ, ਅਸੀਂ ਉਹ ਵਜਾਵਾਂਗੇ। ਨਹੀਂ, ਅਜਿਹਾ ਨਾ ਕਰੋ। ਉਹ ਜੋ ਗਾਣਾ ਉਸ ਨੂੰ ਪਸੰਦ ਹੈ, ਤੁਸੀਂ ਉਸ ਦੇ ਨਾਲ ਜੁੜੋ, ਆਨੰਦ ਲਓ ਨਾ। ਇਹ ਸਮਝਣ ਦੀ ਕੋਸ਼ਿਸ਼ ਤਾਂ ਕਰੋ ਕਿ ਅਖੀਰ ਅਜਿਹਾ ਕੀ ਹੈ ਉਸ ਗਾਣੇ ਵਿੱਚ ਕਿ ਤੁਹਾਡਾ ਬੱਚਾ ਉਸ ਨੂੰ ਪਸੰਦ ਕਰ ਰਿਹਾ ਹੈ। ਲੇਕਿਨ ਹੁੰਦਾ ਕੀ ਹੈ ਕਿ ਅਸੀਂ ਵੇਖਦੇ ਹਾਂ ਇਸੇ ਵੇਲੇ ਕੁਝ ਮਾਂ ਪਿਓ ਇਹ ਕਹਿਣ ਲੱਗਦੇ ਹਨ, ਇਹ ਕੀ ਬੇਕਾਰ ਜਿਹਾ ਗਾਣਾ ਸੁਣ ਰਹੇ ਹੋ, ਅਸਲੀ ਮਿਊਜ਼ਿਕ ਤਾਂ ਸਾਡੇ ਸਮੇਂ ਵਿੱਚ ਹੁੰਦਾ ਸੀ। ਹੁਣ ਜੋ ਬਣਦਾ ਹੈ ਉਹ ਸਿਰਫ ਰੌਲਾ ਰੱਪਾ ਹੀ ਹੁੰਦਾ ਹੈ। ਹੁੰਦਾ ਕੀ ਹੈ ਤਾਂ ਬੱਚਾ ਆਪਦੇ ਕੋਲ ਆ ਕਰਕੇ ਤੁਹਾਨੂੰ ਕੋਈ ਗੱਲ ਦੱਸਦਾ ਹੈ। ਉਹ ਦੱਸਦਾ ਹੈ ਕਿ ਅੱਜ ਸਕੂਲ ਵਿੱਚ ਅਸੀਂ ਇਹ ਕੀਤਾ, ਤਾਂ ਕਿਤੇ ਤੁਸੀਂ ਆਪਣੀ ਹੀ ਕਹਾਣੀ ਲੈ ਕੇ ਤਾਂ ਨਹੀਂ ਬੈਠ ਜਾਂਦੇ ਹੋ ਕਿ ਓਏ ਇਹ ਤਾਂ ਅਜਿਹਾ ਹੀ ਕੀ ਹੈ, ਕੀ ਨਈ ਚੀਜ਼ ਹੈ, ਇਹ ਤਾਂ ਉਹੋ ਜਿਹਾ ਹੀ ਹੈ। ਆਪਣੇ ਬੱਚੇ ਦੇ ਨਾਲ ਉਸ ਦੀ ਜਨਰੇਸ਼ਨ ਦੀਆਂ ਗੱਲਾਂ ਵਿੱਚ ਉਨੀ ਹੀ ਦਿਲਚਸਪੀ ਵਿਖਾਓ। ਤੁਸੀਂ ਉਸ ਦੇ ਆਨੰਦ ਵਿੱਚ ਸ਼ਾਮਿਲ ਹੋਵੋਗੇ ਤਾਂ ਤੁਸੀਂ ਵੇਖੋਗੇ ਜਨਰੇਸ਼ਨ ਗੈਪ ਕਿਵੇਂ ਖਤਮ ਹੋ ਜਾਂਦਾ ਹੈ, ਅਤੇ ਸ਼ਾਇਦ ਜੋ ਗੱਲ ਤੁਸੀਂ ਕਹਿਣਾ ਚਾਹ ਰਹੇ ਹੋ ਉਹ ਉਸ ਦੀ ਸਮਝ ਵਿੱਚ ਵੀ ਆ ਜਾਵੇ। ਅਤੇ ਇਸ ਲਈ ਜਨਰੇਸ਼ਨ ਗੈਪ ਨੂੰ ਘੱਟ ਕਰਨ ਲਈ ਬੱਚਿਆਂ ਅਤੇ ਵੱਡਿਆਂ ਨੂੰ ਇੱਕ ਦੂਜੇ ਨੂੰ ਸਮਝਣਾ ਹੋਵੇਗਾ। ਖੁੱਲ੍ਹੇ ਮਨ ਵੱਲੋਂ ਗੱਪ-ਸ਼ਪ ਕਰਨੀ ਹੋਵੇਗੀ, ਖੁੱਲ੍ਹ ਕੇ ਗੱਲਾਂ ਕਰਨੀਆਂ ਹੋਣਗੀਆਂ, ਸਮਝਣਾ ਹੋਏਗਾ, ਸੁਣਨਾ ਹੋਏਗਾ, ਅਤੇ ਫਿਰ ਆਪਣੇ ਆਪ ਨੂੰ ਬਦਲਣ ਦੀ ਤਿਆਰੀ ਵੀ ਰੱਖਣੀ ਹੋਵੇਗੀ। ਚਲੋ, ਅਸਮ ਵੱਲੋਂ ਇੰਨਾ ਵਧੀਆ ਸਵਾਲ ਮੈਨੂੰ ਮਿਲਿਆ, ਜ਼ਰਾ ਮੈਂ ਲੰਮਾ ਹੀ ਜਵਾਬ ਦੇ ਗਿਆ, ਲੇਕਿਨ ਮੈਨੂੰ ਚੰਗਾ ਲੱਗਿਆ। ਬਹੁਤ ਬਹੁਤ ਧੰਨਵਾਦ ਪੁੱਤਰ। ਧੰਨਵਾਦ ਸਰ। ਨਮਸਤੇ ਸਰ। ਨਮਸਤੇ। ਮੈਂ ਸ਼ਰਨ ਰੋਏ 10ਵੀਂ ਦਾ ਵਿਦਿਆਰਥੀ। ਮੈਂ ਸੈਂਟਰਲ ਮਾਡਲ ਸਕੂਲ ਬਰਕਪੁਰ ਕੋਲਕਾਤਾ 'ਚ ਪੜ੍ਹਦਾ ਹਾਂ। ਸਾਨੂੰ ਪੇਪਰਾਂ ਤੋਂ ਜ਼ਿਆਦਾ ਸਾਨੂੰ ਐਗਜ਼ਾਮ ਦੇ ਬਾਅਦ ਕੀ ਹੋਏਗਾ ਉਸ ਚੀਜ਼ ਤੋਂ ਡਰ ਲੱਗਦਾ ਹੈ। ਤਾਂ ਕੀ ਹੋਊਗਾ ਜੇ ਸਾਡਾ ਨਤੀਜਾ ਵਧੀਆ ਨਾ ਆਏ। ਪੇਪਰਾਂ 'ਚੋਂ ਫੇਲ ਹੋਣਾ ਅਸਲ ਜ਼ਿੰਦਗੀ 'ਚ ਫੇਲ ਹੋਣ ਦੇ ਬਰਾਬਰ ਆ। ਓਏ ਯਾਰ, ਅਜਿਹਾ ਕਿਵੇਂ ਸੋਚਦੇ ਹੋ ਹੈਂ? ਜੇਕਰ ਤੁਸੀਂ ਐਗਜ਼ਾਮ ਵਾਰੀਅਰ ਕਿਤਾਬ ਪੜ੍ਹਦੇ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਆਪਣੇ ਆਪ ਹੀ ਲੋਕਾਂ ਨੂੰ ਦੇ ਦਿੰਦੇ। ਲੇਕਿਨ ਤੁਹਾਡਾ ਸਵਾਲ ਮਹੱਤਵਪੂਰਨ ਹੈ, ਅਤੇ ਸ਼ਾਇਦ ਅਜਿਹੇ ਸਵਾਲ ਵਾਰ-ਵਾਰ ਉੱਠਦੇ ਵੀ ਹਨ ਅਤੇ ਵਾਰ-ਵਾਰ ਜਵਾਬ ਦੇਣੇ ਵੀ ਹੁੰਦੇ ਹਨ। ਇੱਕ ਵਾਰੀ ਕਹਿਣ ਨਾਲ ਗੱਲ ਬਣਨ ਵਾਲੀ ਨਹੀਂ ਹੈ। ਅਤੇ ਮੈਂ ਇਹ ਗੱਲ ਪੂਰੇ ਖੁੱਲ੍ਹੇ ਮਨ ਵੱਲੋਂ ਕਹਿਣਾ ਚਾਹੁੰਦਾ ਹਾਂ ਕਿ ਬਦਕਿਸਮਤੀ ਤੋਂ ਸਿੱਖਿਆ ਦੇ ਖੇਤਰ ਵਿੱਚ ਅਤੇ ਪਰਿਵਾਰਿਕ ਜ਼ਿੰਦਗੀ ਵਿੱਚ ਸੋਚਣ ਦਾ ਦਾਇਰਾ ਇੰਨਾ ਸਿਮਟ ਗਿਆ ਹੈ। ਪ੍ਰੀਖਿਆ ਵਿੱਚ ਤੁਹਾਡੇ ਜਿਹੜੇ ਨੰਬਰ ਆਏ ਉਹ ਤੁਹਾਡੀ ਯੋਗਤਾ ਦਾ ਪੈਮਾਨਾ ਨਹੀਂ ਹੋ ਸਕਦੇ। ਭਾਰਤ ਹੀ ਨਹੀਂ, ਦੁਨੀਆ ਵਿੱਚ ਤੁਸੀਂ ਅਜਿਹੇ ਬਹੁਤ ਸਾਰੇ ਸਫਲ ਲੋਕਾਂ ਨੂੰ ਵੇਖੋਗੇ ਜੋ ਕਲਾਸ ਵਿੱਚ ਨੰਬਰਾਂ ਵਿੱਚ ਭਲੇ ਚੰਗੇ ਨਹੀਂ ਸਨ, ਲੇਕਿਨ ਅੱਜ ਉਹ ਆਪਣੇ ਫੀਲਡ ਵਿੱਚ ਸਭ ਤੋਂ ਉੱਤਮ ਹਨ। ਇਹ ਪ੍ਰੀਖਿਆ ਸਿਰਫ ਇੱਕ ਪੜਾਅ ਹੈ। ਇਸ ਪ੍ਰੀਖਿਆ ਵਿੱਚ ਨੰਬਰ ਘੱਟ ਆਉਣ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਹਾਂ, ਭਵਿੱਖ ਵਿੱਚ ਤੁਹਾਨੂੰ ਜਿਸ ਇੱਕ ਚੀਜ਼ ਵੱਲੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਉਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਇਹ ਇੱਕ ਨਵੀਂ ਤਰ੍ਹਾਂ ਦੀ ਕੁਰੀਤੀ ਆ ਰਹੀ ਹੈ ਸਮਾਜ ਵਿੱਚ, ਜਿਸ ਨੂੰ ਅਸੀਂ ਡੈਸਟੀਨੇਸ਼ਨ ਫੀਵਰ ਕਹਿ ਸਕਦੇ ਹਾਂ। ਮਤਲਬ ਦੂਜੇ ਜੇਕਰ ਕਿਸੇ ਇੱਕ ਡੈਸਟੀਨੇਸ਼ਨ ਉੱਤੇ ਹਨ ਤਾਂ ਉਹਨਾਂ ਨੂੰ ਵੇਖ ਕੇ ਆਪਣਾ ਡਾਇਰੈਕਸ਼ਨ ਤੈਅ ਕਰਨਾ। ਤੁਹਾਡਾ ਕੋਈ ਰਿਸ਼ਤੇਦਾਰ ਕਿਤੇ ਜਾ ਕੇ ਸਫਲ ਹੋਇਆ, ਤੁਹਾਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਤੁਸੀਂ ਵੀ ਸਫਲ ਹੋ ਜਾਓਗੇ। ਕੋਈ ਅਸਫਲ ਹੋਇਆ ਤਾਂ ਤੁਹਾਨੂੰ ਲੱਗਦਾ ਹੈ ਅਸੀਂ ਵੀ ਉਸ ਫੀਲਡ ਵਿੱਚ ਗਏ ਤਾਂ ਅਸਫਲ ਹੋ ਜਾਣਗੇ। ਸਾਨੂੰ ਲੱਗਦਾ ਹੈ ਉਹ ਸਟੂਡੈਂਟ ਇਸ ਦਿਸ਼ਾ ਵਿੱਚ ਗਿਆ, ਇਸ ਖੇਤਰ ਵਿੱਚ ਗਿਆ, ਇਹ ਬਣਿਆ, ਉਸ ਖੇਤਰ ਵਿੱਚ ਉਸਨੇ ਇਹ ਨਾਂ ਕਮਾਇਆ ਤਾਂ ਅਸੀਂ ਵੀ ਉਹੀ ਕਰਾਂਗੇ, ਉਦੋਂ ਹੀ ਸਾਡਾ ਜੀਵਨ ਸਫਲ ਹੋਵੇਗਾ। ਇਹ ਸੋਚ ਠੀਕ ਨਹੀਂ ਹੈ ਦੋਸਤੋ।
ਇਸੇ ਸੋਚ ਦਾ ਨਤੀਜਾ ਹੈ ਕਿ ਬਹੁਤ ਸਾਰੇ ਸਟੂਡੈਂਟਸ ਇੰਨੇ ਤਣਾਅ ਵਿੱਚ ਜੀ ਰਹੇ ਹਨ। ਤੁਸੀਂ ਜੋ ਪੜ੍ਹਦੇ ਹੋ ਉਹ ਤੁਹਾਡੀ ਜ਼ਿੰਦਗੀ ਦੀ ਸਫਲਤਾ ਅਤੇ ਅਸਫਲਤਾ ਦਾ ਪੈਮਾਨਾ ਸਿਰਫ ਇਹੀ ਇੱਕਮਾਤਰ ਨਹੀਂ ਹੋ ਸਕਦਾ। ਤੁਸੀਂ ਜੋ ਜ਼ਿੰਦਗੀ ਵਿੱਚ ਕਰੋਗੇ ਉਹ ਤੁਹਾਡੀ ਸਫਲਤਾ ਅਤੇ ਅਸਫਲਤਾ ਨੂੰ ਤੈਅ ਕਰੇਗਾ। ਤੁਸੀਂ ਲੋਕਾਂ ਦੇ ਪ੍ਰੈਸ਼ਰ, ਸੋਸਾਇਟੀ ਦੇ ਪ੍ਰੈਸ਼ਰ, ਮਾਂ ਪਿਓ ਦੇ ਪ੍ਰੈਸ਼ਰ, ਇਹਨਾਂ ਸਭ ਤੋਂ ਬਾਹਰ ਨਿਕਲ ਕੇ ਕਈ ਵਾਰ ਸਾਨੂੰ ਪੋਟੈਂਸ਼ੀਅਲ ਨੂੰ ਜਾਣਨ ਲਈ ਮੈਦਾਨ ਵਿੱਚ ਕੁੱਦਣਾ ਹੀ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ। ਸਾਥੀਓ, ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਸਭ ਤੋਂ ਵਰਚੁਅਲੀ ਮਿਲਣ ਦਾ ਮੈਨੂੰ ਮੌਕਾ ਮਿਲਿਆ। ਮੈਂ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਕਈ ਮੈਨੂੰ ਬਹੁਤ ਆਨੰਦ ਆਇਆ। ਤੁਹਾਡੇ ਸਾਰਿਆਂ ਨਾਲ ਗੱਲ ਕਰਨਾ ਮੇਰੇ ਲਈ ਵੀ ਇੱਕ ਉਮੰਗ ਤੋਂ ਘੱਟ ਨਹੀਂ ਹੁੰਦਾ ਹੈ, ਆਨੰਦ ਤੋਂ ਘੱਟ ਨਹੀਂ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੂੰ ਵੀ ਜ਼ਰੂਰ ਉਸ ਵਿੱਚੋਂ ਕੁਝ ਨਾ ਕੁਝ ਗੱਲਾਂ ਕੰਮ ਆਉਣਗੀਆਂ। ਜ਼ਰੂਰੀ ਨਹੀਂ ਹੈ ਕਿ ਮੈਂ ਜੋ ਕਿਹਾ ਹੈ ਉਸੇ ਉੱਤੇ ਚੱਲਣਾ ਚਾਹੀਦਾ ਹੈ। ਸੋਚੋ, ਆਪਣੇ ਤਰੀਕੇ ਵੱਲੋਂ ਸੋਚੋ। ਸਾਥੀਓ, ਅੱਜ ਮੈਂ ਤੁਹਾਨੂੰ ਇੱਕ ਵੱਡੇ ਐਗਜ਼ਾਮ ਲਈ ਤਿਆਰ ਕਰਨਾ ਚਾਹੁੰਦਾ ਹਾਂ। ਇਹ ਵੱਡਾ ਐਗਜ਼ਾਮ ਹੈ ਜਿਸ ਵਿੱਚ ਸਾਨੂੰ 100% ਮਾਰਕਸ ਲੈ ਕੇ ਪਾਸ ਹੋਣਾ ਹੀ ਹੈ। ਇਹ ਹੈ ਆਪਣੇ ਭਾਰਤ ਨੂੰ ਆਤਮ ਨਿਰਭਰ ਬਣਾਉਣਾ। ਇਹ ਹੈ ਵੋਕਲ ਫॉर ਲੋਕਲ ਨੂੰ ਜੀਵਨ ਮੰਤਰ ਬਣਾਉਣਾ। ਮੇਰਾ ਇੱਕ ਆਗ੍ਰਹਿ ਹੈ, ਜਦ ਤੁਹਾਡੀ ਬੋਰਡ ਪ੍ਰੀਖਿਆਵਾਂ ਖਤਮ ਹੋ ਜਾਣ ਤਾਂ ਪਰਿਵਾਰ ਦੇ ਲੋਕਾਂ ਦੇ ਨਾਲ ਮਿਲ ਕੇ ਇੱਕ ਲਿਸਟ ਬਣਾਓ। ਸਵੇਰੇ ਤੋਂ ਲੈ ਕੇ ਰਾਤ ਤੱਕ ਤੁਸੀਂ ਜਿਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹੋ ਉਹਨਾਂ ਵਿੱਚੋਂ ਕਿੰਨੀਆਂ ਚੀਜ਼ਾਂ ਵਿਦੇਸ਼ੀ ਧਰਤੀ ਉੱਤੇ ਬਣੀ ਹਨ ਅਤੇ ਕਿੰਨੀਆਂ ਚੀਜ਼ਾਂ ਵਿੱਚ ਭਾਰਤ ਮਾਂ ਦੀ ਮਿੱਟੀ ਦੀ ਸੁਗੰਧ ਹੈ, ਕਿੰਨੀਆਂ ਚੀਜ਼ਾਂ ਕਿਸੇ ਦੇਸ਼ਵਾਸੀ ਦੀ ਮਿਹਨਤ ਨਾਲ ਬਣੀ ਹੈ। ਇਸ ਦੇ ਇਲਾਵਾ ਐਗਜ਼ਾਮ ਦੇ ਬਾਅਦ ਲਈ ਇੱਕ ਟਾਸਕ ਤੁਹਾਨੂੰ ਦੇਣਾ ਚਾਹੁੰਦਾ ਹਾਂ। ਤੁਸੀਂ ਸਭ ਜਾਣਦੇ ਹੋ ਕਿ ਸਾਡਾ ਦੇਸ਼ ਆਜ਼ਾਦੀ ਦੇ 75 ਸਾਲ ਦੇ ਉਪਲਕਸ਼ ਵਿੱਚ ਆਜ਼ਾਦੀ ਦਾ ਅੰਮ੍ਰਿਤ ਵੱਡਾ ਉਤਸਵ ਮਨਾ ਰਿਹਾ ਹੈ। ਅੰਮ੍ਰਿਤ ਉਤਸਵ ਵਿੱਚ ਸਾਡੇ ਸਵਾਧੀਨਤਾ ਸੈਨਾਨੀਆਂ ਦੇ ਬਾਰੇ ਵਿੱਚ ਤੁਸੀਂ ਸਭ ਲੋਕ ਜਾਣੋ, ਆਜ਼ਾਦੀ ਦੀ ਲੜਾਈ ਦੇ ਬਾਰੇ ਵਿੱਚ ਜਾਣੋ। ਇਸ ਦੇ ਲਈ ਦੇਸ਼ ਨੇ ਇੱਕ ਅਭਿਆਨ ਸ਼ੁਰੂ ਕੀਤਾ ਹੈ। ਤੁਹਾਨੂੰ ਇਸ ਅਭਿਆਨ ਨਾਲ ਜੁੜਨਾ ਹੈ। ਤੁਸੀਂ ਆਪਣੇ ਰਾਜ ਦੀ ਆਜ਼ਾਦੀ ਦੀ ਲੜਾਈ ਨਾਲ ਜੁੜੀ 75 ਘਟਨਾਵਾਂ ਖੋਜ ਕੇ ਕੱਢੋ। ਆ ਕਿਸੇ ਵਿਅਕਤੀ ਦੇ ਸੰਘਰਸ਼ ਵਿੱਚ ਜੁੜੀ ਹੋ ਸਕਦੀ ਹੈ, ਕਿਸੇ ਕ੍ਰਾਂਤੀਵੀਰ ਨਾਲ ਜੁੜੀ ਹੋ ਸਕਦੀ ਹੈ। ਇਹਨਾਂ ਘਟਨਾਵਾਂ ਨੂੰ ਤੁਸੀਂ ਆਪਣੀ ਮਾਤਰ ਭਾਸ਼ਾ ਵਿੱਚ ਵਿਸਤਾਰ ਨਾਲ ਲਿਖੋ। ਇਸ ਦੇ ਇਲਾਵਾ ਹਿੰਦੀ, ਇੰਗਲਿਸ਼ ਵਿੱਚ ਲਿਖ ਸਕੋ ਤਾਂ ਚੰਗਾ ਹੋਏਗਾ। ਤੁਸੀਂ ਇਸ ਨੂੰ ਸਾਲ ਭਰ ਦਾ ਪ੍ਰੋਜੈਕਟ ਬਣਾਓ ਅਤੇ ਡਿਜੀਟਲ ਤਰੀਕੇ ਨਾਲ ਇਸ ਨੂੰ ਕਿਵੇਂ ਕਰੀਏ, ਇਸ ਦੇ ਲਈ ਆਪਣੇ ਟੀਚਰਸ ਵੱਲੋਂ ਵੀ ਗਾਈਡੈਂਸ ਲਓ। ਤੁਸੀਂ ਆਪਣੇ ਟੀਚਰਸ ਨਾਲ ਗੱਲ ਕਰੋ, ਆਪਣੇ ਪੇਰੈਂਟਸ ਨਾਲ ਗੱਲ ਕਰੋ, ਦਾਦਾ ਦਾਦੀ ਨਾਲ ਗੱਲ ਕਰੋ। ਤੁਸੀਂ ਕੀ ਕਰ ਸਕਦੇ ਹੋ, ਇਸ ਉੱਤੇ ਚਰਚਾ ਕਰੋ। ਸਾਥੀਓ, ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਲਿਖਿਆ ਹੈ, ਮੈਂ ਸੁਪਨ ਵੇਖਿਆ ਕਿ ਜੀਵਨ ਆਨੰਦ ਹੈ। ਮੈਂ ਜਾਗਿਆ ਅਤੇ ਪਾਇਆ ਕਿ ਜੀਵਨ ਸੇਵਾ ਹੈ। ਮੈਂ ਸੇਵਾ ਕੀਤੀ ਅਤੇ ਪਾਇਆ ਕਿ ਸੇਵਾ ਵਿੱਚ ਹੀ ਆਨੰਦ ਹੈ। ਤੁਸੀਂ ਆਪਣੇ ਆਪ ਹੀ ਵੇਖੋ, ਜਦੋਂ ਸਾਡੀਆਂ ਇੱਛਾਵਾਂ, ਸਾਡੇ ਲਕਸ਼ ਦੇਸ਼ ਦੀ ਸੇਵਾ ਵੱਲ ਜੁੜ ਜਾਂਦੇ ਹਨ ਤਾਂ ਅਸੀਂ ਕਰੋੜਾਂ ਜੀਵਨਾਂ ਵੱਲੋਂ ਜੁੜ ਜਾਂਦੇ ਹਾਂ। ਇਸ ਲਈ ਵੱਡੇ ਸੁਪਨੇ ਰੱਖਣੇ ਹਨ, ਦੇਸ਼ ਲਈ ਸੋਚਣਾ ਹੈ। ਮੈਨੂੰ ਪੂਰਾ ਭਰੋਸਾ ਹੈ ਤੁਸੀਂ ਇਹ ਐਗਜ਼ਾਮ ਬਹੁਤ ਚੰਗੇ ਮਾਰਕਸ ਨਾਲ ਪਾਸ ਕਰੋਗੇ। ਉਸ ਦੇ ਬਾਅਦ ਜ਼ਿੰਦਗੀ ਵਿੱਚ ਬਹੁਤ ਅੱਗੇ ਜਾਓਗੇ। ਇਸ ਲਈ ਖੂਬ ਪੜ੍ਹੋ, ਖੂਬ ਖੇਲੋ, ਖੂਬ ਮਸਤੀ ਕਰੋ। ਰਿਜ਼ਲਟ ਦੇ ਬਾਅਦ ਮੈਨੂੰ ਆਪਣਾ ਸੁਨੇਹਾ ਵੀ ਜ਼ਰੂਰ ਭੇਜਣਾ। ਮੈਨੂੰ ਇੰਤਜ਼ਾਰ ਰਹੇਗਾ। ਇਹਨਾਂ ਸ਼ੁਭ ਕਾਮਨਾਵਾਂ ਦੇ ਨਾਲ ਸਾਰੇ ਮੇਰੇ ਜਮਾਂ ਸਾਥੀਆਂ ਦਾ, ਛੋਟੇ-ਛੋਟੇ ਦੋਸਤਾਂ ਦਾ
ਬਹੁਤ ਬਹੁਤ ਧੰਨਵਾਦ। ਅਨੇਕ ਅਨੇਕ ਸ਼ੁਭਕਾਮਨਾਵਾਂ। दवाई भी कड़ाई भी का मंत्र लिए वैक्सीनेशन की चल रही है लहर, गांव गांव शहर शहर। लेकिन जब इतना किया है सब्र तो थोड़े और समय रखें कोरोना पर कड़ी नजर। ना छोड़ें 2 गज दूरी, सैनिटाइजेशन और मास्क की सावधान डगर। रहें इस खतरे से सचेत हर प्रहर।